जी, सो ਅੱਜ ਆਪਾਂ ਗੱਲ ਕਰਾਂਗੇ ਜੀ ਸਿੱਖ ਵੂਮਨ ਤੇ ਫੈਸ਼ਨ ਦੀ, ਸਿੱਖ ਔਰਤਾਂ ਤੇ ਫੈਸ਼ਨ। ਸੋ ਇਹ ਟੌਪਿਕ ਕਾਫੀ ਚੱਲ ਰਿਹਾ ਹੈ, ਮੈਨੂੰ ਕਾਫੀ ਜਣਿਆਂ ਨੇ ਇਹਦੇ ਤੇ ਕੁਐਸਚਨਸ ਵੀ ਕੀਤੇ ਨੇ। ਸੋ ਮੈਂ ਏਜੰਡਾ ਸ਼ੇਅਰ ਕਰਨੀ ਹੈ ਕਿ ਆਪਾਂ ਅੱਜ ਗੱਲ ਕਿਸ ਬਾਰੇ ਕਰਾਂਗੇ ਜੀ। ਆਪਾਂ ਅੱਜ ਗੱਲ ਕਰਾਂਗੇ ਕਿ ਔਰਤਾਂ ਫੈਸ਼ਨ ਕਿਉਂ ਕਰਦੀਆਂ ਨੇ, ਬਾਹਰੀ ਦਿੱਖ ਲੁਕਸ ਵਰਸਸ ਕੈਰੈਕਟਰ, ਤੇ ਗੁਰਬਾਣੀ ਇਸ ਚੀਜ਼ ਬਾਰੇ ਕੀ ਕਹਿੰਦੀ ਹੈ, ਬਾਹਰੀ ਦਿੱਖ ਤੇ ਚਰਿੱਤਰ ਬਾਰੇ। ਤੇ ਫਿਰ ਆਪਾਂ ਥੋੜਾ ਜਿਹਾ ਸਿੱਖ ਇਤਿਹਾਸ ਵੱਲ ਜਾਵਾਂਗੇ ਤੇ ਦੇਖਾਂਗੇ ਕਿ ਸਿੱਖ ਇਤਿਹਾਸ ਦੇ ਵਿੱਚ ਜੇ ਆਪਾਂ ਦੇਖੀਏ ਤੇ ਫਿਰ ਆਪਾਂ ਮੇਕਅਪ ਨੂੰ ਆਪਾਂ ਕਿੱਦਾਂ ਸਮਝ ਸਕਦੀਆਂ ਕਿ ਸਿੱਖ ਇਤਿਹਾਸ ਵਿੱਚ ਸਾਨੂੰ ਕੀ ਸਮਝਣ ਨੂੰ ਮਿਲਦਾ ਉਹਦੇ ਤੋਂ। ਤੇ ਫਿਰ ਗੁਰਬਾਣੀ ਅਨੁਸਾਰ ਸਿੱਖ ਔਰਤਾਂ ਕਿਹੜਾ ਮੇਕਅਪ ਕਰ ਸਕਦੀਆਂ ਹਨ। ਬਿਲਕੁਲ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੈ ਕਿ ਆਪਾਂ ਕਿੱਦਾਂ ਦਾ ਔਰਤਾਂ ਜਿਹੜੀਆਂ ਨੇ ਉਹ ਮੇਕਅਪ ਕਰ ਸਕਦੀਆਂ ਨੇ। ਸੋ ਉਸ ਬਾਰੇ ਵੀ ਆਪਾਂ ਗੱਲ ਕਰਾਂਗੇ। ਤੇ ਸੌਰੀ, ਤੇ ਫਿਰ ਐਟ ਦੀ ਐਂਡ ਆਪਾਂ ਜਸਟ ਕਨਕਲੂਜਨ ਕਿ ਕਿੱਦਾਂ ਇਹ ਸਾਰੇ ਮੀਟਿੰਗ ਤੋਂ ਆਪਾਂ ਕੀ ਸਿੱਖਿਆ ਤੇ ਕੀ ਟੇਕ ਅਵੇ ਪੁਆਇੰਟਸ ਨੇ। ਤੇ ਐਟ ਦੀ ਐਂਡ ਇੱਕ ਛੋਟਾ ਜਿਹਾ ਸਰਵੇ ਹੋਏਗਾ ਜਸਟ 1 ਮਿੰਟ ਦਾ, ਉਹਦਾ ਲਿੰਕ ਮੈਂ ਚੈਟ ਦੇ ਵਿੱਚ ਪਾ ਦੇਵਾਂਗੀ ਤੇ ਤੁਸੀਂ ਪਲੀਜ਼ ਜੇ ਮਾਈਂਡ ਨਾ ਕਰੋ ਤੇ ਉਹ ਸਰਵੇ ਕੰਪਲੀਟ ਕਰ ਦਿਓ। ਇਟ ਰੀਅਲੀ ਹੈਲਪਸ ਕਿ ਮੈਨੂੰ ਸਮਝ ਆਉਂਦੀ ਹੈ ਕਿ ਜੋ ਸੈਸ਼ਨ ਦੇ ਵਿੱਚ ਪ੍ਰੈਜ਼ੈਂਟ ਕੀਤਾ ਉਹ ਇਨਫੋਰਮੇਸ਼ਨ ਕਿੰਨੀ ਕੁ ਤੁਹਾਡੇ ਵਾਸਤੇ ਫਾਇਦੇਮੰਦ ਸੀ, ਤੇ ਉਹ ਇਨਫੋਰਮੇਸ਼ਨ ਲੈ ਕੇ ਸਰਵੇ ਤੋਂ ਮੈਂ ਫਿਰ ਅਗਲੇ ਕਿਸੇ ਸੈਸ਼ਨ ਵਾਸਤੇ ਪ੍ਰਪੇਅਰ ਕਰਨੀ ਹੈ ਜੀ। ਸੋ ਇਹਦੇ ਤੋਂ ਆਪਾਂ ਹੁਣ ਅੱਗੇ ਸੈਸ਼ਨ ਦੇ ਵਿੱਚ ਸਟ੍ਰੇਟ ਜਾਂਦੇ ਹਾਂ ਜੀ। ਸੋ ਕੁਐਸਚਨ ਪਹਿਲਾਂ ਆ ਜਾਂਦਾ ਕਿ ਔਰਤਾਂ ਜਿਹੜੀਆਂ ਨੇ ਉਹ ਫੈਸ਼ਨ ਕਿਉਂ ਕਰਦੀਆਂ ਨੇ। ਠੀਕ ਹੈ ਜੀ, ਹੁਣ ਮੈਂ ਤੁਹਾਡੇ ਨਾਲ ਕਾਫੀਆਂ ਦੇ ਨਾਲ ਮੈਂ ਡੀਐਮਸ ਦੇ ਵਿੱਚ ਇੰਸਟਾਗ੍ਰਾਮ ਤੇ ਗੱਲ ਕੀਤੀ ਹੋਈ ਹੈ ਤੇ ਅਕਸਰ ਇਹ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਔਰਤਾਂ ਨੇ ਜਿਹੜੀਆਂ ਕੀ ਸਿੱਖ ਔਰਤਾਂ, ਅੰਮ੍ਰਿਤਧਾਰੀ ਔਰਤਾਂ ਜਾਂ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਵੀ ਛਕਿਆ ਪਰ ਉਹ ਸਿੱਖ ਨੇ, ਗੁਰੂ ਸਾਹਿਬ ਨੂੰ ਮੰਨਦੀਆਂ ਨੇ, ਕੀ ਉਹ ਫੈਸ਼ਨ ਕਰ ਸਕਦੀਆਂ ਨੇ, ਕੀ ਉਹ ਮੇਕਅਪ ਕਰ ਸਕਦੀਆਂ ਨੇ। ਤੇ ਮੇਰਾ ਪਹਿਲਾ ਸਵਾਲ ਉਹਨਾਂ ਨੂੰ ਇਹ ਹੁੰਦਾ ਹੈ ਕਿ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਸੀਂ ਕਰਨਾ ਕਿਉਂ ਹੈ ਮੇਕਅਪ। ਤੇ ਅਕਸਰ ਜਿਹੜਾ ਮੋਸਟ ਕਾਮਨ ਆਨਸਰ ਮੈਨੂੰ ਮਿਲਦਾ ਜੀ ਉਹ ਇਹ ਹੈ, ਮੈਮ ਸਾਰੇ ਹੀ ਕਰਦੀਆਂ ਨੇ ਦੀਦੀ, ਜਿਹਨੇ ਮੇਕਅਪ ਕੀਤਾ ਹੁੰਦਾ ਉਹ ਜ਼ਿਆਦਾ ਸੋਹਣੀ ਲੱਗਦੀ ਹੈ, ਸੋ ਮੇਰਾ ਵੀ ਦਿਲ ਕਰਦਾ ਮੇਕਅਪ ਕਰਨ ਨੂੰ। ਸੋ ਇਹ ਸਾਰਿਆਂ ਤੋਂ ਕਾਮਨ ਆਨਸਰ ਹੁੰਦਾ ਜੀ। ਤੇ ਸਾਡੀ ਸੋਸਾਇਟੀ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਇਹ ਗੱਲ ਜਿਹੜੀਆਂ ਨੇ ਬਹੁਤ ਪ੍ਰਚਲਿਤ ਹੋਈ ਹੈ ਕਿ ਔਰਤਾਂ ਜਿਹੜੀਆਂ ਨੇ ਉਹ ਸੱਜ ਧੱਜ ਕੇ ਰਹਿਣ, ਮੇਕਅਪ ਕਰਕੇ ਰੱਖਣ, ਐਨ ਵਧੀਆ ਕੱਪੜੇ ਪਾ ਕੇ ਰੱਖਣ, ਫੈਸ਼ਨੇਬਲ ਹੋਣ ਪੂਰੀਆਂ, ਤੇ ਫਿਰ ਉਹ ਜ਼ਿਆਦਾ ਸੋਹਣੀਆਂ ਲੱਗਦੀਆਂ ਨੇ। ਪਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਇਹ ਸਰੀਰ ਬਖਸ਼ਿਆ ਤੇ ਉਹਨੇ ਹਰ ਕਿਸੇ ਨੂੰ ਬਹੁਤ ਹੀ ਵਿਲੱਖਣ ਬਣਾਇਆ, ਬਹੁਤ ਯੂਨੀਕ ਬਣਾਇਆ। ਗੁਰਬਾਣੀ ਦਾ ਫਰਮਾਨ ਹੈ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਕਿ ਪਰਮਾਤਮਾ ਤੂੰ ਸਾਰਿਆਂ ਨੂੰ ਸਾਜਿਆ, ਸਵਾਰਿਆ ਤੇ ਸ਼ਿੰਗਾਰ ਕੇ ਭੇਜਿਆ ਹੈ। ਪਰ ਜਦੋਂ ਇਦਾਂ ਦੇ ਸਵਾਲ ਆਉਂਦੇ ਨੇ, ਇਦਾਂ ਦਾ ਸੋਸਾਇਟੀ ਦੇ ਵਿੱਚ ਚੱਲਦਾ ਦੇਖਦੇ ਆ, ਤੇ ਕਈ ਵਾਰੀ ਆਪਣੇ ਮਨ ਦੇ ਵਿੱਚ ਇਹ ਵਿਚਾਰ ਆਉਂਦਾ ਕਿ ਲੱਗਦਾ ਕਿ ਪਰਮਾਤਮਾ ਨੇ ਜਿੱਦਾਂ ਦਾ ਸਾਨੂੰ ਭੇਜਿਆ ਨਾ, ਆਪਾਂ ਉਹਦੇ ਤੋਂ ਖੁਸ਼ ਨਹੀਂ ਹੈਗੇ। ਇਸ ਕਰਕੇ ਆਪਾਂ ਕੋਸ਼ਿਸ਼ ਕਰਨੇ ਆ ਕਿ ਆਪਾਂ ਉਹਦੇ ਵਿੱਚ ਕੁਝ ਹੋਰ ਐਡ ਕਰ ਲਈਏ, ਕੋਈ ਮੇਕਅਪ ਕਰਕੇ ਆਪਾਂ ਹੋਰ ਸੋਹਣੇ ਲੱਗੀਏ, ਕਿਉਂਕਿ ਜਿਵੇਂ ਦਾ ਪਰਮਾਤਮਾ ਨੇ ਬਣਾਇਆ ਉਹ ਤਾਂ ਸਾਨੂੰ ਪਸੰਦ ਹੀ ਨਹੀਂ ਆ ਰਿਹਾ ਨਾ, ਇਸ ਕਰਕੇ ਆਪਾਂ ਮੇਕਅਪ ਕਰਨਾ ਚਾਹੁੰਦੇ ਆ। ਤੇ ਕਈ ਵਾਰੀ ਤਾਂ ਇਸ ਹੱਦ ਤੱਕ ਵੀ ਸੋਚਣੀ ਆ ਮੈਂ ਕਿ ਆਪਾਂ ਪਹਿਲਾਂ ਤਾਂ ਆਪ ਘਰੇ ਮੇਕਅਪ ਕਰਦੇ ਸੀ ਤੇ ਸਾਨੂੰ ਲੱਗਦਾ ਸੀ ਕਿ ਨਹੀਂ ਆਪਾਂ ਹੋਰ ਸੋਹਣੇ ਲੱਗਾਂਗੇ, ਤੇ ਹੁਣ ਟ੍ਰੈਂਡ ਇਹ ਚੱਲ ਰਿਹਾ ਕਿ ਆਪਣਾ ਕੀਤਾ ਮੇਕਅਪ ਵੀ ਨਹੀਂ ਪਸੰਦ ਤੇ ਆਪਾਂ ਪਾਰਲਰ ਤੇ ਜਾ ਕੇ ਮੇਕਅਪ ਕਰਾਉਂਦੇ ਆ ਕਿ ਉਹ ਵਾਲਾ ਜਿਹੜਾ ਪਾਰਲਰ ਹੈ ਨਾ ਉਹ ਜ਼ਿਆਦਾ ਵਧੀਆ ਮੇਕਅਪ ਕਰਦਾ, ਤੇ ਦੂਜੇ ਪਾਰਲਰ ਵਾਲੀ ਹੈ ਨਾ ਜਿਹੜੀ ਉਹ ਇੰਨਾ ਵਧੀਆ ਮੇਕਅਪ ਨਹੀਂ ਕਰਦੀ। ਸੋ ਪਹਿਲਾਂ ਪਰਮਾਤਮਾ ਤੇ ਭਰੋਸਾ ਨਹੀਂ ਸੀ ਕਿ ਉਹਨੇ ਸੋਹਣਾ ਬਣਾ ਕੇ ਭੇਜਿਆ, ਹੁਣ ਆਪਣੇ ਆਪ ਤੇ ਵੀ ਭਰੋਸਾ ਨਹੀਂ ਕਿ ਆਪਾਂ ਆਪਣੇ ਆਪ ਨੂੰ ਸੋਹਣਾ ਬਣਾਇਆ ਕਿ ਨਹੀਂ, ਤੇ ਆਪਾਂ ਇਸ ਕਰਕੇ ਪਾਰਲਰ ਤੱਕ ਜਾਂਦੇ ਆ। ਹੁਣ ਕੁਝ ਸਮਾਂ ਲਓ ਤੇ ਆਪਣੇ ਆਪ ਨੂੰ ਇਹ ਸਵਾਲ ਪੁੱਛੋ ਕਿ ਆਪਾਂ ਸੋਹਣਾ ਕਿਉਂ ਦਿਸਣਾ ਚਾਹੁੰਦੇ ਆ। ਕੀ ਇਸ ਕਰਕੇ ਤਾਂ ਕਿ ਦੂਜੇ ਸਾਨੂੰ ਪਸੰਦ ਕਰਨ, ਜਾਂ ਸਾਡਾ ਪਾਰਟਨਰ ਜਿਹੜਾ ਉਹ ਸਾਨੂੰ ਪਸੰਦ ਕਰੇ। ਤੇ ਨਾਲੇ ਇਹ ਮੈਟਰ ਹੀ ਕਿਉਂ ਕਰਦਾ ਹੈ ਕਿ ਦੂਜੇ ਸਾਡੇ ਬਾਰੇ ਕੀ ਸੋਚਦੇ ਨੇ। ਤੇ ਇਹ ਕਿਉਂ ਮੈਟਰ ਕਰਦਾ ਹੈ ਕਿ ਜਿੱਦਾਂ ਦੇ ਆਪਾਂ ਹੈਗੇ ਆ, ਆਪਾਂ ਉਦਾਂ ਦੇ ਆਪਣੇ ਆਪ ਨੂੰ ਪਸੰਦ ਨਹੀਂ, ਤੇ ਆਪਾਂ ਵੱਖਰਾ ਕਿਉਂ ਦਿਸਣਾ ਚਾਹੁੰਦੇ ਆ। ਕੀ ਇਹ ਸਾਰਾ ਕੁਝ ਇੰਨਾ ਜ਼ਰੂਰੀ ਹੈ ਕਿ ਆਪਾਂ ਪਰਮਾਤਮਾ ਨੂੰ ਹੀ ਭੁੱਲ ਗਏ ਹਾਂ? ਕੀ ਸਾਡੇ ਵਾਸਤੇ ਇਹ ਜ਼ਰੂਰੀ ਨਹੀਂ ਸੀ ਹੋਣਾ ਚਾਹੀਦਾ ਕਿ ਪਰਮਾਤਮਾ ਨੂੰ ਆਪਾਂ ਕਿੱਦਾਂ ਦੇ ਲੱਗਣੇ ਆ, ਪਰਮਾਤਮਾ ਸਾਨੂੰ ਕਿੱਦਾਂ ਦੇਖਦਾ ਹੈ, ਕਿਉਂਕਿ ਬਣਾਇਆ ਤਾਂ ਸਾਨੂੰ ਪਰਮਾਤਮਾ ਨੇ ਹੀ ਹੈ ਨਾ। ਹੁਣ ਥੋੜਾ ਜਿਹਾ ਆਪਾਂ ਇਸ ਟੌਪਿਕ ਨੂੰ ਹੋਰ ਜ਼ਿਆਦਾ ਇਸ ਤੇ ਗੱਲ ਕਰਨੇ ਆ, ਇਸ ਨੂੰ ਵਿਚਾਰਨੇ ਆ ਤੇ ਦੇਖਨੇ ਆ ਕਿ ਗੁਰਬਾਣੀ ਤੇ ਸਿੱਖ ਇਤਿਹਾਸ ਦੇ ਵਿੱਚ ਸਾਨੂੰ ਇਸ ਤੋਂ ਕੀ ਸਿੱਖਣ ਨੂੰ ਮਿਲਦਾ ਹੈ ਜੀ। ਕਿ ਜੀ ਹੁਣ ਆਪਾਂ ਗੱਲ ਕਰਾਂਗੇ ਲੁਕਸ ਵਰਸਸ ਕੈਰੈਕਟਰ। ਸੋ ਬਾਹਰੀ ਦਿੱਖ ਤੇ ਚਰਿੱਤਰ। ਆਪਾਂ ਇੰਨੇ ਕੁ ਜ਼ਿਆਦਾ ਸਾਡਾ ਫੋਕਸ ਬਣਿਆ ਹੋਇਆ ਨਾ ਸਾਡੀ ਦਿੱਖ ਤੇ ਕਿ ਆਪਾਂ ਕਿੱਦਾਂ ਦੇ ਲੱਗ ਰਹੇ ਹਾਂ, ਕੀ ਮੈਂ ਸੋਹਣੀ ਲੱਗ ਰਹੀ ਹਾਂ, ਇੰਨਾ ਕੌਨਸ਼ੀਅਸ ਹੋਇਆ ਹੈ ਨਾ ਆਪਾਂ ਕਿ ਹਰ ਟਾਈਮ ਬਸ ਸ਼ੀਸ਼ੇ ਜਿੱਥੇ ਜਾਈਏ ਨਾ ਸ਼ੀਸ਼ਾ ਦੇਖਣਾ ਕਿ ਮੈਂ ਸੋਹਣੀ ਲੱਗ ਰਹੀ ਹਾਂ, ਕਿਤੇ ਮੇਰਾ ਮੇਕਅਪ ਤੇ ਨਹੀਂ ਉਤਰ ਗਿਆ, ਕਿਤੇ ਮੇਰਾ ਟਿੱਕਾ ਟੇਢਾ ਤਾਂ ਨਹੀਂ ਜਾ ਰਿਹਾ। ਇਹਨਾਂ ਚੀਜ਼ਾਂ ਆਪਣੀ ਬਾਹਰੀ ਦਿੱਖ ਵੱਲ ਆਪਾਂ ਇੰਨਾ ਜ਼ਿਆਦਾ ਫੋਕਸ ਕੀਤਾ ਹੋਇਆ ਨਾ ਕਿ ਇਹ ਭੁੱਲੇ ਹੀ ਬੈਠੇ ਆ ਕਿ ਅਸਲ ਦੇ ਵਿੱਚ ਜਿਹੜੀ ਚੀਜ਼ ਮੈਟਰ ਕਰਦੀ ਹੈ ਉਹ ਹੈ ਸਾਡਾ ਚਰਿੱਤਰ, ਸਾਡਾ ਕੈਰੈਕਟਰ ਕਿੱਦਾਂ ਦਾ ਹੈ। ਇੱਦਾਂ ਦੀ ਬਾਹਰੀ ਸੁਹੱਪਣ ਦਾ ਕੀ ਫਾਇਦਾ ਹੈ ਜੇ
ਜੇ ਸਾਡੀ ਆਤਮਾ ਜਿਹੜੀ ਹੈ, ਜਿਹੜੀ ਸਾਡੀ ਸੋਲ ਹੈ, ਜੇ ਉਹੀ ਸਾਫ਼ ਨਹੀਂ ਹੈਗੀ, ਜੇ ਉਹ ਸੋਹਣੀ ਨਹੀਂ ਹੈਗੀ, ਤੇ ਫਿਰ ਏਦਾਂ ਦੀ ਬਾਹਰੀ ਦਿਖਾਵਟ ਵਾਲੀ ਸੁਹੱਪਣ ਨੂੰ ਵੀ ਆਪਾਂ ਕੀ ਕਰਨਾ ਹੈ। ਤੇ ਹੁਣ ਗੱਲ ਕਰੀਏ ਕਿ ਇਹ ਜਿਹੜੀ ਆਤਮਾ ਹੈ, ਜਿਹੜੀ ਸੁਰਤ ਹੈ, ਸੋਲ ਹੈ ਸਾਡੀ, ਆਪਾਂ ਉਹਨੂੰ ਸੋਹਣਾ ਕਿੱਦਾਂ ਬਣਾ ਸਕਦੇ ਹਾਂ। ਉਹ ਸੋਹਣੀ ਬਣਨੀ ਹੈ ਜੀ ਪਰਮਾਤਮਾ ਦੇ ਨਾਮ ਦੇ ਵਿੱਚ ਜਦੋਂ ਆਪਾਂ ਰੱਤੇ ਗਏ ਨਾ, ਫਿਰ ਉਹ ਸੋਹਣੀ ਬਣਨੀ ਹੈ। ਗੁਰਬਾਣੀ ਦਾ ਫਰਮਾਨ ਹੈ ਜੀ, ਹਰ ਕਾ ਨਾਮ ਹਿਰਦੈ ਵਸਾਏ, ਐਸਾ ਕਰੇ ਸ਼ਿੰਗਾਰੋ। ਮਤਲਬ ਕਿ ਸ਼ਿੰਗਾਰ ਮੇਕਅਪ ਉਹ ਕਰੋ ਕਿ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਤੁਹਾਡੇ ਹਿਰਦੇ ਦੇ ਵਿੱਚ ਵਸਿਆ ਹੋਵੇ, ਤੇ ਉਹ ਪਰਮਾਤਮਾ ਦਾ ਨਾਮ ਤੁਹਾਡੀ ਆਤਮਾ ਨੂੰ, ਤੁਹਾਡੀ ਸੋਲ ਨੂੰ ਸੋਹਣਾ ਬਣਾਏ, ਤੇ ਫਿਰ ਬਾਹਰ ਜਿਹੜਾ ਸੁਹੱਪਣ ਹੈ ਨਾ, ਉਹ ਆਪੇ ਵੱਧ ਜਾਏਗਾ। ਹੁਣ ਇੱਕ ਸੈਕਿੰਡ ਲੈ ਕੇ ਇੱਕ ਵਾਰੀ ਫਿਰ ਆਪਣੇ ਆਪ ਨੂੰ ਪੁੱਛੋ ਕਿ ਕੀ ਸੱਚ ਦੇ ਵਿੱਚ ਆਪਾਂ, ਜਾਂ ਤੁਸੀਂ ਆਪਣੇ ਆਪ ਨੂੰ ਪੁੱਛ ਰਹੇ ਹੋ ਕਿ ਕੀ ਮੈਂ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਰਤੀ ਹੋਈ ਹਾਂ? ਕੀ ਮੈਂ ਉਸ ਪਰਮਾਤਮਾ ਨੂੰ ਆਪਣੇ ਅੰਦਰ ਲੱਭ ਲਿਆ ਹੈ? ਕਿਉਂਕਿ ਪਰਮਾਤਮਾ ਵਸਦਾ ਤਾਂ ਹਰ ਇਨਸਾਨ ਦੇ ਵਿੱਚ ਹੈ, ਮੇਰੇ ਅੰਦਰ ਹੈ, ਤੁਹਾਡੇ ਅੰਦਰ ਹੈ, ਸਾਰਿਆਂ ਦੇ ਅੰਦਰ ਹੈ। ਕੀ ਆਪਾਂ ਉਸ ਪਰਮਾਤਮਾ ਨੂੰ ਆਪਣੇ ਅੰਦਰ ਲੱਭ ਲਿਆ ਹੈ? ਜੇ ਆਪਾਂ ਕਹਿੰਦੇ ਆ ਕਿ ਆਪਾਂ ਗੁਰੂ ਦੇ ਸਿੱਖ ਹਾਂ, ਤੇ ਫਿਰ ਸਾਨੂੰ ਇਹ ਵੀ ਤਾਂ ਸੁਣਨਾ ਚਾਹੀਦਾ ਹੈ ਨਾ, ਮੰਨਣਾ ਚਾਹੀਦਾ ਕਿ ਉਹ ਪਰਮਾਤਮਾ ਕਹਿ ਕੀ ਰਿਹਾ ਹੈ। ਤੇ ਉਹਨੇ ਤਾਂ ਬਹੁਤ ਹੀ ਸਾਫ਼ ਦੱਸਿਆ ਹੈ ਕਿ ਕਿੱਦਾਂ ਦਾ ਸ਼ਿੰਗਾਰ ਕਰਨਾ ਹੈ। ਪਰ ਕੀ ਆਪਾਂ ਇਹ ਗੱਲ ਮੰਨ ਰਹੇ ਹਾਂ? ਕਿਉਂਕਿ ਗੁਰਬਾਣੀ ਦਾ ਫਰਮਾਨ ਇੱਕ ਵਾਰ ਫੇਰ ਹੈ ਜੀ, ਹਰ ਕਾ ਨਾਮ ਹਿਰਦੈ ਵਸਾਏ, ਐਸਾ ਕਰੇ ਸ਼ਿੰਗਾਰੋ। ਇਦਾਂ ਦਾ ਸ਼ਿੰਗਾਰ ਕਰਨਾ ਹੈ ਕਿ ਪਰਮਾਤਮਾ ਦਾ ਨਾਮ ਸਾਡੇ ਅੰਦਰ ਵਸਿਆ ਹੋਵੇ। ਹੁਣ ਜੀ ਆਪਾਂ ਗੱਲ ਕਰੀਏ ਜੀ ਸਿੱਖ ਇਤਿਹਾਸ ਦੀ, ਤੇ ਦੇਖਦੇ ਹਾਂ ਕਿ ਸਿੱਖ ਇਤਿਹਾਸ ਤੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਜੀ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਨੇ ਆ ਜੀ ਮਾਤਾ ਭਾਗ ਕੌਰ ਜੀ ਦੀ, ਜਿਨ੍ਹਾਂ ਨੂੰ ਮਾਈ ਭਾਗੋ ਕਰਕੇ ਵੀ ਜਾਣਿਆ ਜਾਂਦਾ ਹੈ। ਤੇ ਮੈਨੂੰ ਲੱਗਦਾ ਇੱਥੇ ਤਕਰੀਬਨ ਸਾਰਿਆਂ ਨੇ ਹੀ ਮਾਈ ਭਾਗੋ ਜਾਂ ਮਾਤਾ ਭਾਗ ਕੌਰ ਜੀ ਬਾਰੇ ਸੁਣਿਆ ਹੋਵੇਗਾ। ਕਈ ਇਤਿਹਾਸਕਾਰ ਨੇ ਜਿਹੜੇ ਉਹ ਇਹ ਗੱਲ ਕਹਿੰਦੇ ਨੇ ਕਿ ਜਦੋਂ ਸਿੰਘ ਨੇ ਜਿਹੜੇ ਉਹ ਮੈਦਾਨ ਤੇ ਜੰਗ ਦੇ ਵਿੱਚੋਂ ਘਰ ਵਾਪਸ ਆ ਗਏ, ਤੇ ਮਾਈ ਭਾਗੋ ਨੇ, ਮਾਤਾ ਭਾਗ ਕੌਰ ਜੀ ਨੇ, ਤੇ ਹੋਰ ਔਰਤਾਂ ਸੀ ਜਿਹੜੀਆਂ, ਉਹਨਾਂ ਨੇ ਆਪਣੀਆਂ ਚੂੜੀਆਂ ਉਹਨਾਂ ਸਿੰਘਾਂ ਤੇ ਸੁੱਟੀਆਂ, ਤੇ ਕਹਿੰਦੇ ਕਿ ਜੇ ਤੁਸੀਂ ਆਪਣੇ ਗੁਰੂ ਤੋਂ ਵੇਮੁਖ ਹੋ ਕੇ ਆਏ ਹੋ ਨਾ, ਤੇ ਆ ਚੂੜੀਆਂ ਪਾ ਕੇ ਘਰ ਬੈਠ ਜਾਓ, ਕਿਉਂਕਿ ਤੁਹਾਡੇ ਵੱਸ ਦੀ ਇਹ ਗੱਲ ਨਹੀਂ। ਤੇ ਕਈ ਇਤਿਹਾਸਕਾਰ ਇਹ ਵੀ ਕਹਿੰਦੇ ਨੇ ਕਿ ਸਿੰਘ ਕਦੀ ਵਾਪਸ ਮੁੜੇ ਹੀ ਨਹੀਂ ਸੀ। ਸੋ ਜੇ ਆਪਾਂ ਉਹ ਗੱਲ ਨੂੰ ਦੇਖੀਏ ਤਾਂ ਫਿਰ ਇਹ ਚੂੜੀਆਂ ਵਾਲੀ ਗੱਲ ਹੋਈ ਨਹੀਂ ਹੋਏਗੀ। ਪਰ ਆਪਾਂ ਉਸ ਡੀਟੇਲ ਦੇ ਵਿੱਚ ਨਹੀਂ ਜਾਣਾ ਇਸ ਟਾਈਮ। ਜੇ ਤੁਹਾਨੂੰ ਉਹ ਡੀਟੇਲ ਚਾਹੀਦੀ ਹੈ ਤੇ ਮੈਂ ਵੀਡੀਓ ਵੀ ਪੋਸਟ ਕੀਤੀ ਹੋਈ ਹੈ ਮਾਤਾ ਭਾਗ ਕੌਰ ਜੀ ਤੇ, ਤੁਸੀਂ ਇੰਸਟਾਗ੍ਰਾਮ ਚੈਨਲ ਜਾਂ ਕਿਸੇ ਵੀ ਸੋਸ਼ਲ ਮੀਡੀਆ ਦੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ। ਅੱਜ ਇਹ ਗੱਲ ਮੈਂ ਮਾਤਾ ਭਾਗ ਕੌਰ ਜੀ ਤਾਂ ਕਰ ਰਹੀ ਕਿਉਂਕਿ ਆਪਾਂ ਇਹ ਮੈਟਾਫੋਰ, ਇਸ ਨੂੰ ਸੰਦਰਭ ਦੇ ਵਿੱਚ ਲੈਣਾ ਕਿ ਚੂੜੀਆਂ ਸੁੱਟੀਆਂ, ਚੂੜੀਆਂ ਦਿੱਤੀਆਂ ਕਿਉਂ? ਕਿਉਂਕਿ ਸੋਚ ਇਹ ਹੈ ਕਿ ਜਿਹੜਾ ਚੂੜੀਆਂ ਪਾਉਂਦਾ ਹੈ ਉਹ ਕਮਜ਼ੋਰ ਹੈ, ਉਹ ਇਸ ਲਾਇਕ ਨਹੀਂ ਹੈਗਾ ਕਿ ਉਹ, ਜਾਂ ਉਹ ਇਸ ਕਾਬਿਲ ਨਹੀਂ ਹੈਗਾ ਕਿ ਉਹ ਜ਼ਿੰਦਗੀ ਦੇ ਜਿਹੜੀਆਂ ਚੁਣੌਤੀਆਂ ਆਉਂਦੀਆਂ ਨੇ ਨਾ, ਉਹ ਉਹਨਾਂ ਦਾ ਸਾਹਮਣਾ ਕਰ ਸਕੇ। ਉਹ ਇੰਨਾ ਕਮਜ਼ੋਰ ਹੈ, ਇਸ ਕਰਕੇ ਚੂੜੀਆਂ ਦਿੱਤੀਆਂ ਨੇ। ਹੁਣ ਜ਼ਰਾ ਸੋਚ ਕੇ ਦੇਖੋ ਕਿ ਕੀ ਆਪਾਂ ਕਮਜ਼ੋਰ ਹਾਂ? ਆਪਾਂ ਤਾਂ ਆਪਣੇ ਸ਼ੌਂਕ ਨਾਲ ਚੂੜੀਆਂ ਪਾਉਂਦੇ ਹਾਂ, ਤੇ ਜੇ ਚੂੜੀਆਂ ਪਾਉਣ ਵਾਲਾ ਕਮਜ਼ੋਰ ਹੈ, ਤੇ ਕੀ ਆਪਾਂ ਕਮਜ਼ੋਰ ਹੋ ਗਏ ਕਿਉਂਕਿ ਆਪਾਂ ਚੂੜੀਆਂ ਪਾਉਂਦੇ ਹਾਂ? ਤੇ ਕੀ ਆਪਾਂ ਕਮਜ਼ੋਰ ਦਿਸਣਾ ਚਾਹੁੰਦੇ ਹਾਂ, ਜਾਂ ਆਪਾਂ ਬਹਾਦਰ ਦਿਸਣਾ ਚਾਹੁੰਦੇ ਹਾਂ ਕਿ ਸਾਨੂੰ ਦੁਨੀਆ ਦੀ ਪਰਵਾਹ ਨਹੀਂ, ਆਪਾਂ ਜਾ ਕੇ ਜਿਹੜਾ ਮਰਜ਼ੀ ਸੰਕਟ ਆਵੇ, ਕੋਈ ਮੁਸ਼ਕਿਲ ਆਵੇ, ਆਪਾਂ ਉਹਦਾ ਸਾਹਮਣਾ ਕਰ ਸਕਦੇ ਹਾਂ? ਕਿਉਂਕਿ ਸਾਡਾ ਧਿਆਨ ਤਾਂ ਇਸ ਗੱਲ ਵੱਲ ਹੈ ਨਾ ਕਿ ਜੇ ਮੇਰਾ ਸੂਟ ਹਰਾ ਤੇ 골ਡਨ ਹੈ ਨਾ, ਤੇ ਮੇਰੀਆਂ ਚੂੜੀਆਂ ਵੀ ਹਰੀਆਂ ਜਾਂ 골ਡਨ ਹੀ ਹੋਣੀਆਂ ਚਾਹੀਦੀਆਂ। ਜੇ ਮੈਚਿੰਗ ਨਾ ਕੀਤੀਆਂ ਤਾਂ ਸੋਹਣੀਆਂ ਨਹੀਂ ਲੱਗਣੀਆਂ। ਪਰ ਕੀ ਆਪਾਂ ਆਪਣੇ ਆਪ ਨੂੰ ਫਿਰ ਕਮਜ਼ੋਰ ਦੱਸ ਰਹੇ ਹਾਂ ਉੱਥੇ? ਸੋ ਇਸ ਚੀਜ਼ ਨੂੰ ਸੋਚ ਕੇ ਦੇਖਿਓ ਜੀ। ਦੂਜੀ ਆਪਾਂ ਗੱਲ ਕਰਨੀ ਹੈ ਜੀ ਮਾਤਾ ਗੰਗਾ ਜੀ ਦੀ। ਮਾਤਾ ਗੰਗਾ ਜੀ ਨੇ ਜਿਹੜੇ, ਉਹ ਗੁਰੂ ਅਰਜਨ ਦੇਵ ਜੀ ਦੇ ਸੁਪਤਨੀ ਸੀ। ਅਗੇਨ ਕਾਫੀਆਂ ਨੇ ਇਸ ਸਾਖੀ ਬਾਰੇ ਸੁਣਿਆ ਹੋਏਗਾ, ਜੇ ਨਹੀਂ ਸੁਣਿਆ ਤੇ ਸਾਖੀ ਦੀ ਡੀਟੇਲ ਜਿਹੜੀ ਹੈ ਮੈਂ ਆਪਣੇ ਚੈਨਲ ਤੇ ਪੋਸਟ ਕੀਤੀ ਹੈ, ਤੁਸੀਂ ਉੱਥੇ ਵੀ ਦੇਖ ਸਕਦੇ ਹੋ। ਜਦੋਂ ਮਾਤਾ ਗੰਗਾ ਜੀ ਦਾ ਵਿਆਹ ਗੁਰੂ ਅਰਜਨ ਦੇਵ ਜੀ ਨਾਲ ਹੋਇਆ ਤੇ ਉਹਨਾਂ ਦੇ ਕੋਈ ਸੰਤਾਨ ਨਹੀਂ ਸੀ ਹੋਈ, ਸੋ ਉਹ ਬਾਬਾ ਬੁੱਢਾ ਜੀ ਦੇ ਕੋਲ ਗਏ ਸੀ ਕਿ ਔਲਾਦ ਦੀ ਦਾਤ ਮੰਗਣ। ਜਦੋਂ ਉਹ ਪਹਿਲੀ ਵਾਰੀ ਬਾਬਾ ਬੁੱਢਾ ਜੀ ਕੋਲ ਗਏ ਨਾ, ਤੇ ਉਸ ਆਪਣੇ ਰੱਥ ਤੇ ਬੈਠ ਕੇ, ਗੁਰੂ ਦੀ ਪਤਨੀ ਸੀ ਨਾ, ਰੱਥ ਤੇ ਬੈਠ ਕੇ ਸਾਰੇ ਨੌਕਰ ਚਾਕਰ ਨਾਲ ਲੈ ਕੇ ਤੇ ਆਪਣੀ ਰੋਟੀ ਪਾਣੀ ਲੈ ਕੇ ਗਏ ਬਾਬਾ ਬੁੱਢਾ ਜੀ ਵਾਸਤੇ। ਪਰ ਉਸ ਦਿਨ ਬਾਬਾ ਬੁੱਢਾ ਜੀ ਨੇ ਕੋਈ ਪ੍ਰਸ਼ਾਦਾ ਨਹੀਂ ਛਕਿਆ, ਮਾਤਾ ਗੰਗਾ ਜੀ ਦੀ ਗੱਲ ਤੱਕ ਨਹੀਂ ਸੁਣੀ। ਫਿਰ ਗੁਰੂ ਸਾਹਿਬ ਨੇ ਮਾਤਾ ਗੰਗਾ ਜੀ ਨੂੰ ਸਮਝਾਇਆ, ਕਹਿਣ ਲੱਗੇ ਕਿ ਗੰਗਾ ਜੀ, ਜਦੋਂ ਕਿਸੇ ਤੋਂ ਕੁਝ ਮੰਗਣ ਜਾਈਏ ਨਾ, ਤੇ ਆਪਣਾ ਰੁਤਬਾ ਉੱਚਾ ਕਰਕੇ ਨਹੀਂ, ਭਿਖਾਰੀ ਬਣ ਕੇ ਜਾਈਦਾ, ਕਿਉਂਕਿ ਤੁਸੀਂ ਮੰਗਣ ਜਾ ਰਹੇ ਹੋ। ਸੋ ਇਹ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਗੁਰੂ ਦੀ ਪਤਨੀ ਹੋ, ਜਾਂ ਤੁਸੀਂ ਕੋਈ ਰਾਇਲ ਪ੍ਰਿੰਸੈਸ ਹੋ, ਜਾਂ ਜੋ ਵੀ ਹੋ, ਤੁਸੀਂ ਕੋਈ ਰਾਇਲਟੀ ਹੈ ਜਾਂ ਬੜੇ ਪੈਸੇ ਵਾਲੇ ਹੋ। ਜਦੋਂ ਗੁਰੂ ਦੇ ਦਰ ਤੇ ਮੰਗਣ ਜਾਣਾ ਹੈ ਨਾ, ਜਾਂ ਕਿਸੇ ਕੋਲੋਂ ਵੀ ਕੁਝ ਮੰਗਣ ਜਾਣਾ, ਤੇ ਨੀਵੇਂ ਹੋ ਕੇ ਮੰਗਣਾ ਪੈਂਦਾ। ਮਾਤਾ ਗੰਗਾ ਜੀ ਜਿਹੜੇ ਨੇ ਬਹੁਤ ਸਿਆਣੇ ਸੀ, ਉਹਨਾਂ ਨੇ ਗੱਲ ਸਮਝ ਲਈ। ਫਿਰ ਅਗਲੀ ਵਾਰੀ ਉਹਨਾਂ ਨੇ ਆਪਣੇ ਹੱਥੀਂ ਪ੍ਰਸ਼ਾਦਾ ਬਣਾਇਆ, ਪੈਦਲ ਨੰਗੇ ਪੈਰੀ ਚੱਲ ਕੇ ਬਾਬਾ ਬੁੱਢਾ ਜੀ ਦੇ ਕੋਲ ਗਏ,
ਤੇ ਉਸ ਦਿਨ ਬਾਬਾ ਬੁੱਢਾ ਜੀ ਨੇ ਉਹਨਾਂ ਦੀ ਗੱਲ ਵੀ ਸੁਣੀ ਤੇ ਉਹਨਾਂ ਨੂੰ ਦਾਤ ਵੀ ਬਖਸ਼ੀ ਕਿ ਤੁਹਾਡੀ ਕੁੱਖੋਂ ਜਿਹੜਾ ਉਹ ਐਸਾ ਯੋਧਾ ਪੈਦਾ ਹੋਏਗਾ ਜਿੱਦਾਂ ਮੈਂ ਗੰਡਾ ਭੰਨ ਰਿਹਾ ਹਾਂ। ਸੋ ਆਪਾਂ ਹੁਣ ਅੱਜ ਦੀ ਪ੍ਰੈਜ਼ੈਂਟ ਸੋਸਾਇਟੀ ਦੇ ਵਿੱਚ ਆਈਏ, ਜਦੋਂ ਆਪਣਾ ਵਿਆਹ ਹੋਣਾ ਹੋਵੇ ਨਾ ਕੁੜੀਆਂ ਦਾ, ਤੇ ਇੰਨਾ ਟਾਈਮ ਲੱਗਦਾ ਹੈ ਨਾ ਕਿ ਸਾਰਿਆਂ ਤੋਂ ਵਧੀਆ ਡਰੈਸ ਪਾਈ ਹੋਣੀ ਚਾਹੀਦੀ ਹੈ, ਇੱਕਦਮ ਪ੍ਰਿੰਸੈਸ ਵਾਂਗੂ ਮੈਂ ਲੱਗਣੀ ਚਾਹੀਦੀ ਹਾਂ, ਤੇ ਭਾਰੇ ਕੱਪੜੇ ਪਾਏ ਹੋਣ, ਰੱਜ ਕੇ ਪਾਰਲਰ ਤੋਂ ਇੱਕਦਮ ਵਧੀਆ ਮੇਕਅਪ ਕੀਤਾ ਹੋਵੇ, ਸੋਹਣਾ ਜੂੜਾ ਪਾਰਲਰ ਵਾਲੀ ਨੇ ਬਣਾਇਆ ਹੋਵੇ, ਫਿਰ ਭਾਵੇਂ ਸਿਰ ਅੱਧਾ ਨੰਗਾ ਹੀ ਕਿਉਂ ਨਾ ਹੋਵੇ, ਜਦੋਂ ਗੁਰੂ ਦੇ ਦਰ ਤੇ ਜਾਣਾ। ਤੇ ਜਾਂ ਆਪਾਂ ਗੁਰੂ ਦੇ ਦਰ ਤੇ ਕਿਉਂ ਰਹੇ ਹਾਂ ਜੀ? ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ, ਗੁਰੂ ਸਾਹਿਬ ਦੇ ਹਜ਼ੂਰੀ ਦੇ ਵਿੱਚ ਆਨੰਦ ਕਾਰਜ ਕਰਵਾਉਣ ਤੇ ਅਰਦਾਸ ਕਰਨ ਕਿ ਸੱਚੇ ਪਾਤਸ਼ਾਹ ਅੱਗੇ ਇੱਕ ਸੁਖੀ ਜੀਵਨ ਬਖਸ਼ੋ। ਹੁਣ ਮਾਤਾ ਗੰਗਾ ਜੀ ਬਾਰੇ ਸੋਚੋ, ਉਹ ਗੁਰੂ ਦੇ ਪਤਨੀ ਸੀ, ਜੇ ਉਹ ਆਪਣੇ ਰੁਤਬੇ ਨੂੰ ਵੱਡਾ ਰੱਖ ਕੇ ਜਦੋਂ ਗਏ ਤੇ ਇੱਕ ਗੁਰਸਿੱਖ ਨੇ ਉਹਨਾਂ ਦੀ ਗੱਲ ਨਹੀਂ ਸੁਣੀ, ਤੇ ਜਦੋਂ ਆਪਾਂ ਆਪਣੇ ਆਪ ਨੂੰ ਪੂਰਾ ਐਨ ਟੌਰ ਵਾਲਾ ਸਮਝ ਕੇ ਹਨਾ ਕਿ ਜਾ ਕੇ ਅੱਛਾ ਮੱਥਾ ਵੀ ਨਹੀਂ ਟੇਕਣਾ, ਮੇਰੀ ਚੋਲੀ ਉੱਤੇ ਹੋ ਜਾਣੀ ਹੈ ਤੇ ਮੇਰਾ ਲਹਿੰਗਾ ਜਿਹੜਾ ਉਹ ਭਾਰਾ ਹੈ, ਮੱਥਾ ਨਹੀਂ ਟੇਕਿਆ ਜਾਂਦਾ, ਸਿਰ ਮੇਰਾ ਅੱਧਾ ਢਕਿਆ, ਜੇ ਮੈਂ ਪੂਰਾ ਢੱਕ ਲਿਆ ਤੇ ਮੇਰਾ ਜੂੜਾ ਖਰਾਬ ਹੋ ਜਾਣਾ, ਮੈਂ ਇੰਨੇ ਪੈਸੇ ਲਾ ਕੇ ਪਾਰਲਰ ਤੋਂ ਜੂੜਾ ਸੋਹਣਾ ਬਣਾਇਆ। ਸਾਡਾ ਧਿਆਨ ਤਾਂ ਇਸ ਚੀਜ਼ ਵੱਲ ਹੈ ਕਿ ਕਿਤੇ ਮੇਰੀ ਡਰੈਸ ਜਾਂ ਮੇਰਾ ਮੇਕਅਪ ਖਰਾਬ ਨਾ ਹੋ ਜੇ। ਤੇ ਜਦੋਂ ਮਨ ਦੇ ਵਿੱਚ ਜਿਹੜੀ ਹੈ, ਸੁਰਤ ਦੇ ਵਿੱਚ ਗੱਲ ਇਹ ਚੱਲ ਰਹੀ ਹੈ ਕਿ ਮੇਰਾ ਮੇਕਅਪ ਜਾਂ ਡਰੈਸ ਨਾ ਖਰਾਬ ਹੋ ਜਾਵੇ, ਤੇ ਆਪਾਂ ਗੁਰੂ ਤੋਂ ਅਸੀਸਾਂ ਤਾਂ ਕਿੱਥੇ ਲੈਣੀਆਂ ਪਿਆਰਿਓ। ਸੋ ਇਹ ਸੋਚੋ ਕਿ ਜਿੱਦਾਂ ਦੇ ਤੁਸੀਂ ਦਿਖ ਰਹੇ ਹੋ, ਕੀ ਤੁਹਾਡੀ ਦਿੱਖ, ਤੁਹਾਡੀਆਂ ਲੁੱਕਸ ਜ਼ਿਆਦਾ ਮੈਟਰ ਕਰਦੀਆਂ ਨੇ, ਜਾਂ ਮੈਟਰ ਇਹ ਚੀਜ਼ ਕਰਦੀ ਹੈ ਕਿ ਜਦੋਂ ਮੈਂ ਗੁਰੂ ਦੇ ਦਰ ਤੇ ਜਾ ਕੇ ਆਨੰਦ ਕਾਰਜ ਕਰਨਾ ਹੈ ਨਾ, ਆਨੰਦ ਕਾਰਜ ਉੱਥੇ ਹੋਣਾ ਹੈ, ਤੇ ਮੇਰੇ ਵਾਸਤੇ ਜ਼ਿਆਦਾ ਜ਼ਰੂਰੀ ਕੀ ਹੈ? ਗੁਰੂ ਦੀਆਂ ਅਸੀਸਾਂ ਲੈਣੀਆਂ, ਗੁਰੂ ਦੀ ਬਖਸ਼ਿਸ਼ ਲੈਣੀ, ਜਾਂ ਫਿਰ ਮੇਰਾ ਪਾਰਲਰ ਦਾ ਕੀਤਾ ਮੇਕਅਪ, ਜਾਂ ਮੇਰੀ ਲੱਖ ਦੀਆਂ 60,000 ਜਾਂ ਜਿੰਨੇ ਦੀ ਵੀ ਤੁਹਾਡੀ ਡਰੈਸ ਹੈ ਜਾਂ ਸੂਟ ਹੈ, ਉਹ ਮੈਟਰ ਕਰਦਾ। ਸੋ ਇਸ ਗੱਲ ਨੂੰ ਬਹੁਤ ਡੂੰਘੇ ਤੌਰ ਤੇ ਵਿਚਾਰਨ ਦੀ ਲੋੜ ਹੈ ਕਿ ਆਪਾਂ ਦੁਨੀਆ ਦੇ ਪਿੱਛੇ ਲੱਗ ਕੇ, ਜੋ ਦੁਨੀਆ ਕਹਿ ਰਹੀ ਹੈ ਜਾਂ ਜੋ ਦੁਨੀਆ ਚਾਹੁੰਦੀ ਹੈ ਕਿ ਆਪਾਂ ਲੱਗੀਏ ਜਿੱਦਾਂ ਦੇ, ਆਪਾਂ ਉਦਾਂ ਦੇ ਬਣਨ ਦੇ ਵਿੱਚ ਹੀ ਸਾਰਾ ਟਾਈਮ ਲਾਈ ਜਾ ਰਹੇ ਹਾਂ। ਆਪਾਂ ਇਹ ਸੋਚ ਹੀ ਨਹੀਂ ਰਹੇ ਕਿ ਗੁਰੂ ਨੇ ਸਾਨੂੰ ਕੀ ਕਿਹਾ ਹੈ ਤੇ ਆਪਾਂ ਗੁਰੂ ਦੇ ਕਹੇ ਦੇ ਅਨੁਸਾਰ ਚੱਲੀਏ। ਸੋ ਹੁਣ ਆਪਾਂ ਦੇਖੀਏ ਕਿ ਸਿੱਖ ਔਰਤਾਂ ਜਿਹੜੀਆਂ ਨੇ ਉਹ ਕਿਹੜਾ ਮੇਕਅਪ ਕਰ ਸਕਦੀਆਂ ਨੇ, ਗੁਰੂ ਸਾਹਿਬ ਕੀ ਕਹਿੰਦੇ ਨੇ ਕਿ ਸਿੱਖ ਔਰਤਾਂ ਕਿੱਦਾਂ ਦਾ ਮੇਕਅਪ ਕਰ ਸਕਦੀਆਂ ਨੇ। ਸੋ ਗੁਰਬਾਣੀ ਦਾ ਫਰਮਾਨ ਹੈ ਜੀ, ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ। ਸੋ ਇਦਾਂ ਦਾ ਸ਼ਿੰਗਾਰ ਬਣਾਉਣਾ ਹੈ, ਜਦੋਂ ਆਪਾਂ ਇਦਾਂ ਦਾ ਸ਼ਿੰਗਾਰ, ਇਹ ਕੁਆਲਿਟੀਆਂ ਜਿਹੜੀਆਂ ਨੇ ਸਤ ਸੰਤੋਖ ਦਇਆ ਤੇ ਧਰਮ, ਜਦੋਂ ਇਹ ਚਾਰੇ ਗੁਣ ਆਪਾਂ ਅਪਣਾ ਲਏ ਤੇ ਇਹਨਾਂ ਦੇ ਨਾਲ ਆਪਣੇ ਆਪ ਨੂੰ ਸ਼ਿੰਗਾਰਿਆ, ਮੇਕਅਪ ਇਹਨਾਂ ਚੀਜ਼ਾਂ ਦਾ ਕੀਤਾ, ਫਿਰ ਗੁਰੂ ਸਾਹਿਬ ਖੁਸ਼ ਹੁੰਦੇ ਨੇ। ਹੁਣ ਆਪਾਂ ਇਹਨਾਂ ਤੇ ਥੋੜੀ ਹੋਰ ਗੱਲ ਕਰੀਏ ਜੀ। ਕਹਿਣਗੇ ਕਿ ਠੀਕ ਹੈ, ਸੱਤ ਕੀ ਆ? ਸੱਤ ਮਤਲਬ ਕਿ ਸੱਚ ਬੋਲਣਾ ਹੈ ਤੇ ਸੱਚ ਦੇ ਨਾਲ ਹੀ ਖੜਨਾ ਹੈ। ਸੋ ਸੱਚ ਬੋਲਣਾ ਹੈ ਤੇ ਸੱਚ ਦੇ ਨਾਲ ਖੜਨਾ ਹੈ। ਸੋ ਭਾਵੇਂ ਕੋਈ ਕੁਝ ਵੀ ਕਵੇ ਜਾਂ ਕੋਈ ਤੁਹਾਡੇ ਤੋਂ ਜਿੱਦਾਂ ਦੀ ਮਰਜ਼ੀ ਉਮੀਦ ਲਾਏ, ਪਰ ਜੇ ਤੁਹਾਨੂੰ ਪਤਾ ਹੈ ਕਿ ਇਹ ਗਲਤ ਗੱਲ ਹੈ ਤੇ ਉਸ ਦਾ ਸਾਥ ਨਹੀਂ ਦੇਣਾ। ਸੋ ਇੱਕ ਐਗਜ਼ਾਮਪਲ ਲੈਂਦੇ ਆ ਜੀ। ਵਿਆਹ ਤੋਂ ਪਹਿਲਾਂ ਲੈਟਸ ਸੇ ਕਿ ਕੁੜੀ ਜਿਹੜੀ ਆ ਉਹਦਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਜੀ ਤੇ ਆ, ਤੇ ਉਹ ਇਹ ਮੰਨਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਹੀ ਅਸਲ ਗੁਰੂ ਨੇ, ਹੋਰ ਬਾਬਿਆਂ ਦੇ ਡੇਰਿਆਂ ਤੇ, ਮੜੀਆਂ ਮਸਾਣਾਂ ਤੇ ਜਾਂ ਇਹਨਾਂ ਥਾਵਾਂ ਤੇ ਨਹੀਂ ਜਾਣਾ, ਤੇ ਉਹ ਗੁਰੂ ਗ੍ਰੰਥ ਸਾਹਿਬ ਨਹੀਂ ਮੰਨਦੀ ਹੈ। ਤੇ ਜਦੋਂ ਵਿਆਹ ਹੋਇਆ ਤੇ ਸਹੁਰੇ ਪਰਿਵਾਰ ਦੇ ਵਿੱਚ ਗਈ ਤੇ ਉੱਥੇ ਸਾਰਿਆਂ ਨੇ ਉਹਨੂੰ ਕਿਹਾ ਕਿ ਲੈ ਚੱਲ ਫਲਾਣੇ ਬਾਬੇ ਦੇ ਸਾਡੇ ਤੇ ਰਿਵਾਜ ਹੈ, ਫਲਾਣੇ ਬਾਬੇ ਦੇ ਜਾ ਕੇ ਮੱਥਾ ਟੇਕਣਾ। ਕੀ ਤੁਸੀਂ ਉੱਥੇ ਜਾਓਗੇ ਜੀ? ਸੋਚਿਓ ਜਰਾ। ਹੁਣ ਇੱਕ ਪਾਸੇ ਸਮਾਜ ਹੈ ਕਿ ਨਵਾਂ ਵਿਆਹ ਹੋਇਆ, ਸਹੁਰੇ ਘਰ ਦੇ ਵਿੱਚੋਂ ਸਹੁਰੇ ਕਹਿ ਰਹੇ ਨੇ ਕਿ ਜਾਣਾ ਹੈ, ਤੇ ਦੂਜੇ ਪਾਸੇ ਇਹ ਵਿਸ਼ਵਾਸ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਹੀ ਅਸਲ ਗੁਰੂ ਨੇ, ਤੇ ਮੈਂ ਕਿਸੇ ਹੋਰ ਦੇ ਦਰ ਤੇ ਜਾ ਕੇ ਮੱਥੇ ਨਹੀਂ ਟੇਕਣੇ, ਕਿਉਂਕਿ ਮੇਰਾ ਸੀਸ ਜਿਹੜਾ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੀ ਝੁਕੇਗਾ। ਸੱਚ ਕੀ ਹੈ ਜੀ? ਸੱਚ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਸੱਚ ਨੇ। ਉਸ ਮੌਕੇ ਆਪਾਂ ਬਹੁਤ ਹੀ ਪਿਆਰ ਨਾਲ, ਸਤਿਕਾਰ ਨਾਲ ਤੇ ਅਦਬ ਨਾਲ ਆਪਣੇ ਤੋਂ ਵੱਡਿਆਂ ਨੂੰ ਵੀ ਇਹ ਗੱਲ ਦੱਸ ਸਕਨੇ ਆ ਜਾਂ ਕਹਿ ਸਕਨੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜੇ, ਉਹੀ ਅਸਲ ਗੁਰੂ ਨੇ ਤੇ ਮੈਂ ਉਹਨਾਂ ਨੂੰ ਹੀ ਗੁਰੂ ਮੰਨਣਾ ਹੈ ਜੀ, ਤੇ ਮੈਂ ਉੱਥੇ ਹੀ ਜਾਣਾ। ਹੁਣ ਜਿਹੜੀ ਅਸਲ ਗੱਲ ਹੈ ਨਾ, ਉਹ ਹੋਣਾ ਤਾਂ ਇਦਾਂ ਚਾਹੀਦਾ ਜੀ ਕਿ ਵਿਆਹ ਤੋਂ ਪਹਿਲਾਂ ਹੀ ਇਹ ਚੀਜ਼ ਦੇਖੀ ਜਾਵੇ ਕਿ ਦੋਵੇਂ ਧਿਰ ਨੇ ਜਿਹੜੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋਣ, ਤਾਂ ਕਿ ਇਹ ਪ੍ਰੋਬਲਮ ਹੀ ਨਾ ਆਏ। ਪਰ ਇੱਥੇ ਆਪਾਂ ਸਿਰਫ ਐਜ਼ ਐਨ ਐਗਜ਼ਾਮਪਲ ਲਿੱਤੀ ਹੈ ਕਿ ਸੱਚ ਨਾਲ ਖੜਨਾ ਜ਼ਰੂਰੀ ਹੈ। ਸੋ ਉਹ ਹੈ ਸੱਚ ਦਾ ਗਹਿਣਾ ਪਾਣਾ ਹੈ ਜੀ। ਸੋ ਦੂਜੀ ਗੱਲ ਕਰੀਏ ਸੰਤੋਖ ਦੀ। ਸੰਤੁਸ਼ਟ ਰਹਿਣਾ ਆਪਣੀਆਂ ਤ੍ਰਿਸ਼ਨਾਵਾਂ ਤੇ ਕਿ ਮੈਨੂੰ ਇਹ ਵੀ ਮਿਲ ਜੇ ਤੇ ਮੈਨੂੰ ਆ ਵੀ ਮਿਲ ਜੇ ਤੇ ਮੈਂ ਇਹ ਵੀ ਲੈ ਲਾਂ, ਉਹ ਤ੍ਰਿਸ਼ਨਾਵਾਂ ਤੇ ਜਿਹੜਾ ਨਾ ਉਹ ਕਾਬੂ ਰੱਖਣਾ। ਮੇਰੀ ਉਮੀਦ ਹੈ ਜਾਂ ਮੇਰੀ ਆਸ ਹੈ, ਮੇਰੀ ਤ੍ਰਿਸ਼ਨਾ ਹੈ ਕਿ ਮੈਂ ਲੂਈ ਵੁਟੌਨ ਦਾ ਬੈਗ ਲੈਣਾ ਤੇ ਮੈਂ ਟੈਸਲਾ ਦੀ ਗੱਡੀ ਲੈਣੀ। ਹੁਣ ਦੋਵੇਂ ਚੀਜ਼ਾਂ ਮਹਿੰਗੀਆਂ ਨੇ ਤੇ ਇਹਨਾਂ ਨੂੰ ਲੈਣ ਵਾਸਤੇ ਪੈਸੇ ਵੀ ਤਾਂ ਜ਼ਿਆਦਾ ਚਾਹੀਦੇ ਨੇ ਨਾ ਜੀ।
सो हर समय दिमाग जिहड़ा ना इसे चीज़ दे विच घुमना है कि की करां कि मेरे कोल ज़्यादा पैसे होण ते मैं लुई वुइटन या टेस्ला लै सकां। ते जदों लै ली फिर दिमाग इस चीज़ दे विच ही रहना है कि मैं इस चीज़ नूं सस्टेन किद्दां करना, हुण इहनूं मैं सांभ के रखना है, इन्ने पैसे लाए ने ते इहनूं सांभना भी तां हैगा ना। तो जी सारा ध्यान जिहड़ा गुरबाणी अल लगना सी, गुरबाणी नूं पढ़ के समझना सी, सारा ध्यान तां साਡੀਆਂ तृष्णावां दे विच है। सो ਉਹ ਤ੍ਰਿਸ਼ਨਾਵਾਂ ਨੂੰ ਕਾਬੂ ਦੇ ਵਿੱਚ ਰੱਖਣਾ, ਇਹ ਗਹਿਣਾ ਪਹਿਨਣਾ ਹੈ ਜੀ ਆਪਾਂ, ਇਹ ਸ਼ਿੰਗਾਰ ਕਰਨਾ। ਤੇ ਫਿਰ ਗੱਲ ਹੈ ਜੀ ਧਰਮ ਤੇ ਦਇਆ ਦੀ, ਕਿ ਆਪਾਂ ਜਿੱਥੇ ਦੂਜਿਆਂ ਨਾਲ ਹਮਦਰਦੀ ਦਿਖਾਣੀ ਹੈ, ਹਮਦਰਦੀ ਕਰਨੀ ਹੈ, ਉੱਥੇ ਨਾਲ ਹੀ ਇਨਸਾਨੀਅਤ ਵੀ ਦਿਖਾਣੀ ਹੈ। ਤੇ ਸਾਡੀ ਇਨਸਾਨੀਅਤ ਤੇ ਹਮਦਰਦੀ ਹੈ ਨਾ ਜਿਹੜੀ, ਉਹ ਇਸ ਚੀਜ਼ ਨਾਲ ਉਹ ਇਸ ਚੀਜ਼ ਤੇ ਬੇਸਿਸ ਤੇ ਨਹੀਂ ਹੋਣੀ ਚਾਹੀਦੀ ਕਿ ਕੋਈ ਅਮੀਰ ਹੈ ਜਾਂ ਕੋਈ ਗਰੀਬ ਹੈ, ਜਾਂ ਕੋਈ ਤੁਹਾਡੇ ਕਿੰਨੇ ਲਾਗੇ ਦਾ ਰਿਸ਼ਤੇਦਾਰ ਹੈ, ਤੁਸੀਂ ਉਹਨੂੰ ਕਿੰਨੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਕਿਉਂਕਿ ਉਹ ਅਮੀਰ ਹੈ ਇਸ ਕਰਕੇ ਉਹਦੇ ਵਾਰੀ ਇਨਸਾਨੀਅਤ ਜਾਗ ਪਈ, ਤੇ ਜਿਹੜਾ ਕੋਈ ਗਰੀਬ ਹੈ ਵਿਚਾਰਾ ਮੇਰੇ ਵਰਗਾ, ਤੇ ਉਹਦੇ ਵਾਸਤੇ ਨਹੀਂ ਜੀ, ਇਹਦੇ ਵਾਸਤੇ ਕੋਈ ਇਨਸਾਨੀਅਤ ਨਹੀਂ। ਵਿਤਕਰਾ ਨਹੀਂ ਕਰਨਾ, ਸਾਰੇ ਪਰਮਾਤਮਾ ਦੇ ਬਣਾਏ ਇਨਸਾਨ ਨੇ ਤੇ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਣਾ ਹੈ, ਤੇ ਇਦਾਂ ਦਾ ਸ਼ਿੰਗਾਰ ਆਪਾਂ ਕਰਨਾ ਹੈ ਜੀ। ਹੁਣ ਜੇ ਆਪਾਂ ਡੀਟੇਲ ਦੇ ਵਿੱਚ ਗੱਲ ਕਰੀਏ ਕਿ ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਪੈਸੀਫਿਕਲੀ ਦੱਸਿਆ ਹੈ ਕਿ ਕਿੱਦਾਂ ਦਾ ਮੇਕਅਪ ਕਰਨਾ ਹੈ, ਸੋ ਅਗਲੀ ਗੱਲ ਆਪਾਂ ਕਰਨੀ ਆ ਜੀ ਕੱਪੜਿਆਂ ਦੀ। ਆਪਾਂ ਸਾਰਿਆਂ ਨੇ ਨਾ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਮੁਕਾਮ ਤੇ, ਕਿਸੇ ਨਾ ਕਿਸੇ ਦੌਰ ਤੇ ਹਰ ਕਿਸੇ ਨੇ ਇਹ ਗੱਲ ਸੁਣੀ ਹੋਏਗੀ ਕਿ ਜੇ ਤੂੰ ਕੁੜੀ ਹੈ ਨਾ, ਜੇ ਤੂੰ ਔਰਤ ਹੈ, ਤੈਨੂੰ ਪਤਾ ਹੋਣਾ ਚਾਹੀਦਾ ਕਿ ਤੂੰ ਕਿੱਦਾਂ ਦੇ ਕੱਪੜੇ ਪਾਣੇ ਆ। ਸੋ ਇੱਕ ਕੁਇਕ ਪੋਲ ਸਾਡੇ ਕੋਲ ਆਈ ਥਿੰਕ ਇਨਫ ਜਣੇ ਹੈਗੇ ਨੇ ਕਿ ਸਾਡੇ ਰਿਜ਼ਲਟਸ ਕਿਉਂ ਨਹੀਂ ਹੋਣਗੇ। ਸੋ ਮੈਂ ਸਕਰੀਨ ਸ਼ੇਅਰ ਕਰਨੀ ਬੰਦ ਕਰਨੀ ਆ ਜੀ, ਰਿਕਾਰਡਿੰਗ ਹਲੇ ਵੀ ਚੱਲ ਰਹੀ ਹੈ, ਪਰ ਮੈਂ ਇੱਕ ਉਹ ਪੁੱਛਣਾ ਹੈ ਜੀ ਪੋਲ ਕਿ ਕਿੰਨੇ ਇਹ ਚੀਜ਼ ਸੁਣੀ ਹੈ ਆਪਣੀ ਲਾਈਫ ਦੇ ਵਿੱਚ ਕਿ लॉन्च करना है जी। मैं एक सेकंड, ਜਿਹੜੀ ਕਿ ਹੁਣ ਲਾਂਚ ਵੀ ਨਹੀਂ ਹੋ ਰਹੀ, ਸੌਰੀ ਅੱਜ ਟੈਕਨੀਕਲ ਇਸ਼ੂਜ਼ ਕੁਝ ਜ਼ਿਆਦਾ ਹੀ ਹੋ ਰਹੇ ਨੇ ਮੈਨੂੰ ਲੱਗਦਾ ਮੇਰੇ, ਤੇ ਮੈਨੂੰ ਇਹ ਨਹੀਂ ਪਤਾ ਕਿ ਕਿਉਂ ਹੋ ਰਹੇ ਨੇ। ਪਹਿਲਾਂ ਮੇਰੀ ਸਕਰੀਨ ਨਹੀਂ ਸ਼ੇਅਰ ਹੋਈ ਪ੍ਰੋਪਰਲੀ ਤੇ ਹੁਣ ਮੇਰੀ ਪੋਲ ਵੀ ਲਾਂਚ ਨਹੀਂ ਹੋ ਰਹੀ। ਐਨੀਵੇਜ਼ ਜੇ ਸਾਰੇ ਜਣੇ ਜੀ ਕੁਇਕ ਜਸਟ ਚੈਟ ਦੇ ਵਿੱਚ ਰਿਪਲਾਈ ਕਰ ਸਕਦੇ ਹੋ ਕਿ ਕੀ ਤੁਸੀਂ ਕਦੀ ਇਹ ਗੱਲ ਸੁਣੀ ਹੈ ਕਿ ਜੇ ਤੂੰ ਕੁੜੀ ਹੈ ਤੇ ਤੈਨੂੰ ਪਤਾ ਹੋਣਾ ਚਾਹੀਦਾ ਕਿ ਤੂੰ ਇਦਾਂ ਦੇ ਕੱਪੜੇ ਪਾਣੇ ਆ ਜਾਂ ਨਹੀਂ। ਸੋ ਜਸਟ ਅ ਕੁਇਕ ਯੈਸ ਜਾਂ ਨੋ ਜੇ ਤੁਸੀਂ ਉਹਦੇ ਵਿੱਚ ਕਰ ਸਕਦੇ ਹੋ ਤਾਂ ਚੈਟ ਦੇ ਵਿੱਚ ਕਿ ਹਾਂਜੀ ਹਾਂਜੀ 2 3 4 ਯਪ। ਸੋ ਆਈ ਥਿੰਕ ਸਾਰਿਆਂ ਨੇ ਕਿਸੇ ਨਾ ਕਿਸੇ ਪੁਆਇੰਟ ਤੇ ਇਹ ਗੱਲ ਸੁਣੀ ਹੈ ਨਾ ਆਪਣੀ ਲਾਈਫ ਦੇ ਵਿੱਚ ਕਿ ਜੇ ਕੁੜੀ ਹੈ ਨਾ ਤਾਂ ਤੈਨੂੰ ਪਤਾ ਹੋਣਾ ਚਾਹੀਦਾ ਕਿ ਤੂੰ ਕਿੱਦਾਂ ਦੇ ਕੱਪੜੇ ਪਾਣੇ ਹੈ। ਸੋ ਇਹ ਤੁਸੀਂ ਦੇਖੋ ਜੀ ਕਿ ਕਿੱਦਾਂ ਸੁਸਾਇਟੀ ਇਹ ਚੀਜ਼ ਡਿਸਾਈਡ ਕਰਨਾ ਚਾਹੁੰਦੀ ਹੈ ਕਿ ਆਪਾਂ ਕਿੱਦਾਂ ਦੇ ਕੱਪੜੇ ਪਾਣੇ ਆ, ਹਨਾ ਜੀ। ਸੋ ਹੁਣ ਆਪਾਂ ਦੇਖਣਾ ਕਿ ਗੁਰਬਾਣੀ ਵਿੱਚ ਸਾਨੂੰ ਗੁਰੂ ਸਾਹਿਬ ਕੀ ਦੱਸ ਰਹੇ ਨੇ ਕਿ ਆਪਾਂ ਕਿੱਦਾਂ ਦੇ ਕੱਪੜੇ ਪਾਣੇ ਨੇ ਤੇ ਆਪਾਂ ਕਿੱਦਾਂ ਦੇ ਕੱਪੜੇ ਨਹੀਂ ਪਾਣੇ। ਸੋ ਤੁਸੀਂ ਅਕਸਰ ਦੇਖਿਆ ਹੋਵੇਗਾ ਜਦੋਂ ਸੋਸਾਇਟੀ ਦਾ ਰਿਵਾਜ, ਸਮਾਜ ਦਾ ਰਿਵਾਜ ਚੱਲਿਆ ਆ ਰਿਹਾ ਨਾ ਕਿ ਜੇ ਕੋਈ ਕਿਸੇ ਦੀ ਮੌਤ ਹੁੰਦੀ ਹੈ ਤੇ ਆਪਾਂ ਉਹਦੇ ਘਰੇ ਅਫਸੋਸ ਕਰਨ ਜਾਈਏ ਜਾਂ ਸੰਸਕਾਰ ਤੇ ਜਾਈਏ ਜਾਂ ਭੋਗ ਤੇ ਜਾਈਏ ਤਾਂ ਕੱਪੜੇ ਚਿੱਟੇ ਪਾ ਕੇ ਜਾਂਦੇ ਆ ਜਾਂ ਫਿੱਕਾ ਰੰਗ ਪਾ ਕੇ ਜਾਣਾ। ਜੇ ਕੋਈ ਲਾਲ ਰੰਗ ਗਲਤੀ ਨਾਲ ਪਾ ਜਾਵੇ ਤਾਂ ਲੋਕਾਂ ਦੀਆਂ ਗੱਲਾਂ ਤੇ ਲੋਕਾਂ ਦੀਆਂ ਨਜ਼ਰਾਂ ਜਿਹੜੀਆਂ ਨੇ ਨਾ ਉਹ ਉਸੇ ਇਨਸਾਨ ਵੱਲ ਹੁੰਦੀਆਂ ਨੇ ਜਿਹਨੇ ਲਾਲ ਰੰਗ ਪਾਇਆ। ਸਮਾਜ ਨੇ ਕਿਸੇ ਕਾਰਨ ਕਰਕੇ ਇਹ ਰਿਵਾਜ ਜਿਹਾ ਬਣਾਇਆ ਹੋਇਆ ਤੇ ਸਦੀਆਂ ਤੋਂ ਚੱਲਿਆ ਆ ਰਿਹਾ ਤੇ ਹਜੇ ਵੀ ਆਪਾਂ ਇਹ ਚੀਜ਼ ਕਰੀ ਜਾ ਰਹੇ ਹਾਂ। ਤੇ ਜੇ ਆਪਾਂ ਦੂਜੇ ਪਾਸੇ ਵੈਸਟਰਨ ਨਾਲ ਦੇਖੀਏ ਨਾ ਤੇ ਉਹ ਉੱਥੇ ਵਿਆਹ ਵਾਲੇ ਦਿਨ ਜਿਹੜੀ ਵਿਆਹ ਵਾਲੀ ਕੁੜੀ ਹੁੰਦੀ ਹੈ, ਬ੍ਰਾਈਡ ਹੁੰਦੀ ਹੈ, ਉਹ ਚਿੱਟਾ ਸੂਟ ਪਾਉਂਦੀ ਹੈ, ਆਪਣੀ ਚਿੱਟੀ ਡਰੈਸ ਪਾਉਂਦੀ ਹੈ, ਸੂਟ ਨਹੀਂ ਚਿੱਟੀ ਡਰੈਸ ਪਾਉਂਦੀ ਹੈ। ਸੋ ਤੁਸੀਂ ਦੇਖੋ ਕਿ ਰੰਗ ਜਿਹੜਾ ਉਹ ਹਰ ਇਨਸਾਨ ਵਾਸਤੇ, ਹਰ ਧਰਮ ਵਾਸਤੇ, ਹਰ ਕਲਚਰ ਵਾਸਤੇ ਡਿਫਰੈਂਟ ਹੈ ਕਿ ਕੋਈ ਕਿੱਦਾਂ ਉਸ ਰੰਗ ਨੂੰ ਸਮਝਦਾ ਤੇ ਉਸ ਤਰ੍ਹਾਂ ਉਹ ਕੱਪੜੇ ਪਾਉਂਦੇ ਨੇ। ਸੋ ਗੁਰਬਾਣੀ ਦੇ ਵਿੱਚ ਜਿਹੜਾ ਹੈ ਉਹ ਕੋਈ ਸਪੈਸੀਫਿਕ ਸਿੰਬਲਾਈਜੇਸ਼ਨ ਨਹੀਂ ਹੈਗੀ ਕਿ ਇਸ ਰੰਗ ਦੇ ਹੀ ਕੱਪੜੇ ਪਾਣੇ ਨੇ ਜਾਂ ਇਸ ਰੰਗ ਦੇ ਕੱਪੜੇ ਨਹੀਂ ਪਾਣੇ ਤੇ ਇਸ ਅਵਸਰ ਤੇ ਇਦਾਂ ਦੇ ਪਾਣੇ ਨੇ ਤੇ ਇਸ ਅਵਸਰ ਤੇ ਇਦਾਂ ਦੇ ਪਾਣੇ ਨੇ। ਗੁਰਬਾਣੀ ਦਾ ਤਾਂ ਫਰਮਾਨ ਹੈ ਜੀ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦਾ ਤਨ ਪੀੜੀਐ ਮਨ ਮਹਿ ਚੱਲਹਿ ਵਿਕਾਰ। ਸੋ ਕੱਪੜੇ, ਮੇਕਅਪ, ਫੈਸ਼ਨ ਜਿਹੜਾ ਹੈ ਉਹ ਇਦਾਂ ਦਾ ਕਰਨਾ ਹੈ, ਇਦਾਂ ਦੇ ਕੱਪੜੇ ਪਾਣੇ ਨੇ ਜਿਹੜੇ ਆਪਣੇ ਸਰੀਰ ਨੂੰ ਦੁੱਖ ਨਾ ਦੇਣ ਤੇ ਆਪਣੇ ਮਨ ਦੇ ਵਿੱਚ ਬੁਰੇ ਵਿਚਾਰ ਨਾ ਲੈ ਕੇ ਆਣ। ਇਦਾਂ ਦਾ ਕੱਪੜਾ ਪਾਣਾ ਹੈ। ਜੇ ਕੋਈ ਕੱਪੜਾ ਪਾ ਕੇ ਸਰੀਰ ਤੰਗ ਹੋ ਰਿਹਾ ਜਾਂ ਮਨ ਦੇ ਵਿੱਚ ਵਿਕਾਰ ਬੁਰੇ ਆ ਰਹੇ ਨੇ, ਉਦਾਂ ਦਾ ਕੱਪੜਾ ਨਹੀਂ ਪਾਣਾ।
ਹੁਣ ਗੁਰਬਾਣੀ ਦਾ ਫਰਮਾਨ ਇਹ ਵੀ ਹੈ ਜੀ, ਸਾਚ ਧੜੀ ਮਨ ਮਾਂਡੀਐ, ਕਾਪੜ ਪ੍ਰੇਮ ਸ਼ਿੰਗਾਰ। ਮਤਲਬ ਕਿ ਇਨਸਾਨ ਵਾਸਤੇ ਸਾਰਿਆਂ ਤੋਂ ਜ਼ਰੂਰੀ ਕੱਪੜਾ ਜਿਹੜਾ ਪਾਣਾ ਹੈ ਨਾ ਜੀ, ਉਹ ਹੈ ਹਮਦਰਦੀ ਦਾ। ਸਾਰੇ ਇਨਸਾਨੀਅਤ ਵਾਸਤੇ ਹਮਦਰਦੀ ਰੱਖਣੀ ਹੈ, ਕਿਸੇ ਨੂੰ ਚੰਗੀ ਮਾੜੀ ਨਜ਼ਰ ਨਾਲ ਨਹੀਂ, ਸਭ ਨੂੰ ਬਰਾਬਰ ਦੀ ਨਜ਼ਰ ਨਾਲ ਦੇਖਣਾ ਹੈ। ਤੇ ਇਸ ਬਾਰੇ ਆਪਾਂ ਹੁਣੇ ਥੋੜੀ ਦੇਰ ਪਹਿਲਾਂ ਗੱਲ ਵੀ ਕੀਤੀ ਸੀ। ਸੋ ਜਿੱਥੇ ਆਪਾਂ ਇਹ ਸਮਝਣਾ ਹੈ ਨਾ ਕਿ ਸਾਡੀਆਂ ਬਾਉਂਡਰੀਜ਼ ਕੀ ਨੇ, ਆਪਾਂ ਆਪਣੀ ਟੋਲਰੈਂਸ ਵੀ ਵਧਾਣੀ ਹੈ, ਕਿਉਂਕਿ ਲੋਕਾਂ ਨੇ ਗੱਲਾਂ ਕਰਨ ਤੋਂ ਨਹੀਂ ਮੁੜਨਾ ਹੈਗਾ ਨਾ। ਲੋਕਾਂ ਨੂੰ ਤਾਂ ਤੁਸੀਂ ਜੇ ਲੋਕਾਂ ਦੀ ਗੱਲ ਮੰਨ ਲਵੋ ਤਾਂ ਵੀ ਉਹਨਾਂ ਨੇ ਗੱਲਾਂ ਕਰਨੀਆਂ ਨੇ, ਤੇ ਜੇ ਤੁਸੀਂ ਨਾ ਮੰਨੋ ਗੱਲਾਂ ਉਹਨਾਂ ਨੇ ਤਾਂ ਵੀ ਕਰਨੀਆਂ ਨੇ। ਸੋ ਲੋਕਾਂ ਦੀ ਪਰਵਾਹ ਨਹੀਂ ਕਰਨੀ ਹੈਗੀ, ਆਪਣੀ ਟੋਲਰੈਂਸ ਵਧਾਣੀ ਹੈ ਲੋਕੀ ਕੀ ਕਹਿਣਗੇ ਉਸ ਚੀਜ਼ ਨੂੰ ਲੈ ਕੇ। ਪਰ ਨਾਲ ਹੀ ਬਹੁਤ ਜ਼ਰੂਰੀ ਹੈ ਕਿ ਆਪਾਂ ਲਿਮਿਟ ਵੀ ਰੱਖਣੀ ਹੈ। ਟੋਲਰੈਂਸ ਵਧਾਈ ਹੋਵੇ ਪਰ ਲਿਮਿਟ ਪਤਾ ਹੋਵੇ ਕਿ ਕੋਈ ਬਾਉਂਡਰੀ ਕ੍ਰਾਸ ਨਾ ਕਰ ਜਾਵੇ, ਤਾਂ ਕਿ ਇਦਾਂ ਨਾ ਹੋਵੇ ਕਿ ਆਪਣੇ ਵਿੱਚ ਹਮਦਰਦੀ ਤੇ ਸਬਰ ਰੱਖਦੇ ਰੱਖਦੇ ਕਿਤੇ ਆਪਾਂ ਡੋਮੈਸਟਿਕ ਵਾਇਲੈਂਸ ਦੇ ਸ਼ਿਕਾਰ ਹੋ ਜਾਈਏ, ਤੇ ਜਾਂ ਸੋਸਾਇਟੀ ਦੇ ਵਿੱਚ ਕਿਸੇ ਗਲਤ ਤਰੀਕੇ ਦੇ ਸ਼ਿਕਾਰ ਹੋ ਜਾਈਏ। ਸੋ ਉਸ ਚੀਜ਼ ਦਾ ਬਹੁਤ ਧਿਆਨ ਰੱਖਣਾ ਹੈ ਜੀ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਕਿ ਜੇ ਆਪਾਂ ਜ਼ੁਲਮ ਕਰਨਾ ਨਹੀਂ ਨਾ ਤੇ ਆਪਾਂ ਜ਼ੁਲਮ ਸਹਿਣਾ ਵੀ ਨਹੀਂ। ਇੱਕ ਹੱਦ ਹੁੰਦੀ ਆ ਜਿੱਥੇ ਤੱਕ ਆਪਾਂ ਬਰਦਾਸ਼ਤ ਕਰਨੇ ਆ ਕੋਈ ਗੱਲ, ਤੇ ਜੇ ਗੱਲ ਬਰਦਾਸ਼ਤ ਤੋਂ ਬਾਹਰ ਹੋ ਜਾਵੇ ਤੇ ਫਿਰ ਜ਼ੁਲਮ ਸਹਿਣਾ ਵੀ ਨਹੀਂ ਹੈਗਾ ਜੀ। ਸੋ ਕੱਪੜਾ ਕਿਹੜਾ ਪਾਣਾ ਹੈ ਜੀ, ਹਮਦਰਦੀ ਦਾ। ਤੇ ਹੁਣ ਕੱਪੜਾ ਜੇ ਪਾ ਲਿਆ ਤੇ ਉਹਨੂੰ ਥੋੜਾ ਸੋਹਣਾ ਕਰਨ ਵਾਸਤੇ ਕੋਈ ਕਢਾਈ ਕਢੂਈ ਹੋ ਜਾਵੇ, ਹਨਾ, ਸੂਟ ਸੋਹਣਾ ਲੱਗਦਾ ਹੈ, ਕਢਾਈ ਕਰ ਲਈਏ, ਕੋਈ ਫੀਤੀਆਂ ਲਾ ਲਈਏ, ਕੋਈ ਗੋਟੇ ਲਾ ਲਈਏ। ਸੋ ਗੁਰਬਾਣੀ ਦੇ ਵਿੱਚ ਕਹਿੰਦੇ ਨੇ ਜੀ ਕਿ ਕਿੱਦਾਂ ਦਾ ਉਹਨੂੰ ਹੁਣ ਡੈਕੋਰੇਟ ਕਿੱਦਾਂ ਕਰਨਾ। ਹੁਣ ਕੱਪੜਾ ਤਾਂ ਪਾ ਲਿਆ ਹਮਦਰਦੀ ਦਾ, ਤੇ ਉਹਨੂੰ ਡੈਕੋਰੇਟ ਕਿੱਦਾਂ ਕਰਨਾ, ਉਹਦੇ ਤੇ ਕਢਾਈ ਕਿਹੜੀ ਹੋਣੀ ਹੈ ਜੀ, ਉਹਦੇ ਤੇ ਕਢਾਈ ਹੋਣੀ ਹੈ ਪਰਮਾਤਮਾ ਦੇ ਪਿਆਰ ਦੀ। ਹਮਦਰਦੀ ਦਾ ਕੱਪੜਾ ਪਾ ਕੇ ਪਰਮਾਤਮਾ ਦੇ ਪਿਆਰ ਦੇ ਵਿੱਚ ਰੰਗੇ ਰਹੋ, ਪਰਮਾਤਮਾ ਦੇ ਗੁਰਬਾਣੀ ਨੂੰ ਸਮਝ ਕੇ ਹਰ ਸਮੇਂ ਗੁਰਬਾਣੀ ਦੇ ਨਾਲ ਜੁੜੇ ਰਹੋ, ਇਦਾਂ ਦੀ ਕਢਾਈ ਕਰਨੀ ਹੈ ਜੀ। ਹੁਣ ਕੱਪੜੇ ਪਾ ਲਏ, ਹੁਣ ਨਾਲ ਫਿਰ ਮੈਚਿੰਗ ਜਿਹੜੀਆਂ ਐਕਸੈਸਰੀਜ਼ ਨੇ ਉਹਨਾਂ ਨਾਲ ਵੀ ਧਿਆਨ ਦਈਏ ਆਪਾਂ ਜੀ। ਗੁਰਬਾਣੀ ਕੀ ਕਹਿੰਦੀ ਆ, ਨੈਕਲੇਸ ਬਾਰੇ ਕੀ ਕਹਿੰਦੀ ਆ ਜੀ, ਗਲੇ ਦਾ ਹਾਰ ਜਿਹੜਾ, ਗੁਰਬਾਣੀ ਦਾ ਫਰਮਾਨ ਹੈ ਜੀ, ਸੋ ਹਾਗਣੀ ਸ਼ਿੰਗਾਰ ਬਣਾਇਆ, ਗੁਣ ਕਾ ਗਲ ਹਾਰ। ਜਿਹਦਾ ਮਤਲਬ ਹੈ ਜੀ ਕਿ ਆਪਾਂ ਪਰਮਾਤਮਾ ਦੇ ਗੁਣਾਂ ਨੂੰ ਸਮਝੀਏ, ਆਪਾਂ ਸਮਝੀਏ ਕਿ ਗੁਰੂ ਸਾਹਿਬ ਸਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਗੁਰਬਾਣੀ ਦੇ ਰਾਹੀਂ। ਤੇ ਜਦੋਂ ਸਾਨੂੰ ਸਮਝ ਆ ਗਈ ਨਾ ਕਿ ਗੁਰੂ ਸਾਹਿਬ ਗੁਰਬਾਣੀ 'ਚ ਕੀ ਸਮਝਾ ਰਹੇ ਨੇ, ਤੇ ਫਿਰ ਆਪਾਂ ਉਹ ਗੁਣਾਂ ਤੇ ਅਮਲ ਕਰਕੇ, ਇੰਪਲੀਮੈਂਟ ਕਰਕੇ ਆਪਣੇ ਜੀਵਨ ਦੇ ਵਿੱਚ ਔਨ ਐਨ ਐਵਰੀਡੇ ਬੇਸਿਸ, ਹਰ ਰੋਜ਼ ਉਹ ਚੀਜ਼ਾਂ ਤੇ ਚੱਲਣਾ ਹੈ। ਤੇ ਇਦਾਂ ਦਾ ਆਪਾਂ ਹਾਰ ਪਾਣਾ ਹੈ, ਉਹ ਗੁਣਾਂ ਦਾ ਹਾਰ ਪਾਣਾ ਹੈ। ਤੇ ਗੁਰਬਾਣੀ ਦਾ ਇੱਕ ਹੋਰ ਫਰਮਾਨ ਹੈ ਜੀ, ਸੂਹਾ ਵੇਸ ਸਭ ਉਤਾਰ ਧਰੇ, ਗਲ ਪਹਿਰੈ ਖਿਮਾ ਸ਼ਿੰਗਾਰ। ਸੋ ਇੱਕ ਤਾਂ ਇਹ ਹਾਰ ਹੋ ਗਿਆ ਨਾ ਕਿ ਆਪਾਂ ਗੁਣਾਂ ਦਾ ਹਾਰ ਪਾਣਾ ਹੈ, ਪਰਮਾਤਮਾ ਦੇ ਨਾਮ ਦਾ, ਪਰਮਾਤਮਾ ਜੋ ਕਹਿ ਰਿਹਾ, ਗੁਰਬਾਣੀ ਜੋ ਕਹਿ ਰਹੀ ਹੈ ਆਪਾਂ ਉਹ ਕਰਨਾ ਹੈ। ਤੇ ਦੂਜਾ ਹਾਰ ਹੈ ਜੀ ਮਾਫੀ ਦਾ, ਖਿਮਾ ਦਾ, ਖਿਮਾ ਮਾਫੀ, ਫੋਰਗਿਵਨੈਸ। ਕਿ ਲੋਕਾਂ ਨੇ, ਹੁਣੇ ਆਪਾਂ ਗੱਲ ਕੀਤੀ ਸੀ ਕਿ ਲੋਕਾਂ ਨੇ ਗੱਲਾਂ ਕਰਨੋਂ ਨਹੀਂ ਹਟਣਾ, ਉਹਨਾਂ ਦਾ ਕੰਮ ਹੈ, ਗੁਰੂ ਸਾਹਿਬ ਨੇ ਉਹਨਾਂ ਨੂੰ ਉਹੀ ਕੰਮ ਲਾਇਆ ਹੋਇਆ, ਉਹੀ ਧੰਦੀ ਲਾਇਆ ਹੋਇਆ, ਤੇ ਉਹਨਾਂ ਨੇ ਗੱਲਾਂ ਕਰਨੋਂ ਨਹੀਂ ਹਟਣਾ। ਪਰ ਆਪਾਂ ਆਪਣੇ ਅੰਦਰ ਖਿਮਾ ਦਾ ਸੁਭਾਅ ਰੱਖੀਏ ਤੇ ਉਹ ਜੋ ਮਰਜ਼ੀ ਕਹੀ ਜਾਣਾ, ਪਰਵਾਹ ਨਹੀਂ ਕਰਨੀ, ਮਾਫ ਕਰ ਦੋ। ਆਪਣੀ ਸ਼ਾਂਤੀ ਜੇ ਭੰਗ ਹੋ ਰਹੀ ਹੈ ਨਾ ਜੀ, ਤੇ ਫਿਰ ਐਸੇ ਇਹਨਾਂ ਲੋਕਾਂ ਦੀਆਂ ਉਹ ਗੱਲਾਂ ਦਾ ਫਾਇਦਾ ਨਹੀਂ, ਕਿਉਂਕਿ ਉਹ ਤਾਂ ਸਾਨੂੰ ਗੁਰੂ ਤੋਂ ਤੋੜ ਰਹੀਆਂ ਨੇ, ਸਾਡੇ ਆਪਣੇ ਮਨ ਦੀ ਸ਼ਾਂਤੀ ਨੂੰ ਭੰਗ ਕਰ ਰਹੀਆਂ ਨੇ। ਸੋ ਜੇ ਕਿਸੇ ਨੂੰ ਮਾਫੀ ਦੇ ਕੇ ਆਪਣੇ ਮਨ ਦੀ ਸ਼ਾਂਤੀ ਬਣਦੀ ਹੈ ਨਾ ਜੀ, ਤੇ ਜ਼ਰੂਰ ਮਾਫ ਕਰੋ। ਇਦਾਂ ਦਾ ਸ਼ਿੰਗਾਰ ਕਰੋ ਖਿਮਾ ਦਾ। ਹੁਣ ਜਦੋਂ ਆਪਾਂ ਗੁਰਬਾਣੀ ਨੂੰ ਸਮਝ ਲਿਆ ਨਾ, ਤੇ ਗੁਰਬਾਣੀ ਜੋ ਕਹਿ ਰਹੀ ਹੈ ਉਸ ਤੇ ਆਪਾਂ ਚੱਲਣ ਲੱਗ ਪਏ, ਫਿਰ ਲੋਕੀ ਜੋ ਮਰਜ਼ੀ ਕਹਿਣ ਨਾ, ਜਿਹੜਾ ਖਿਮਾ ਦਾ ਹਾਰ ਪਾਇਆ ਹੋਇਆ ਨਾ, ਗਲ ਦੇ ਵਿੱਚ ਨੈਕਲੇਸ ਪਾਇਆ ਹੋਇਆ, ਉਹ ਹਰ ਸਮੇਂ ਸਾਨੂੰ ਇਹ ਚੀਜ਼ ਯਾਦ ਕਰਾਏਗਾ ਕਿ ਲੋਕੀ ਜੋ ਮਰਜ਼ੀ ਕਹਿਣ, ਮੈਂ ਪਰਵਾਹ ਨਹੀਂ ਕਰਨੀ। ਮੈਨੂੰ ਲੋਕਾਂ ਦੀ ਪਰਵਾਹ ਨਹੀਂ, ਮੈਨੂੰ ਮੇਰੇ ਗੁਰੂ ਦੀ ਪਰਵਾਹ ਹੈ। ਲੋਕੀ ਭਾਵੇਂ ਕਹਿਣ ਕਿ ਇਹਦਾ ਵਿਆਹ ਹੈ ਤੇ ਇਹਨੇ ਮੇਕਅਪ ਨਹੀਂ ਕੀਤਾ, ਪਰ ਮੇਰੇ ਗੁਰੂ ਨੂੰ ਮੈਂ ਇਦਾਂ ਹੀ ਫੱਬਣੀ ਆ, ਤੇ ਮੈਂ ਇਦਾਂ ਹੀ ਜਾਣਾ। ਮੈਂ ਇਹ ਨਹੀਂ ਪਰਵਾਹ ਕਰਨੀ ਕਿ ਲੋਕੀ ਕਹਿੰਦੇ ਨੇ ਚੂੜਾ ਪਾਇਆ, ਜਾਂ ਲੋਕੀ ਕਹਿੰਦੇ ਨੇ 9 ਲੱਖਾ ਹਾਰ, ਆਈ ਥਿੰਕ ਹੁੰਦਾ, ਮੈਨੂੰ ਪਤਾ ਵੀ ਨਹੀਂ, ਪਰ ਜੇ ਇਹੀ ਹੁੰਦਾ ਤੇ ਜੇ 9 ਲੱਖਾ ਹਾਰ ਪਾਇਆ ਤਾਂ ਹੀ ਜਿਹੜੀ ਆ ਵਹੁਟੀ ਸੋਹਣੀ ਲੱਗਦੀ ਹੈ। ਪਰ ਉਹ ਵਹੁਟੀ ਗੁਰੂ ਸਾਹਿਬ ਨੂੰ ਥੋੜਾ ਵਧੀਆ ਲੱਗਦੀ ਹੈ ਜੀ। ਆਪਾਂ ਤਾਂ ਉਹ ਕੰਮ ਕਰਨਾ ਨਾ ਜਿਹੜਾ ਗੁਰੂ ਨੂੰ ਵਧੀਆ ਲੱਗਦਾ। ਸੋ ਹੁਣ ਆਪਾਂ ਗੱਲ ਕਰਨੇ ਆ ਜੀ ਬ੍ਰੇਸਲੇਟ ਦੀ, ਕੰਗਨ ਦੀ। ਸੋ ਆਪਾਂ ਸਾਰੇ ਹੀ ਚਾਹੁੰਦੇ ਆ ਨਾ ਕਿ ਨਾਲ ਫਿਰ ਮੈਚਿੰਗ ਬ੍ਰੇਸਲੇਟ ਵੀ ਪਾਣਾ। ਤੇ ਸਭ ਤੋਂ ਪਹਿਲਾਂ ਤਾਂ ਜੀ ਕਿ ਜਿਹੜੇ ਆਪਾਂ ਆਪਣੇ ਆਪ ਨੂੰ ਸਿੱਖ ਖਵਾਉਂਦੇ ਆ, ਤੇ ਆਈ ਥਿੰਕ ਜ਼ਿਆਦਾਤਰ ਲੋਕ ਕੜਾ ਪਾਉਂਦੇ ਨੇ। ਕੜੇ ਦਾ ਲਿਟਰਲੀ ਜੇ ਆਪਾਂ ਟ੍ਰਾਂਸਲੇਸ਼ਨ ਕਰੀਏ ਜੀ ਤੇ ਉਹ ਬ੍ਰੇਸਲੇਟ ਹੀ ਬਣਦਾ। ਹੁਣ ਅਗੇਨ ਮੇਰੀ ਪੋਲ ਆਈ ਥਿੰਕ ਚੱਲਣੀ ਨਹੀਂ ਹੈਗੀ, ਤੇ ਬਟ ਮੇਰਾ ਕੁਐਸਚਨ ਹੈ ਕਿ ਕੀ ਤੁਸੀਂ ਕੜਾ ਪਾਇਆ ਜੀ?
क्विक हाँ जी, नहीं जी, तुसी बस चैट दे विच टाइप कर दो जी। हाँ जी, सो सारिਆਂ ने कड़ा पाया होया ना जी। सो जे कड़ा पाया होया, आई थिंक साडा कोई आंसर आया नहीं भी पाया ते दैट्स फाइन। अगेन कोई ਇਹ नहीं हैगा कि पाया या नहीं पाया, गल ये नहीं हैगी, गल ये है कि मैं ये दसना चाह रही हूँ कि एज अ सिख जे ਆਪਾਂ ਇਸ ਗੱਲ ਨੂੰ ਕੰਸੀਡਰ ਕਰਨੇ ਆ ਨਾ ਕਿ ਆਪਾਂ ਕਹਿੰਦੇ ਆ ਕਿ ਮੈਂ ਤਾਂ ਬ੍ਰੇਸਲੇਟ ਪਹਿਲਾਂ ਹੀ ਪਾਇਆ ਹੋਇਆ, ਕੜਾ ਪਾਇਆ ਹੋਇਆ। ਹੁਣ ਗੁਰਬਾਣੀ ਦਾ ਫਰਮਾਨ ਹੈ ਜੀ, ਕਾਰੇ ਕਾਰੇ ਕਰਤਾ ਕੰਗਨ ਪਹਿਰੈ ਇਨ ਬਿਧ ਚਿਤ ਰਹੀ। ਸੋ ਜਦੋਂ ਆਪਾਂ ਗੁਰਬਾਣੀ ਨੂੰ, ਗੁਰੂ ਦੇ ਨਾਮ ਨੂੰ, ਵਾਹਿਗੁਰੂ ਦਾ ਜਾਪ ਕਰਨੇ ਆ ਨਾ ਜੀ, ਸਿਮਰਨ ਕਰਨੇ ਆ, ਤੇ ਆਪਾਂ ਉਹ ਕੰਗਣ ਪਾਉਂਦੇ ਆ ਹਰ ਸਮੇਂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸ ਦਾ ਜਾਪ ਜਦੋਂ ਕਰਾਂਗੇ ਤੇ ਇਦਾਂ ਦਾ ਕੰਗਣ ਪਾਣਾ ਹੈ ਜੀ ਆਪਾਂ, ਜਦੋਂ ਹਰ ਸਮੇਂ ਸੁਰਤ ਦੇ ਵਿੱਚ ਵਾਹਿਗੁਰੂ ਦਾ ਨਾਮ ਚੱਲੇਗਾ ਨਾ, ਤੇ ਹਮੇਸ਼ਾ ਇਹ ਗੱਲ ਵੀ ਨਾਲ ਯਾਦ ਰਹੇਗੀ ਕਿ ਆਪਾਂ ਉਸੇ ਗੁਰੂ ਦੀ ਕਈ ਗੱਲ ਜਿਹੜੀ ਹੈ ਨਾ ਜੀ, ਆਪਾਂ ਉਹ ਮੰਨਣੀ ਹੈ। ਤੇ ਜਦੋਂ ਗੁਰੂ ਦੀ ਕਈ ਗੱਲ ਮੰਨ ਲਈ ਨਾ, ਫਿਰ ਲੋਕਾਂ ਦੀ ਪਰਵਾਹ ਕਰਨੀ ਬੰਦ ਕਰ ਦੇਵਾਂਗੇ। ਹੁਣ ਗੱਲ ਕਰੀਏ ਜੀ ਆਈਲਾਈਨਰ ਦੀ। ਅੱਖਾਂ ਮੋਟੀਆਂ ਕਰ ਲਈਏ ਥੋੜੀਆਂ ਜੀਆਂ, ਕਾਜਲ ਪਾ ਲਈਏ, ਤੇ ਕਿਹੜਾ ਕਾਜਲ ਪਾਈਏ ਜੀ? ਗੁਰਬਾਣੀ ਦਾ ਫਰਮਾਨ ਹੈ ਜੀ, ਭੈ ਕੀਆਂ ਦੇਹ ਸਲਾਈਆਂ ਨੈਣੀ, ਭਾਵ ਕਾ ਕਰ ਸ਼ਿੰਗਾਰੋ। ਸੋ ਕਿੱਦਾਂ ਦਾ ਕਾਜਲ ਪਾਣਾ ਹੈ ਜੀ? ਗੁਰਬਾਣੀ ਦਾ ਫਰਮਾਨ ਹੈ ਕਿ ਕਾਜਲ ਪਾਣਾ ਜੀ ਨਿਰਮਲ ਭਉ ਦਾ। ਉਸ ਪਰਮਾਤਮਾ ਵਾਸਤੇ ਇੱਕ ਨਿਰਮਲ ਭਉ ਹੋਵੇ ਮਨ ਦੇ ਵਿੱਚ, ਡਰਨਾ ਨਹੀਂ। ਇਹ ਡਰ ਨਹੀਂ ਮਨ ਦੇ ਵਿੱਚ ਰੱਖਣਾ ਕਿ ਜੇ ਮੈਂ ਇਹ ਨਾ ਕੀਤਾ ਤੇ ਪਰਮਾਤਮਾ ਨੇ ਪਤਾ ਨਹੀਂ ਮੇਰੇ ਨਾਲ ਕੀ ਕਰ ਦੇਣਾ ਹੈ, ਤੇ ਉਹ ਡਰ ਤੋਂ ਭੱਜਣ ਵਾਸਤੇ, ਡਰ ਤੋਂ ਬਚਣ ਵਾਸਤੇ ਆਪਾਂ ਹੋਰ ਕਰਮਕਾਂਡਾਂ ਦੇ ਵਿੱਚ ਪਏ ਰਹੀਏ ਨਾ, ਕਿ ਜਾ ਕੇ ਇੱਧਰ ਦੀ ਸੁਖਣਾ ਲਾਤੀ, ਉੱਧਰ ਦੀ ਸੁਖਣਾ ਲਾਤੀ, ਪੀਰ ਬਾਬੇ ਦੇ ਡੇਰੇ ਮੜੀਆਂ ਤੇ ਜਾ ਕੇ ਮੱਥਾ ਟੇਕ ਲਈਏ। ਉਦਾਂ ਦਾ ਡਰ ਨਹੀਂ ਰੱਖਣਾ ਪਰਮਾਤਮਾ ਵਾਸਤੇ, ਪਰ ਇੱਕ ਬਹੁਤ ਹੀ ਪਿਆਰਾ ਜਿਹਾ ਨਿਰਮਲ ਭਉ ਰੱਖਣਾ ਹੈ ਕਿ ਉਹ ਪਰਮਾਤਮਾ ਪ੍ਰਤੀ, ਪਰਮਾਤਮਾ ਜਿਹੜਾ ਹੈ ਨਾ, ਉਹਨੇ ਸਾਨੂੰ ਬਣਾਇਆ ਤੇ ਉਹ ਹੈ ਸਾਡਾ ਬਾਪ। ਤੇ ਬਾਪ ਕਦੀ ਹੈ ਨਾ ਜਿਹੜਾ, ਉਹ ਆਪਣੇ ਬੱਚੇ ਦਾ ਬੁਰਾ ਨਹੀਂ ਚਾਹੁੰਦਾ। ਸੋ ਉਹਨੇ ਸਾਡੇ ਵਾਸਤੇ ਕਦੀ ਕੁਝ ਬੁਰਾ ਨਹੀਂ ਕਰਨਾ। ਸੋ ਉਹਦਾ ਡਰ ਨਹੀਂ ਰੱਖਣਾ ਮਨ ਵਿੱਚ, ਬਸ ਇੱਕ ਨਿਰਮਲ ਭਉ ਰੱਖਣਾ। ਸੋ ਜੇ ਐਗਜ਼ਾਮਪਲ ਦੇ ਤੌਰ ਤੇ ਜੇ ਸਮਝਣਾ ਹੋਵੇ ਜੀ ਇਸ ਗੱਲ ਨੂੰ, ਹੁਣ ਛੋਟੇ ਬੱਚੇ ਨੇ ਨਾ, ਜੇ ਆਪਾਂ ਉਹ ਬੱਚਿਆਂ ਨੂੰ ਉੱਚੀ ਆਵਾਜ਼ ਦੇ ਵਿੱਚ ਲਗਾਤਾਰ ਝਿੜਕਦੇ ਜਾ ਰਹੇ ਹਾਂ, ਜਾਂ ਉਹਨਾਂ ਤੇ ਹੱਥ ਚੱਕ ਰਹੇ ਹਾਂ, ਮਾਰ ਕੁੱਟ ਰਹੇ ਹਾਂ, ਤੇ ਉਹ ਬੱਚੇ ਜਿਹੜੇ ਨੇ ਨਾ, ਉਹ ਸਾਡੇ ਤੋਂ ਦੂਰ ਹੋਣ ਲੱਗ ਪੈਂਦੇ ਨੇ, ਆਪਣੇ ਮਾਪਿਓ ਤੋਂ ਬੱਚੇ ਦੂਰ ਹੋਣ ਲੱਗ ਪੈਂਦੇ ਨੇ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਆਪਣੇ ਮਾਪਿਓ ਪ੍ਰਤੀ ਇੰਨਾ ਕੁ ਡਰ ਬਣ ਜਾਂਦਾ ਨਾ ਕਿ ਉਹ ਕੋਈ ਗੱਲ ਛੇਤੀ ਕਿਤੇ ਮਾਪਿਓ ਨੂੰ ਦੱਸਦੇ ਨਹੀਂ, ਉਹਨਾਂ ਤੋਂ ਬਹੁਤ ਦੂਰੀ ਵੱਧ ਜਾਂਦੀ ਹੈ। ਤੇ ਦੂਜੇ ਪਾਸੇ ਜੇ ਆਪਾਂ ਬੱਚਿਆਂ ਨੂੰ ਇਸ ਤਰ੍ਹਾਂ ਪਾਲੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਆਹ ਰੂਲਸ ਨੇ, ਕਿ ਤੁਸੀਂ ਆਹ ਚੀਜ਼ਾਂ ਕਰ ਸਕਦੇ ਹੋ ਤੇ ਤੁਸੀਂ ਆਹ ਚੀਜ਼ਾਂ ਨਹੀਂ ਕਰ ਸਕਦੇ, ਤੇ ਜਿਹੜੀਆਂ ਚੀਜ਼ਾਂ ਨੇ ਜੀ ਕਿ ਜਿਹੜੀਆਂ ਤੁਸੀਂ ਨਹੀਂ ਕਰਨੀਆਂ, ਪਰ ਜੇ ਤੁਸੀਂ ਕਰ ਰਹੇ ਹੋ ਤੇ ਫਿਰ ਉਹਦੇ ਕਨਸੀਕੁਐਂਸਸ ਵੀ ਹੋਣਗੇ। ਬੱਚੇ ਦੇ ਮਨ ਦੇ ਵਿੱਚ ਨਾ ਬਸ ਇੰਨੀ ਕੀ ਗੱਲ ਬਹੁਤ ਹੁੰਦੀ ਆ ਕਿ ਉਹਦਾ ਕੋਈ ਕਨਸੀਕੁਐਂਸ ਹੋਏਗਾ, ਤੁਹਾਨੂੰ ਇਹ ਵੀ ਦੱਸਣ ਦੀ ਲੋੜ ਨਹੀਂ ਕਿ ਕੀ ਕਨਸੀਕੁਐਂਸ ਹੋਏਗਾ, ਬਸ ਇੰਨਾ। ਉਹਨੂੰ ਕਹਿੰਦੇ ਨੇ ਜੀ ਨਿਰਮਲ ਭਉ, ਕਿਉਂਕਿ ਬੱਚੇ ਨੂੰ ਨਾ ਹਰ ਸਮੇਂ ਉਹਦੇ ਬੈਕ ਆਫ ਦ ਮਾਈਂਡ ਹੋਏਗਾ ਕਿ ਜੇ ਮੈਂ, ਮੰਮੀ ਪਾਪਾ ਨੇ ਕਿਹਾ ਸੀ ਕਿ ਇਹ ਕੰਮ ਨਹੀਂ ਕਰਨਾ, ਜੇ ਮੈਂ ਕਰਤਾ ਨਾ ਤੇ ਉਹ ਗੁੱਸਾ ਹੋਣਗੇ ਜਾਂ ਕੁਝ ਹੋ ਜਾਣਾ, ਪਤਾ ਨਹੀਂ ਕੀ ਹੋ ਜਾਣਾ ਨਾ। ਸੋ ਉਹ ਹੈ ਨਿਰਮਲ ਭਉ। ਉਹਦੇ ਨਾਲ ਬੱਚਾ ਦੂਰ ਨਹੀਂ ਹੋ ਰਿਹਾ, ਉਹ ਗੱਲ ਕਰਦਾ ਰਹੇਗਾ ਮਾਂ-ਬਾਪ ਨਾਲ, ਤੇ ਉਹ ਰਿਸ਼ਤਾ ਬਣਾ ਕੇ ਰੱਖੇਗਾ। ਸੋ ਇਦਾਂ ਹੀ ਆਪਾਂ ਪਰਮਾਤਮਾ ਨਾਲ ਕਰਨਾ ਜੀ, ਇੱਕ ਨਿਰਮਲ ਭਉ ਰੱਖਣਾ ਕਿ ਗੁਰੂ ਨੇ ਦੱਸਿਆ ਕਿ ਇਹ ਕਰਨਾ ਹੈ, ਸੋ ਆਪਾਂ ਕਰਨਾ ਹੈ। ਤੇ ਜੇ ਆਪਾਂ ਨਹੀਂ ਕਰਾਂਗੇ ਤੇ ਫਿਰ ਜਿਹਾ ਬੀਜਿਆ ਸੋ ਲੂਣਾ, ਕਰਮਾ ਸੰਦੜਾ ਖੇਤ। ਜੋ ਕਰਾਂਗੇ ਉਹਦਾ ਫਲ ਵੀ ਭੁਗਤਣਾ ਪਏਗਾ, ਪਰ ਉਸ ਚੀਜ਼ ਤੋਂ ਡਰਨਾ ਨਹੀਂ ਹੈਗਾ। ਸੋ ਪਰਮਾਤਮਾ ਦਾ ਡਰ ਨਹੀਂ, ਨਿਰਮਲ ਭਉ ਰੱਖਣਾ ਜੀ। ਹੁਣ ਆਪਾਂ ਗੱਲ ਕਰਨੇ ਆ ਜੀ ਅੰਗੂਠੀ ਦੀ। ਮੁੰਦਰੀ ਵੀ ਪਾਣੀ ਹੈ ਨਾ, ਬਹੁਤ ਕਾਮਨ ਗੱਲ ਹੈ, ਵੈਡਿੰਗ ਰਿੰਗ ਚਾਹੀਦੀ ਹੈ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਮੇਰਾ ਵਿਆਹ ਹੋਇਆ। ਤੇ ਇੱਥੇ ਤਾਂ ਆਈ ਡੋਂਟ ਨੋ ਇੰਡੀਆ 'ਚ ਕਿੰਨੀ ਕਾਮਨ ਚੀਜ਼ ਹੈ, ਇੱਥੇ ਤਾਂ ਚਾਹੀਦੀ ਵੀ ਡਾਇਮੰਡ ਰਿੰਗ ਹੁੰਦੀ ਹੈ। ਸੋ ਅਗੇਨ ਕਿਊਰੀਅਸ ਟੂ ਨੋ, ਲੈਟਸ ਸੀ ਜੇ ਮੈਂ ਇੱਥੋਂ ਵੀ ਕਰ ਸਕਦੀ ਹਾਂ। ਓ देयर यू गो। ਓਕੇ, ਸੋ ਆਈ ਥਿੰਕ ਮੈਂ ਐਕਚੁਅਲੀ ਕਰ ਸਕਦੀ ਹਾਂ ਲਾਂਚ। ਫਾਈਨਲੀ ਮਾਈ ਸਕਰੀਨ ਇਜ਼ ਵਰਕਿੰਗ। ਓਕੇ, ਸੋ ਤੁਸੀਂ ਆਪਣੀ ਸਕਰੀਨ ਤੇ ਜੀ ਕੁਐਸਚਨ ਦੇਖ ਰਹੇ ਹੋ, ਸੋ ਪਲੀਜ਼ ਉੱਥੇ ਆਨਸਰ ਕਰੋ ਜੀ ਕਿ ਜੇ ਤੁਹਾਡਾ ਵਿਆਹ ਹੋਇਆ ਤਾਂ ਕੀ ਤੁਸੀਂ ਵੈਡਿੰਗ ਰਿੰਗ ਪਾਈ ਹੈ, ਤੇ ਜੇ ਤੁਹਾਡਾ ਵਿਆਹ ਨਹੀਂ ਹੋਇਆ ਕੀ ਤੁਸੀਂ ਆਪਣੇ ਵਿਆਹ ਤੋਂ ਬਾਅਦ ਜਾਂ ਵਿਆਹ ਦੇ ਟਾਈਮ ਤੁਸੀਂ ਵੈਡਿੰਗ ਰਿੰਗ ਪਾਣਾ ਚਾਹੁੰਦੇ ਹੋ? ਇਹ ਆਈ ਥਿੰਕ ਇਟਸ ਬੈਟਰ ਕਿ ਇਦਾਂ ਪੋਲ ਮੈਂ ਕਰ ਸਕਦੀ ਹਾਂ, ਕਿਉਂਕਿ ਅਨੋਨਿਮਸ ਕੁਐਸਚਨਸ ਨੇ ਹੁਣ। ਸੋ ਆਈ ਥਿੰਕ ਆਪਾਂ ਬਸ 2 ਜਣਿਆਂ ਦੇ ਹੋਰ ਵੇਟ ਕਰ ਰਹੇ ਹਾਂ ਕੁਐਸਚਨ ਰਿਪਲਾਈ ਕਰਨ ਵਾਸਤੇ ਪੋਲ ਤੇ। ਵੰਡਰਿੰਗ ਉਹਨਾਂ ਨੂੰ ਕੋਈ ਟੈਕਨੀਕਲ ਇਸ਼ੂਜ਼ ਨਾ ਹੁੰਦੇ ਹੋਣ। ਓਕੇ, ਸੋ ਮੈਂ ਪੋਲ ਐਂਡ ਕਰਨੀ ਹੈ ਤੇ ਮੈਂ ਸ਼ੇਅਰ ਕਰਨੀ ਹੈ ਜੀ ਰਿਜ਼ਲਟਸ। ਤੁਸੀਂ ਦੇਖੋਗੇ ਕੀ ਰਿਜ਼ਲਟਸ ਨੇ। ਇਹ ਮੈਂ ਜਸਟ ਸਕਰੀਨਸ਼ਾਟ ਲਿੱਤਾ ਜੀ
ਰਿਜ਼ਲਟਸ ਦਾ। ਸੋ ਤੁਸੀਂ ਦੇਖੋ ਇੱਕ ਜਣੇ ਨੇ ਪਾਏ ਨੇ ਤੇ 17% ਨੇ ਪਾਏ ਨੇ, 50% ਕਹਿ ਰਹੇ ਨੇ ਨਹੀਂ ਪਾਏ ਤੇ 33% ਨੂੰ ਪਤਾ ਨਹੀਂ ਹਲੇ ਕਿ ਪਾਣੇ ਕਿ ਨਹੀਂ। ਸੋ ਯੂ ਸੀ ਕਿ ਇਟਸ ਕਾਈਂਡ ਆਫ ਕਿ ਕਿਤੇ ਨਾ ਕਿਤੇ ਮਨ ਦੇ ਵਿੱਚ ਹੈ ਕਿ ਅੰਗੂਠੀ ਪਾਣੀ ਹੈ ਨਾ, ਵਿਆਹ ਕਰਨਾ ਹੈ, ਅੰਗੂਠੀ ਪਾਈ ਹੋਵੇ, ਡਾਇਮੰਡ ਰਿੰਗ, ਗੋਲਡ ਰਿੰਗ ਪਾਈ ਹੋਵੇ, ਪਤਾ ਲੱਗਦਾ ਹੈ ਕਿ ਵਿਆਹ ਹੋਇਆ ਤੇ ਦੂਜੇ ਜਿਹੜੇ ਮੁੰਡੇ ਨੇ ਨਾ ਉਹ ਆ ਕੇ ਤੰਗ ਨਹੀਂ ਕਰਨਗੇ। ਹੁਣ ਗੁਰਬਾਣੀ ਕੀ ਕਹਿੰਦੀ ਹੈ ਜੀ? ਗੁਰੂ ਸਾਹਿਬ ਜੀ ਦਾ ਫਰਮਾਨ ਹੈ, ਮਧੂਸੂਦਨ ਕਰ ਮੁੰਦਰੀ ਪਹਿਰੈ ਪਰਮੇਸ਼ਰ ਪਟ ਲਈ। ਇਸ ਦਾ ਮਤਲਬ ਕੀ ਹੈ ਹੁਣ ਜੀ? ਇਹਦਾ ਮਤਲਬ ਹੈ ਕਿ ਪਰਮਾਤਮਾ ਦੇ ਨਾਮ ਨੂੰ ਆਪਾਂ ਮੁੰਦਰੀ ਬਣਾ ਕੇ ਪਾਣਾ ਹੈ ਤੇ ਉਹ ਮੁੰਦਰੀ ਆਪਾਂ ਹਰ ਸਮੇਂ ਪਾ ਕੇ ਰੱਖਣੀ ਹੈ। ਜਿੱਦਾਂ ਤੁਹਾਡੀ ਵੈਡਿੰਗ ਰਿੰਗ ਹੈ ਨਾ, ਉਹ ਹਰ ਸਮੇਂ ਪਾ ਕੇ ਰੱਖਣੀ ਹੈ, ਲਾਣੀ ਨਹੀਂ ਹੈਗੀ। ਉਦਾਂ ਹੀ ਉਹਦੀ ਜਗ੍ਹਾ ਤੇ ਆਪਾਂ ਪਰਮਾਤਮਾ ਦੇ ਨਾਮ ਨੂੰ ਮੁੰਦਰੀ ਬਣਾ ਕੇ ਹਰ ਸਮੇਂ ਪਾ ਕੇ ਰੱਖਣਾ ਹੈ, ਕਿਉਂਕਿ ਜਦੋਂ ਪਰਮਾਤਮਾ ਨੂੰ ਰਾਖਾ ਬਣਾ ਲਿਆ ਨਾ ਤੇ ਫਿਰ ਵਿਆਹ ਹੋਇਆ ਜਾਂ ਨਹੀਂ ਹੋਇਆ, ਜਿਹੜਾ ਉਹ ਡਰ ਹੈ ਨਾ ਕਿ ਕੋਈ ਮੁੰਡਾ ਆ ਕੇ ਛੇੜ ਨਾ ਦੇਵੇ ਜਾਂ ਕੋਈ ਕੁਝ ਗਲਤ ਨਾ ਕਰ ਜਾਵੇ ਸਾਡੇ ਨਾਲ, ਉਹ ਡਰ ਖਤਮ ਹੋ ਜਾਏਗਾ। ਕਿਉਂਕਿ ਜਦੋਂ ਭਰੋਸਾ ਪਰਮਾਤਮਾ ਦੇ ਨਾਮ ਦਾ ਹੈ ਨਾ ਤੇ ਫਿਰ ਇੱਜ਼ਤ ਪੱਤ ਦੀ ਰਾਖੀ ਵੀ ਉਹ ਪਰਮਾਤਮਾ ਆਪ ਹੀ ਕਰਦਾ ਹੈ, ਹਮੇਸ਼ਾ ਸਾਡੀ ਰੱਖਿਆ ਕਰਦਾ ਹੈ ਤੇ ਸਾਡੀ ਇੱਜ਼ਤ ਦੀ ਰਾਖੀ ਉਹ ਪਰਮਾਤਮਾ ਆਪ ਕਰਦਾ ਹੈ। ਸੋ ਅਗਲੀ ਵਾਰ ਜਦੋਂ ਮੇਕਅਪ ਕਰਨ ਬਾਰੇ ਸੋਚੋ ਜਾਂ ਕੋਈ ਫੈਸ਼ਨ ਨਾਲ ਜਾਣ ਲੱਗੇ ਤਾਂ ਇਹ ਗੱਲ ਯਾਦ ਰੱਖਿਓ ਜੀ ਕਿ ਜਦੋਂ ਤੁਸੀਂ ਸੜਕ ਤੇ ਤੁਰੇ ਜਾ ਰਹੇ ਹੋ ਨਾ, ਜੇ ਮੈਂ ਸੜਕ ਤੇ ਜਾ ਰਹੀ ਹਾਂ ਨਾ ਤੇ ਮੈਂ ਭਵਨਜੋਤ ਕੌਰ ਨਹੀਂ ਹੈਗੀ, ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਬਣਾਈ ਕੌਰ ਹਾਂ, ਗੁਰੂ ਸਾਹਿਬ ਦੀ ਸਿੰਘਣੀ ਆ। ਤੇ ਜਦੋਂ ਮੈਂ ਸੜਕ ਤੇ ਤੁਰੀ ਜਾ ਰਹੀ ਹਾਂ ਤੇ ਮੈਂ ਉਸ ਗੁਰੂ ਗੋਬਿੰਦ ਸਿੰਘ ਦੀ ਆਈਡੈਂਟੀਟੀ ਨੂੰ, ਗੁਰੂ ਗੋਬਿੰਦ ਸਿੰਘ ਜੀ ਦੀ ਰਿਸਪੌਂਸਿਬਿਲਟੀ ਜਿਹੜੀ ਉਹਨਾਂ ਨੇ ਇੱਕ ਕੌਰ ਨੂੰ ਬਖਸ਼ੀ ਹੈ ਨਾ, ਮੈਂ ਉਹ ਲੈ ਕੇ ਸੜਕ ਤੇ ਤੁਰ ਰਹੀ ਹਾਂ। ਤੇ ਇਹੀ ਗੱਲ ਤੁਹਾਡੇ ਸਾਰਿਆਂ ਤੇ ਵੀ ਲਾਗੂ ਹੁੰਦੀ ਹੈ ਜੀ ਕਿ ਜੇ ਤੁਸੀਂ ਆਪਣੇ ਆਪ ਨੂੰ ਕੌਰ ਅਖਵਾਉਂਦੇ ਹੋ, ਗੁਰੂ ਗੋਬਿੰਦ ਸਿੰਘ ਜੀ ਦੀ ਸਿੰਘਣੀ ਅਖਵਾਉਂਦੇ ਹੋ ਨਾ, ਫਿਰ ਉਹ ਆਈਡੈਂਟਿਟੀ ਤੁਸੀਂ ਸੜਕ ਤੇ ਜਦੋਂ ਤੁਰੇ ਜਾ ਰਹੇ ਹੋ ਤੇ ਉਹ ਲੈ ਕੇ ਜਾਂਦੇ ਹੋ, ਤੇ ਫਿਰ ਇੱਕ ਵਾਰੀ ਆਪਣੇ ਦਿਮਾਗ ਦੇ ਵਿੱਚ ਇਹ ਪਿਕਚਰ ਬਣਾ ਕੇ ਦੇਖਿਓ ਕਿ ਗੁਰੂ ਸਾਹਿਬ ਨੇ ਸਿੰਘਣੀ ਬਣਾਈ ਕਿੱਦਾਂ ਦੀ ਸੀ, ਅੱਜ ਆਪਾਂ ਦੇਖ ਕਿੱਦਾਂ ਦੀਆਂ ਰਹੇ ਹਾਂ। ਸੋ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਿਓ ਜੀ। ਸੋ ਹੁਣ ਕਨਕਲੂਜਨ ਦੇ ਵਿੱਚ ਮੈਂ ਕੁਝ ਕੁ ਗੁਰਬਾਣੀ ਦੇ ਫਰਮਾਨ ਦਵਾਂਗੀ ਜੀ, ਉਹਨਾਂ ਦੇ ਰੈਫਰੈਂਸ ਦੇ ਨਾਲ ਆਪਾਂ ਕਨਕਲੂਡ ਕਰਾਂਗੇ। ਫਿਰ ਐਟ ਦੀ ਐਂਡ ਕੁਐਸਚਨਸ ਜਿਹੜੇ ਨੇ ਉਹ ਵੀ ਤੁਸੀਂ ਪੁੱਛ ਸਕਦੇ ਹੋ, ਇੱਕ ਸਰਵੇ ਹੋਏਗਾ, ਮੈਂ ਚੈਟ ਦੇ ਵਿੱਚ ਲਿੰਕ ਪਾ ਦਵਾਂਗੀ, ਸੋ ਪਲੀਜ਼ ਉਹ ਸਰਵੇ ਕੰਪਲੀਟ ਕਰਿਓ ਜੀ। ਤੋ ਅੰਤ ਦੇ ਵਿੱਚ ਜਿੱਥੇ ਆਪਾਂ ਇਹ ਯਾਦ ਰੱਖਣਾ ਹੈ ਨਾ ਕਿ ਜੇ ਮੈਂ ਸੱਚੀ ਕੌਰ ਆ ਨਾ ਤੇ ਮੇਰੀ ਇੱਜ਼ਤ ਦਾ ਰਾਖਾ ਜਿਹੜਾ ਹੈ ਨਾ ਉਹ ਪਰਮਾਤਮਾ ਹੈ ਤੇ ਉਹਨੂੰ ਕੋਈ ਕੁਝ, ਫਿਰ ਕੋਈ ਉਹਦਾ ਕੁਝ ਵਿਗਾੜ ਨਹੀਂ ਸਕਦਾ ਹੈਗਾ। ਤੇ ਉਸ ਸਮੇਂ ਤੇ ਇਹ ਮਾਇਨੇ ਨਹੀਂ ਰੱਖਦਾ ਕਿ ਮੈਂ ਕਿੱਦਾਂ ਦੇ ਕੱਪੜੇ ਪਾਏ ਨੇ ਜਾਂ ਮੈਂ ਕਿੱਦਾਂ ਦੀ ਦਿਖ ਰਹੀ ਹਾਂ, ਮਾਇਨੇ ਇਹ ਰੱਖਦਾ ਹੈ ਕਿ ਮੇਰਾ ਅੰਦਰੋਂ ਚਰਿੱਤਰ ਕਿੱਦਾਂ ਦਾ। ਤੇ ਜੇ ਚਰਿੱਤਰ ਜਿਹੜਾ ਹੈ ਨਾ, ਜਿਹੜਾ ਕੈਰੈਕਟਰ ਹੈ, ਉਹ ਜੇ ਗੁਰਬਾਣੀ ਤੋਂ ਸੇਧ ਲੈ ਕੇ ਬਣਾਇਆ ਹੋਏਗਾ ਨਾ ਤੇ ਫਿਰ ਉਹਦੀ ਦਿੱਖ ਜਿਹੜੀ ਹੈ ਨਾ ਉਹ ਵੱਖਰੀ ਹੋਏਗੀ ਜੀ। ਗੁਰਬਾਣੀ ਦਾ ਫਰਮਾਨ ਹੈ, ਭਗਤ ਜਨਾ ਕਾ ਲੂੰਗਰਾ ਓੜ ਨਗਨ ਨਾ ਹੋਈ, ਜਿਹਦਾ ਮਤਲਬ ਹੈ ਜੀ ਕਿ ਇਹ ਜਦੋਂ ਜਿਹੜਾ ਪਰਮਾਤਮਾ ਦੇ ਪਿਆਰ ਦੇ ਵਿੱਚ ਰੰਗਿਆ ਹੋਇਆ ਨਾ, ਫਿਰ ਉਹ ਭਾਵੇਂ ਜਿਵੇਂ ਦੇ ਮਰਜ਼ੀ ਫਟੇ ਪੁਰਾਣੇ ਕੱਪੜੇ ਪਾਏ, ਉਹ ਕਦੀ ਨੰਗਾ ਨਹੀਂ ਹੋਏਗਾ, ਕਿਉਂਕਿ ਉਹਦੀ ਇੱਜ਼ਤ ਪਰਮਾਤਮਾ ਆਪ ਰੱਖਦਾ ਹੈ ਜੀ। ਤੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਕਿ ਜੇ ਮੇਕਅਪ ਕਰ ਲੈਂਦੇ ਆ ਤੇ ਫਿਰ ਕੀ ਹੋ ਜਾਏਗਾ? ਜਿੰਨਾ ਮਰਜ਼ੀ ਮੇਕਅਪ ਕਰ ਲਈਏ, ਜਿੰਨੇ ਮਰਜ਼ੀ ਅਪ ਟੂ ਡੇਟ ਫੈਸ਼ਨ ਦੇ ਵਿੱਚ ਰਹਿ ਲਈਏ, ਲੂਈ ਵੁਟਨ ਦਾ ਪਰਸ ਫੜਿਆ ਹੋਵੇ, ਗੁੱਚੀ ਦੀ ਪੈਂਟ ਪਾਈ ਹੋਵੇ ਤੇ ਸੂਟ ਜਿਹੜਾ ਉਹ 20-22 ਹਜ਼ਾਰ ਦਾ ਪਾਇਆ ਹੋਵੇ ਜਾਂ ਟੌਪ ਜਿੰਨਾ ਮਹਿੰਗਾ ਪਾਇਆ ਹੋਵੇ, ਪਰ ਜੇ ਪਰਮਾਤਮਾ ਪਿਆਰ ਨਹੀਂ ਨਾ ਕਰਦਾ ਤੇ ਫਿਰ ਉਹ ਸਾਰੇ ਮੇਕਅਪ ਤੇ ਸਾਰੇ ਫੈਸ਼ਨ ਦਾ ਕੋਈ ਫਾਇਦਾ ਨਹੀਂ। ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਜੀ, ਜੇ ਤਨ ਕੰਤ ਨਾ ਭਾਵਈ ਤਾਂ ਸਭ ਅਡੰਬਰ ਕੂੜ। ਜਿੰਨਾ ਮਰਜ਼ੀ ਪੈਸਾ ਖਰਚ ਲਓ ਤੇ ਜਿੰਨੇ ਮਰਜ਼ੀ ਅਪ ਟੂ ਡੇਟ ਰਹਿ ਲਵੋ ਜੀ, ਪਰ ਜੇ ਪਰਮਾਤਮਾ ਨੂੰ ਪਿਆਰੇ ਨਹੀਂ ਨਾ ਲੱਗਦੇ ਤਾਂ ਫਿਰ ਉਹ ਸਾਰੇ ਕੀਤੇ ਦਾ ਫਾਇਦਾ ਕੋਈ ਨਹੀਂ ਹੈਗਾ ਜੀ। ਸੋ ਅੰਤ ਦੇ ਵਿੱਚ ਗੁਰਬਾਣੀ ਦਾ ਇੱਕ ਫਰਮਾਨ ਯਾਦ ਕਰੀਏ ਜੀ, ਬਸਤਰ ਵਿਭੂਖਨ ਸੁਖ ਬਹੁਤ ਵਿਸੇਖੈ, ਓਏ ਪੀ ਜਾਨੋ ਕਿਤੈ ਨਾ ਲੇਖੈ। ਸੁਰਤ ਦੇ ਵਿੱਚ, ਫਰੇਮ ਆਫ ਮਾਈਂਡ ਜਿਹੜਾ ਹੈ ਨਾ, ਦਿਮਾਗ ਦੇ ਵਿੱਚ ਇਹ ਗੱਲ ਹੋਵੇ ਕਿ ਕੱਪੜੇ ਜਿੰਨੇ ਮਰਜ਼ੀ ਘੈਂਟ ਹੋਣ, ਜਿਊਲਰੀ ਜਿੰਨੀ ਮਰਜ਼ੀ ਮਹਿੰਗੀ ਹੋਵੇ, ਬ੍ਰਾਂਡਡ ਜਿੰਨੀਆਂ ਮਰਜ਼ੀ ਚੀਜ਼ਾਂ ਪਾਈਆਂ ਹੋਣੀਆਂ ਰੱਖੀਆਂ ਹੋਣ, ਉਹ ਸਭ ਦਾ ਕੋਈ ਫਾਇਦਾ ਨਹੀਂ, ਕੋਈ ਮਤਲਬ ਨਹੀਂ ਜੇ ਆਪਣੇ ਅੰਦਰ ਪਰਮਾਤਮਾ ਵਾਸਤੇ ਪਿਆਰ ਨਹੀਂ ਹੈਗਾ। ਤੇ ਜਦੋਂ ਪਰਮਾਤਮਾ ਵਾਸਤੇ ਪਿਆਰ ਜਾਗ ਪਿਆ ਤੇ ਗੁਰੂ ਦੀ ਬਾਣੀ ਪੜਨ ਲੱਗ ਪਏ ਤੇ ਫਿਰ ਸਮਝ ਇਹ ਵੀ ਆ ਜਾਏਗੀ ਕਿ ਗੁਰੂ ਸਾਹਿਬ ਕਹਿ ਕੀ ਰਹੇ ਨੇ। ਤੇ ਜਦੋਂ ਪਤਾ ਲੱਗ ਗਿਆ ਕਿ ਉਹ ਕਹਿ ਕੀ ਰਹੇ ਨੇ ਤੇ ਫਿਰ ਆਪਾਂ ਗੁਰੂ ਦੀ ਕਈ ਗੱਲ ਜਿਹੜੀ ਹੈ ਉਹ ਸੁਣਾਂਗੇ ਵੀ ਤੇ ਮੰਨਾਂਗੇ ਵੀ। ਤੇ ਫਿਰ ਇਹ ਪਤਾ ਲੱਗੇਗਾ ਕਿ ਗੁਰਬਾਣੀ ਕੀ ਕਹਿੰਦੀ ਹੈ ਕਿ ਕਿੱਦਾਂ ਦਾ ਮੇਕਅਪ ਕਰਨਾ ਹੈ
ਤੇ ਫਿਰ ਆਪਾਂ ਮੇਕਅਪ ਵੀ ਜੀ ਉਦਾਂ ਦਾ ਹੀ ਕਰਾਂਗੇ। ਹੁਣ ਕੰਕਲੂਡ ਕਰਨ ਤੋਂ ਪਹਿਲਾਂ ਇੱਕ ਫਾਈਨਲ ਪੋਲ ਜੀ, ਤੇ ਉਹ ਪੋਲ ਹੈ ਜੀ ਹੁਣੇ ਤੁਹਾਡੇ ਸਕਰੀਨ ਤੇ ਆਏਗੀ। ਓਕੇ, ਸੋ ਤੁਸੀਂ ਮੈਨੂੰ ਪਲੀਜ਼ ਉਹਦਾ ਆਨਸਰ ਦਿਓ ਜੀ, ਆਰ ਯੂ ਪ੍ਰਾਊਡ ਆਫ ਬੀਇੰਗ ਅ ਕੌਰ? ਤੇ ਅਗੇਨ ਜਸਟ ਅ ਫਨ ਕੁਐਸਚਨ, ਫਨ ਪੋਲ, ਕੋਈ ਕੁਛ ਨਹੀਂ ਹੋ ਰਿਹਾ, ਇਹਦਾ ਕੋਈ ਸਟੈਟਿਸਟਿਕਸ ਨਹੀਂ ਮੈਂ ਲੈ ਰਹੀ ਹੈਗੀ, ਸੋ ਜਸਟ ਫॉर ਫਨ। ਜਸਟ ਇੱਕ ਬੰਦੇ ਦੀ ਆਪਾਂ ਵੇਟ ਕਰ ਰਹੇ ਹਾਂ ਜੀ, ਆਈ ਥਿੰਕ। ਓਕੇ, ਸੋ ਸਾਰਿਆਂ ਨੇ ਆਨਸਰ ਦਿੱਤਾ ਜੀ। ਸੋ ਮੈਂ ਪੋਲ ਐਂਡ ਕਰਨੀ ਹੈ ਤੇ ਆਲ ਜਸਟ ਸ਼ੇਅਰ ਮਾਈ ਰਿਜ਼ਲਟਸ। ਸੋ ਤੁਸੀਂ ਦੇਖੋ ਜੀ 71% ਕਹਿ ਰਹੇ ਨੇ ਕਿ ਯੈਸ ਆਈ ਐਮ ਪ੍ਰਾਊਡ ਆਫ ਬੀਇੰਗ ਅ ਕੌਰ, ਤੇ 2 ਜਣੇ ਕਹਿ ਰਹੇ ਨੇ ਜੀ ਆਈ ਐਮ ਨਾਟ ਅ ਕੌਰ, ਵਿਚ ਇਜ਼ ਅਗੇਨ ਟੋਟਲੀ ਫਾਈਨ। ਗੁਰਬਾਣੀ ਜਿਹੜੀ ਹੈ ਉਹ ਇਹ ਨਹੀਂ ਦੇਖਦੀ ਕਿ ਤੁਸੀਂ ਸਿੱਖ ਹੋ ਜਾਂ ਨਹੀਂ ਸਿੱਖ, ਤੁਸੀਂ ਤਾਂ ਹੀ ਪੜ੍ਹਨੀ ਹੈ, ਤੁਸੀਂ ਕੌਰ ਹੈਗੇ ਹੋ ਜਾਂ ਨਹੀਂ ਤੇ ਤੁਸੀਂ ਤਾਂ ਹੀ ਪੜ੍ਹਨੀ ਹੈ। ਗੁਰੂ ਦੀ ਬਾਣੀ ਹੈ, ਸਾਰਿਆਂ ਵਾਸਤੇ ਸਾਂਝੀ ਹੈ ਜੀ। ਤੇ ਪਰ ਜੇ ਆਪਾਂ ਆਪਣੇ ਆਪ ਨੂੰ ਉਸ ਗੁਰੂ ਦੇ ਸਿੱਖ ਖਵਾਉਂਦੇ ਆ ਨਾ, ਫਿਰ ਭਾਵੇਂ ਆਪਾਂ ਕੌਰ ਹੈਗੇ ਆ ਜਾਂ ਨਹੀਂ, ਗੁਰੂ ਦੇ ਸਿੱਖ ਤਾਂ ਹੈਗੇ ਆ ਨਾ ਜੀ। ਤੇ ਜਦੋਂ ਗੁਰੂ ਦੇ ਸਿੱਖ ਆ ਨਾ, ਤੇ ਫਿਰ ਆਪਾਂ ਯਾਦ ਰੱਖੀਏ ਕਿ ਜੋ ਗੁਰੂ ਕਹਿ ਰਿਹਾ ਹੈ ਆਪਾਂ ਉਹੀ ਕਰੀਏ, ਗੁਰੂ ਦੇ ਦੱਸੇ ਰਸਤੇ ਤੇ ਚੱਲੀਏ ਜੀ। ਤੇ ਫਿਰ ਜਿੱਥੇ ਇਹ ਜਨਮ ਸਫਲਾ ਹੋਏਗਾ ਨਾ, ਤੇ ਫਿਰ ਅੱਗੇ ਵੀ ਹਮੇਸ਼ਾ ਸਾਡਾ ਜੀ ਜਨਮ ਸਫਲਾ ਹੀ ਹੋਏਗਾ ਜੀ। ਸੋ ਇਹ ਸੀ ਜੀ ਪ੍ਰੈਜੈਂਟੇਸ਼ਨ। ਹੁਣ ਮੈਂ ਕੁਐਸਚਨਸ ਲੈਣੀ ਆ, ਪਰ ਉਸ ਤੋਂ ਪਹਿਲਾਂ ਮੈਂ ਨਾ ਸਰਵੇ ਦਾ ਲਿੰਕ ਪਾਣਾ ਚਾਹਾਂਗੀ ਜੀ, ਤਾਂ ਕਿ ਜਦੋਂ ਆਪਾਂ ਕੁਐਸਚਨਸ ਕਰ ਰਹੇ ਹਾਂ ਮੀਨਵਾਈਲ ਤੁਸੀਂ ਉਹ ਸਰਵੇ ਵੀ ਕਰ ਸਕੋ। ਤੇ ਜੇ ਤੁਸੀਂ ਬਾਅਦ ਚ ਕਰਨਾ ਹੋਏਗਾ ਤੇ ਤਾਂ ਵੀ ਦੈਟਸ ਟੋਟਲੀ ਫਾਈਨ ਵਿਦ ਮੀ। ਇਹਦੇ ਨਾਲ ਇਹ ਹੋਏਗਾ ਕਿ ਮੈਨੂੰ ਇੱਥੇ ਹੀ ਪਤਾ ਲੱਗ ਜਾਏਗਾ ਕਿ ਸਰਵੇ ਦੇ ਨਾਲ ਕੋਈ ਪ੍ਰੋਬਲਮਸ ਤਾਂ ਨਹੀਂ ਹੈਗੀਆਂ ਜੀ। ਓਕੇ ਜੀ, ਸੋ ਜਸਟ ਲੈਟ ਮੀ ਨੋ ਜੇ ਕੋਈ ਪ੍ਰੋਬਲਮ ਆਂਦੀ ਹੈ ਜੀ ਸਰਵੇ ਕਰਨ ਦੇ ਵਿੱਚ। ਤੇ ਹੁਣ ਮੈਂ ਕੁਐਸਚਨਸ ਲਵਾਂਗੀ, ਜਿਨ੍ਹਾਂ ਨੇ ਚੈਟ ਦੇ ਵਿੱਚ ਪਾਣੇ ਆ ਉਹ ਚੈਟ ਦੇ ਵਿੱਚ ਪਾ ਸਕਦੇ ਨੇ, ਤੇ ਜਿਨ੍ਹਾਂ ਨੇ ਉਦਾਂ ਪੁੱਛਣੇ ਨੇ ਉਦਾਂ ਵੀ ਪੁੱਛ ਸਕਦੇ ਨੇ। ਸੋ ਇੱਕ ਕੁਐਸਚਨ ਮੈਂ ਦੇਖ ਰਹੀ ਹਾਂ ਜੀ ਚੈਟ ਦੇ ਵਿੱਚ ਮੈਨੂੰ ਡਾਇਰੈਕਟ ਆਇਆ, ਸੋ ਜਾਂ ਤੁਸੀਂ ਡਾਇਰੈਕਟ ਮੈਸੇਜ ਵੀ ਕਰ ਸਕਦੇ ਹੋ। ਆਰ देयर ਐਨੀ ਕਲਰ ਰਿਸਟ੍ਰਿਕਸ਼ਨਸ ਫॉर ਕਲੋਥਸ ਇਨ ਸਿੱਖੀਜ਼ਮ ਐਸ ਪਰ ਗੁਰਬਾਣੀ? ਨਹੀਂ ਜੀ, ਆਪਾਂ ਗੱਲ ਕੀਤੀ ਪਹਿਲਾਂ ਵੀ ਕਿ ਜਿਹੜੇ ਰੰਗਾਂ ਦੀ ਉਹ ਬਣਾਈ ਹੋਈ ਹੈ ਨਾ ਅਹਿਮੀਅਤ, ਕਹਿ ਲਓ ਕਿ ਚਿੱਟਾ ਪਾਣਾ ਹੈ ਜਾਂ ਲਾਲ ਪਾਣਾ, ਉਹ ਸਾਰੀ ਸਮਾਜ ਦੀ ਬਣਾਵਟ ਹੈ ਜੀ। ਗੁਰਬਾਣੀ ਦੇ ਵਿੱਚ ਰੰਗਾਂ ਵਾਸਤੇ ਕੋਈ ਨਹੀਂ। ਕੱਪੜੇ ਦੀ ਗੱਲ ਕਰੀਏ ਕਿ ਗੁਰੂ ਸਾਹਿਬ ਨੇ ਕੀ ਕਿਹਾ ਹੈ ਕੱਪੜੇ ਵਾਸਤੇ, ਤਾਂ ਗੁਰੂ ਸਾਹਿਬ ਨੇ ਜੀ ਸਿਰਫ ਇੱਕੋ ਹੀ ਗੱਲ ਕਹੀ ਹੈ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪੈਂਦਾ ਤਨ ਪੀੜੀ ਹੈ, ਮਨ ਮਹਿ ਚੱਲੇ ਵਿਕਾਰ। ਕਿ ਕੋਈ ਵੀ ਇਦਾਂ ਦਾ ਕੱਪੜਾ ਪਾਉਣ ਨਾਲ ਜਾਂ ਕੋਈ ਵੀ ਇਦਾਂ ਦਾ ਰੰਗ ਪਾਉਣ ਨਾਲ ਜਿਹਦੇ ਨਾਲ ਮਨ ਦੇ ਵਿੱਚ ਵਿਕਾਰ ਮਾੜੇ ਆਉਂਦੇ ਹੋਣ, ਜਾਂ ਤੁਹਾਡਾ ਸਰੀਰ ਆਪ ਤੰਗ ਹੁੰਦਾ ਹੋਵੇ, ਉਦਾਂ ਦਾ ਕੱਪੜਾ ਉਦਾਂ ਦਾ ਰੰਗ ਨਹੀਂ ਪਾਣਾ ਜੀ। ਹੋਰ ਰੰਗ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ। ਹੈ ਜੀ, ਇੱਕ ਹੋਰ ਕੁਐਸਚਨ ਆਇਆ ਜੀ, sometimes being tidy dressed up affects self mood, so if we are dressing up for self and not others or society, if that considered wrong as per ਗੁਰਬਾਣੀ? ਸਾਫ ਸੁਥਰਾ ਰਹਿਣਾ ਗਲਤ ਨਹੀਂ ਹੈ ਜੀ, ਸਾਰਿਆਂ ਨੂੰ ਸਾਫ ਸੁਥਰਾ ਰਹਿਣਾ ਚਾਹੀਦਾ। ਤਾਂ ਹੀ ਗੁਰੂ ਸਾਹਿਬ ਨੇ ਇਸ਼ਨਾਨ ਕਰਨ ਦਾ, ਹਨਾ, ਅੰਮ੍ਰਿਤ ਵੇਲੇ ਉੱਠ ਕੇ ਆਪਣੇ ਆਪ ਨੂੰ ਸਾਫ਼ ਰੱਖਣ ਦਾ ਉਹ ਪ੍ਰਚਲਿਤ ਕੀਤਾ ਕਿ ਸਾਫ਼ ਹਰ ਕਿਸੇ ਨੂੰ ਰੱਖਣਾ ਚਾਹੀਦਾ। ਪਰ ਜੇ ਤੁਸੀਂ ਕਿਸੇ ਨੂੰ ਦਿਖਾਉਣ ਵਾਸਤੇ ਕੁਝ ਕਰ ਰਹੇ ਹੋ ਉਹ ਗਲਤ ਹੈ। ਆਪਣੇ ਗੁਰੂ ਨੂੰ ਖੁਸ਼ ਕਰਨ ਵਾਸਤੇ ਤੁਸੀਂ ਜੋ ਕਰ ਰਹੇ ਹੋ ਉਹ ਗਲਤ ਨਹੀਂ ਹੈਗਾ। ਆਪਣੇ ਆਪ ਨੂੰ ਸਾਫ਼ ਰੱਖਣ ਵਾਸਤੇ ਤੁਸੀਂ ਜੋ ਕਰ ਰਹੇ ਹੋ ਉਹ ਵੀ ਗਲਤ ਨਹੀਂ ਹੈਗਾ ਜੀ। ਫॉर एग्जांपल ਅੰਮ੍ਰਿਤਧਾਰੀ is red or such colors are not allowed। ਨਹੀਂ ਜੀ, ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ। ਜਦੋਂ ਆਪ ਅੰਮ੍ਰਿਤ ਵੀ ਛਕਣ ਜਾਈਦਾ ਤੇ ਪੰਜ ਪਿਆਰੇ ਇਦਾਂ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਲਾਉਂਦੇ ਕਿ ਤੁਸੀਂ ਇਹ ਰੰਗ ਨਹੀਂ ਪਾਣਾ ਜਾਂ ਉਹ ਰੰਗ ਨਹੀਂ ਪਾਣਾ। ਅਗੇਨ ਉਹੀ ਗੱਲ ਆ ਜਾਂਦੀ ਹੈ ਜੀ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪੈਂਦਾ ਤਨ ਪੀੜੀ ਹੈ, ਮਨ ਮਹਿ ਚੱਲੇ ਵਿਕਾਰ। ਕਿ ਰੰਗ ਕੱਪੜਾ ਉਹ ਨਹੀਂ ਪਾਣਾ ਜਿਹਦੇ ਨਾਲ ਮਨ ਦੇ ਵਿੱਚ ਵਿਕਾਰ ਆਣ ਜਾਂ ਉਹ ਤੁਹਾਡੇ ਸਰੀਰ ਨੂੰ ਤੰਗ ਕਰੇ। ਰੰਗਾਂ ਦੀ ਕੋਈ ਉਹ ਨਹੀਂ ਹੈਗੀ ਕਿ ਲਾਲ ਨਹੀਂ ਪਾਣਾ ਜਾਂ ਸਫੇਦ ਨਹੀਂ ਪਾਣਾ, ਇਦਾਂ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ। ਥੈਂਕ ਯੂ ਸੋ ਮਚ, ਯੂ ਆਰ ਵੈਲਕਮ ਜੀ। ਹੋਰ ਕਿਸੇ ਦਾ ਕੋਈ ਕੁਐਸਚਨ ਹੈ ਜੀ, ਤੁਸੀਂ ਅਗੇਨ ਮਾਈਕ ਅਨਮਿਊਟ ਕਰਕੇ ਪੁੱਛ ਸਕਦੇ ਹੋ, ਜਾਂ ਤੁਸੀਂ ਚੈਟ ਦੇ ਵਿੱਚ ਪਾ ਸਕਦੇ ਹੋ, ਮੈਨੂੰ ਡਾਇਰੈਕਟ ਮੈਸੇਜ ਕਰ ਸਕਦੇ ਹੋ। ਜੇ ਤੁਸੀਂ ਜਨਰਲ ਕਰਨਾ ਤੇ ਉਹ ਵੀ ਤੁਸੀਂ ਕਰ ਸਕਦੇ ਹੋ। ਤੇ ਜੇ ਕਿਸੇ ਨੂੰ ਸੋ ਫਾਰ ਸਰਵੇ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਜੀ, ਪਲੀਜ਼ ਉਹ ਵੀ ਦੱਸ ਦਿਓ। ਆਈ ਨੋ ਆਪਾਂ ਟਾਈਮ ਤੇ ਥੋੜੇ ਜਿਹਾ ਰਿਸਟ੍ਰਿਕਟਡ ਚੱਲ ਰਹੇ ਹਾਂ, ਜਸਟ 3 more minutes, ਬਟ ਅਗੇਨ ਆਪਾਂ ਥੋੜੀ ਜਿਹੀ ਲੇਟ ਵੀ ਸਟਾਰਟ ਕੀਤਾ, ਸਾਰਿਆਂ ਨੇ ਲੇਟ ਜੁਆਇਨ ਕੀਤਾ ਸੀਗਾ। ਸਰਵੇ ਦਾ ਲਿੰਕ ਜੀ ਮੈਂ ਇੱਥੇ ਚੈਟ ਦੇ ਵਿੱਚ ਹੀ ਪਾਇਆ, ਮਿਲਿਆ ਨਹੀਂ ਤੁਹਾਨੂੰ? ਇੱਕ ਜਣਾ ਕਹਿ ਰਿਹਾ ਜੀ ਉਹਨਾਂ ਨੂੰ ਨਹੀਂ ਮਿਲਿਆ, ਬਾਕੀ ਜਣੇ ਪਲੀਜ਼ ਇੱਥੇ ਮੈਨੂੰ ਰੇਜ਼ ਹੈਂਡ ਕਰਕੇ ਜਾਂ ਕੋਈ ਵੀ ਫੀਚਰ ਕਰਕੇ ਮੈਨੂੰ ਦੱਸ ਸਕਦੇ ਹੋ ਜੀ ਕਿ ਜੀ ਮਿਲ ਗਿਆ। ਨਹੀਂ ਜੀ, ਨੋ ਪ੍ਰੋਬਲਮ, ਆਈ ਅੰਡਰਸਟੈਂਡ ਕਿ ਲੇਟ ਆਉਣ ਵਾਸਤੇ ਕਈ ਵਾਰੀ ਟੈਕਨੀਕਲ ਇਸ਼ੂਜ਼ ਹੋ ਜਾਂਦੇ ਨੇ। ਤੇ ਲਿੰਕ ਮਿਲ ਗਿਆ, ਥੈਂਕ ਯੂ ਜੀ।
ਜੀ what about lipstick? ਜੀ ਲਿਪਸਟਿਕ ਦੀ ਐਜ਼ ਸੱਚ ਗੁਰਬਾਣੀ ਦੇ ਵਿੱਚ ਜਿੱਥੇ ਤੱਕ ਮੈਂ ਗੁਰਬਾਣੀ ਨੂੰ ਸਮਝਿਆ ਜੀ ਇੱਦਾਂ ਸਪੈਸੀਫਿਕ ਐਗਜ਼ਾਮਪਲ ਨਹੀਂ ਹੈਗੀ, ਪਰ ਜੇ ਆਪਾਂ ਮੇਕਅਪ ਦੀ ਗੱਲ ਕਰਨੇ ਆ ਜੀ ਉਹੀ ਗੱਲ ਫਿਰ ਆ ਜਾਂਦੀ ਹੈ ਕਿ ਆਪਾਂ ਲਿਪਸਟਿਕ ਜਿਹੜੀ ਹੈ ਉਹ ਕਿਉਂ ਲਾ ਰਹੇ ਹਾਂ। ਬਹੁਤ ਕਾਮਨ ਟ੍ਰੈਂਡ ਮੈਂ ਸੁਣਿਆ ਜਿਹੜਾ ਕਿ ਵੂਮਨ ਸ਼ੁੱਡ ਵੇਅਰ ਰੈੱਡ ਲਿਪਸਟਿਕ। ਕਿਉਂ ਜੀ? ਕਹਿੰਦੇ ਕਿ ਰੈੱਡ ਲਿਪਸਟਿਕ ਲਾਉਣ ਨਾਲ ਨਾ ਔਰਤ ਜਿਹੜੀ ਹੈ ਬੋਲਡ ਲੱਗਦੀ ਆ ਤੇ ਉਹਨੂੰ ਇਹ ਸ਼ੋ ਹੁੰਦਾ ਹੈ ਕਿ ਇਹਦੇ ਵਿੱਚ ਬਹੁਤ ਕੌਨਫੀਡੈਂਸ ਹੈ। ਤੇ ਮੈਨੂੰ ਇਹ ਕਈ ਵਾਰੀ ਮੈਂ ਸੋਚਣੀ ਆ ਕਿ ਕੀ ਕੌਨਫੀਡੈਂਸ ਆਪਣਾ ਸ਼ੋ ਕਰਨ ਵਾਸਤੇ ਸਾਨੂੰ ਲਿਪਸਟਿਕ ਲਾਉਣ ਦੀ ਲੋੜ ਪਏਗੀ? ਕੀ ਮੇਰਾ ਕੌਨਫੀਡੈਂਸ ਮੇਰੇ ਕੈਰੈਕਟਰ ਦੇ ਵਿੱਚੋਂ ਝਲਕਦਾ ਨਹੀਂ? ਇਹਦੇ ਵਾਸਤੇ ਵੱਖਰੇ ਲਿਪਸਟਿਕ ਦੀ ਕੀ ਲੋੜ ਹੈ? ਸੋ ਸਵਾਲ ਇਹ ਹੈ ਕਿ ਲਿਪਸਟਿਕ ਆਪਾਂ ਕਿਉਂ ਲਾ ਰਹੇ ਹਾਂ? ਕੀ ਆਪਾਂ ਦਿਖਾਉਣਾ ਚਾਹੁੰਦੇ ਹਾਂ ਉਹਦੇ ਵਾਸਤੇ? ਹਾਂ, ਕਈਆਂ ਦੇ ਲਿਪਸ ਜਿਹੜੇ ਨੇ ਉਹ ਕ੍ਰੈਕ ਹੋ ਜਾਂਦੇ ਨੇ ਨਾ, ਸਰਦੀਆਂ ਦੇ ਵਿੱਚ ਬੁੱਲ ਸੁੱਕ ਜਾਂਦੇ ਨੇ, ਬੁੱਲ ਫਟ ਜਾਂਦੇ ਨੇ ਤੇ ਆਪਾਂ ਅਕਸਰ ਘਿਓ ਲਾਉਂਦੇ ਹਾਂ ਜਾਂ ਆਪਾਂ ਕੋਈ ਬਾਮ ਲੈ ਲੈਂਦੇ ਹਾਂ, ਕਿਸੇ ਵੀ ਤਰ੍ਹਾਂ ਦੀ ਵੈਸਲੀਨ, ਜਸਟ ਟੂ ਕੀਪ ਦ ਲਿਪਸ ਹਾਈਡਰੇਟਡ, ਤੇ ਦੈਟਸ ਫਾਈਨ। ਪਰ ਸਵਾਲ ਇਹ ਹੈ ਕਿ ਆਪਾਂ ਲਿਪਸਟਿਕ ਕਿਉਂ ਲਾ ਰਹੇ ਹਾਂ? ਕਿਸੇ ਨੂੰ ਦਿਖਾਉਣ ਵਾਸਤੇ ਲਾ ਰਹੇ ਹਾਂ ਜਾਂ ਆਪਣੇ ਆਪ ਵਾਸਤੇ ਲਾ ਰਹੇ ਹਾਂ? ਲਾਲ ਰੰਗ ਆਪਣੇ ਕੌਨਫੀਡੈਂਸ ਨੂੰ ਸ਼ੋ ਆਫ ਕਰਨ ਵਾਸਤੇ ਲਾ ਰਹੇ ਹਾਂ? ਤੇ ਸੀਰੀਅਸਲੀ ਫਿਰ ਆਈ ਥਿੰਕ ਉਹ ਤਾਂ ਰੀਜ਼ਨ ਹੀ ਬਹੁਤ ਗਲਤ ਹੋ ਗਿਆ ਨਾ ਕਿ ਮੈਨੂੰ ਕਿਸੇ ਨੂੰ ਆਪਣਾ ਕੌਨਫੀਡੈਂਸ ਦਿਖਾਉਣ ਵਾਸਤੇ ਮੈਨੂੰ ਲਿਪਸਟਿਕ ਦੀ ਲੋੜ ਪੈ ਰਹੀ ਹੈ ਕਿਉਂਕਿ ਮੇਰੇ ਕੈਰੈਕਟਰ ਚੋਂ ਨਹੀਂ ਉਹ ਝਲਕਦਾ। ਰੈਡ ਕਲਰ ਇਜ਼ ਅਟਰੈਕਟਿਵ ਬਟ ਅਕੋਰਡਿੰਗ ਟੂ ਗੁਰੂ ਜੀ ਸਿੰਪਲਿਸਿਟੀ ਇਜ਼ ਮੋਰ ਗੁੱਡ। ਜੀ ਬਿਲਕੁਲ ਉਹੀ ਗੱਲ ਆ ਜਾਂਦੀ ਹੈ ਨਾ ਕਿ ਗੁਰੂ ਸਾਹਿਬ ਨੂੰ ਆਪਾਂ ਕਿੱਦਾਂ ਵਧੀਆ ਲੱਗਦੇ ਹਾਂ? ਕੀ ਲਿਪਸਟਿਕ ਲਾ ਕੇ ਜਾਂ ਮੇਕਅਪ ਕਰਕੇ ਕੀ ਗੁਰੂ ਸਾਹਿਬ ਨੂੰ ਆਪਾਂ ਉਦਾਂ ਵਧੀਆ ਲੱਗਣੇ ਆ? ਜਾਂ ਆਪਾਂ ਜਿੱਦਾਂ ਦੇ ਗੁਰੂ ਸਾਹਿਬ ਨੇ ਸਾਨੂੰ ਬਣਾਇਆ ਜੇ ਆਪਾਂ ਉਦਾਂ ਦੇ ਰਹਿੰਦੇ ਆ ਤੇ ਗੁਰੂ ਸਾਹਿਬ ਨੂੰ ਆਪਾਂ ਤਾਂ ਵਧੀਆ ਲੱਗਦੇ ਹੋਵਾਂਗੇ? ਸਵਾਲ ਤਾਂ ਇੱਥੇ ਆ ਕੇ ਮੁੱਕਦਾ ਨਾ। ਹੁਣ ਜੇ ਆਪਾਂ ਐਗਜ਼ਾਮਪਲ ਲਈਏ, ਸਾਡੇ ਬੱਚੇ ਨੇ, ਠੀਕ ਹੈ ਜੀ, ਜਾਂ ਆਪਾਂ ਕਿਸੇ ਦੇ ਬੱਚੇ ਆ, ਜਦੋਂ ਤੱਕ ਤਾਂ ਬੱਚੇ ਮਾਪਿਓ ਦੇ ਕਹਿਣੇ ਦੇ ਵਿੱਚ ਰਹਿਣ ਨਾ ਤੇ ਮਾਪਿਓ ਨੂੰ ਬੱਚੇ ਬੜੇ ਵਧੀਆ ਲੱਗਦੇ ਨੇ ਕਿ ਮੇਰਾ ਪੁੱਤਰ, ਮੇਰੀ ਧੀ ਮੇਰੀ ਪੂਰੀ ਗੱਲ ਮੰਨਦਾ ਹੈ, ਮੇਰੀ ਗੱਲ ਸੁਣਦਾ ਹੈ, ਮੇਰਾ ਬੱਚਾ ਬੜਾ ਵਧੀਆ ਹੈ, ਮੇਰੀ ਧੀ ਬੜੀ ਸਿਆਣੀ ਹੈ। ਤੇ ਜੇ ਬੱਚੇ ਰਿਬੈਲ ਕਰ ਜਾਣ ਤੇ ਮਾਪਿਓ ਤੋਂ ਉਲਟ ਹੋ ਜਾਣ ਤੇ ਉਹੀ ਬੱਚੇ ਜਿਹੜੇ ਨੇ ਨਾ ਉਹ ਮਾਪਿਓ ਨੂੰ ਬੜੇ ਭੈੜੇ ਲੱਗਦੇ ਨੇ ਕਿ ਇਹ ਤਾਂ ਮੇਰੀ ਗੱਲ ਨਹੀਂ ਸੁਣਦਾ ਹੈਗਾ, ਇਹ ਮੇਰੀ ਗੱਲ ਨਹੀਂ ਸੁਣਦੀ ਹੈਗੀ, ਆਪਣੀ ਮਰਜ਼ੀ ਕਰਦੀ ਹੈ, ਮੇਰੀ ਜਮਾ ਹੀ ਨਹੀਂ ਮੇਰੇ ਵੱਲ ਧਿਆਨ ਦਿੰਦੀ। ਤੇ ਬੱਚਾ ਕਿੰਨਾ ਕੁ ਪਿਆਰਾ ਲੱਗਦਾ ਹੈ ਜੀ ਮਾਪਿਓ ਨੂੰ। ਸੋ ਆਪਾਂ ਵੀ ਗੁਰੂ ਸਾਹਿਬ ਦੇ ਬੱਚੇ ਆ ਨਾ ਆਪਾਂ ਸਾਰੇ, ਤੇ ਜੇ ਆਪਾਂ ਗੁਰੂ ਸਾਹਿਬ ਦਾ ਕਹਿਣਾ ਮੰਨ ਕੇ ਗੁਰੂ ਦੇ ਦੱਸੇ ਰਸਤੇ ਤੇ ਚੱਲ ਰਹੇ ਹਾਂ ਤਾਂ ਫਿਰ ਤਾਂ ਆਪਾਂ ਗੁਰੂ ਸਾਹਿਬ ਨੂੰ ਬਹੁਤ ਪਿਆਰੇ ਲੱਗਦੇ ਹੋਵਾਂਗੇ। ਤੇ ਜੇ ਆਪਾਂ ਗੁਰੂ ਤੋਂ ਬਾਗੀ ਹੋ ਕੇ, ਗੁਰੂ ਤੋਂ ਬੇਮੁਖ ਹੋ ਕੇ ਆਪਣੇ ਮਨ ਦੀ ਮਰਜ਼ੀ ਜਾਂ ਸੋਸਾਇਟੀ ਜੋ ਚਾਹੁੰਦੀ ਹੈ ਆਪਾਂ ਉਹ ਕਰ ਰਹੇ ਹਾਂ, ਫਿਰ ਆਪਾਂ ਗੁਰੂ ਨੂੰ ਕਿੰਨੇ ਕੁ ਵਧੀਆ ਲੱਗਦੇ ਹੋਵਾਂਗੇ ਜੀ। ਸਿਰਫ ਵੰਡਰਫੁਲ ਕੁਐਸਚਨਸ ਜੀ, ਬਹੁਤ ਵਧੀਆ ਕੁਐਸਚਨਸ ਆ ਰਹੇ ਨੇ ਜੀ। ਇੱਕ ਹੋਰ ਗੱਲ ਜੀ, ਵਾਟ ਅਬਾਊਟ ਕਿ ਕਿਸੇ ਦੀ ਸ਼ਾਦੀ ਵਿੱਚ ਤਿਆਰ ਨਾ ਹੋਣਾ ਹੈ ਬਟ ਇੱਛਾ ਹੋ ਰਹੀ ਹੈ ਤਿਆਰ ਮੇਕਅਪ ਫੈਸ਼ਨ ਕਰਨਾ ਹੈ ਜੀ, ਤਾਂ ਕੀ ਕਰਨਾ ਹੈ ਜੀ? ਮਨ ਦੀ ਗੱਲ ਸੁਣਨੀ ਚਾਹੀਦੀ। ਬਹੁਤ ਵਧੀਆ ਕੁਐਸਚਨ ਹੈ। ਜੇ ਮਨ ਕਰ ਰਿਹਾ ਨਾ ਤਾਂ ਫਿਰ ਤਾਂ ਆਪਾਂ ਮਨ ਦੇ ਪਿੱਛੇ ਲੱਗੇ ਹਾਂ, ਤੇ ਜੇ ਮਨ ਦੇ ਪਿੱਛੇ ਲੱਗੇ ਹਾਂ ਤਾਂ ਫਿਰ ਜੋ ਮਨ ਕਹਿ ਰਿਹਾ ਕਰੀ ਜਾਈਏ, ਕੀ ਫਰਕ ਪੈਂਦਾ? ਪਰ ਕੀ ਆਪਾਂ ਮਨ ਦੇ ਪਿੱਛੇ ਲੱਗਣਾ ਹੈ, ਮਨਮੁਖ ਹੋਣਾ ਹੈ, ਜਾਂ ਆਪਾਂ ਗੁਰੂ ਦੇ ਪਿੱਛੇ ਲੱਗ ਕੇ ਗੁਰਮੁਖ ਹੋਣਾ? ਜੇ ਆਪਾਂ ਗੁਰੂ ਦੀ ਗੱਲ ਮੰਨਣੇ ਆ ਤੇ ਫਿਰ ਗੁਰੂ ਸਾਹਿਬ ਕੀ ਕਹਿ ਰਹੇ ਨੇ ਆਪਾਂ ਉਹ ਕਰਨਾ ਹੈ। ਤੇ ਜੇ ਮਨ ਕਰ ਰਿਹਾ ਕਿ ਮੈਂ ਕਰਨਾ ਹੈ ਤੇ ਲੱਗ ਰਿਹਾ ਕਿ ਗੁਰੂ ਸਾਹਿਬ ਜੋ ਕਹਿ ਰਹੇ ਨੇ ਨਾ, ਮੈਨੂੰ ਸਮਝ ਤਾਂ ਆ ਰਹੀ ਹੈ ਕਿ ਗੁਰੂ ਸਾਹਿਬ ਕੀ ਕਹਿ ਰਹੇ ਨੇ, ਪਰ ਮੇਰਾ ਮਨ ਨਹੀਂ ਮੰਨਦਾ, ਤੇ ਫਿਰ ਤਾਂ ਜੀ ਮਨ ਦੇ ਪਿੱਛੇ ਹੀ ਲੱਗ ਜਾਓ ਨਾ। ਕਿ ਜੇ ਉਹ ਕੰਮ ਕਰਕੇ ਜੋ ਗੁਰੂ ਸਾਹਿਬ ਕਹਿ ਰਹੇ ਨੇ, ਜੋ ਆਪਾਂ ਉਹ ਕੰਮ ਕਰਕੇ ਸਾਡੇ ਵਾਸਤੇ ਇੱਕ ਬੰਦਿਸ਼ ਹੈ ਨਾ ਕਿ ਗੁਰੂ ਕਹਿ ਰਿਹਾ ਤੇ ਮੈਨੂੰ ਕਰਨਾ ਪਏਗਾ ਤੇ ਮੈਂ ਕਰਨਾ ਹੈ, ਪਲੀਜ਼ ਨਾ ਕਰੋ। ਗੁਰਬਾਣੀ, ਗੁਰੂ ਨਾਲ ਪਿਆਰ ਜਿਹੜਾ ਹੈ ਨਾ ਜੀ, ਉਹ ਬਹੁਤ ਹੀ ਡਿਫਰੈਂਟ ਵਾਈਬ ਹੁੰਦੀ ਹੈ। ਉਹ ਦਿਲੋਂ ਹੁੰਦਾ, ਦਿਖਾਵਾ ਨਹੀਂ ਹੈਗਾ, ਮਜਬੂਰੀ ਨਹੀਂ ਹੈਗਾ। ਸੋ ਜੇ ਸਮਝ ਆ ਰਿਹਾ ਹੈ ਕਿ ਗੁਰੂ ਕੀ ਕਹਿ ਰਿਹਾ ਤੇ ਕੀ ਕਰਨਾ ਚਾਹੀਦਾ, ਪਰ ਮਨ ਕਰ ਰਿਹਾ ਨਾ ਕਰਨ ਨੂੰ, ਤੇ ਫਿਰ ਦੋ ਗੱਲਾਂ ਨੇ, ਜਾਂ ਤਾਂ ਆਪਾਂ ਮਨ ਦੇ ਪਿੱਛੇ ਲੱਗ ਕੇ ਉਹ ਕਰ ਲਈਏ ਤੇ ਆਪਾਂ ਮਨਮੁਖ ਬਣ ਕੇ ਉਹ ਚੀਜ਼ ਕਰ ਲਈਏ, ਇੱਕ ਗੱਲ ਹੋ ਗਈ ਜੀ। ਦੂਜੀ ਗੱਲ ਕਿ ਆਪਾਂ ਰਹਿਣਾ ਵੀ ਗੁਰਮੁਖ ਚਾਹੁੰਦੇ ਹਾਂ, ਸੋ ਆਪਾਂ ਗੁਰੂ ਨੇ ਜੋ ਕਿਹਾ ਆਪਾਂ ਉਹ ਕਰਨਾ ਹੈ, ਪਰ ਆਪਾਂ ਉਸ ਗੱਲ ਨੂੰ ਹੁਕਮ ਸਮਝ ਕੇ ਨਹੀਂ ਮੰਨਣਾ, ਮਜਬੂਰੀ ਸਮਝ ਕੇ ਕਰਨਾ ਹੈ, ਫਿਰ ਪਲੀਜ਼ ਨਾ ਕਰੀਏ। ਫਿਰ ਕਿਉਂਕਿ ਗੁਰੂ ਸਾਹਿਬ ਜੋ ਕਹਿ ਰਹੇ ਨੇ ਉਹ ਮਜਬੂਰੀ ਨਹੀਂ ਹੈਗੀ, ਬੰਦਿਸ਼ ਨਹੀਂ ਹੈਗੀ। ਸੋ ਜੇ ਮਨ ਗੁਰੂ ਨਾਲ ਨਹੀਂ ਨਾ ਹੈਗਾ, ਗੁਰੂ ਵੱਲ ਨਹੀਂ ਹੈਗਾ, ਤੇ ਜੋ ਮਨ ਕਹਿ ਰਿਹਾ ਤੇ ਫਿਰ ਉਧਰ ਨਹੀਂ ਚੱਲ ਪਓ। ਜੇ ਬੰਦਿਸ਼ ਲੱਗ ਰਹੀ ਹੈ ਤਾਂ ਗੁਰਬਾਣੀ ਬੰਦਿਸ਼ ਨਹੀਂ ਹੈਗੀ ਜੀ, ਗੁਰੂ ਨਾਲ ਤਾਂ ਪਿਆਰ ਹੈ। ਬਸ ਮਨ ਗੁਰੂ ਦੀ ਜਦੋਂ ਪਤਾ ਲੱਗ ਗਿਆ ਕਿ ਗੁਰੂ ਕੀ ਕਹਿ ਰਿਹਾ ਨਾ, ਬਸ ਉਹ ਕਰਨਾ ਹੈ ਤੇ ਫਿਰ ਉਹ ਕਰ ਲੈਣਾ ਆਪਾਂ। ਕਿਸੇ ਨੇ ਬੜਾ ਵਧੀਆ ਲਿਖਿਆ ਜੀ, ਇਟਸ ਅ ਜਰਨੀ ਫਰਮ ਮਾਈਂਡ ਟੂ ਮਾਈਂਡਫੁਲ, ਤੇ ਬਿਲਕੁਲ ਸਹੀ ਗੱਲ ਹੈ। ਸਿਰਫ ਮੇਰੇ ਅੱਜ 1 ਘੰਟੇ ਦੇ ਸੈਸ਼ਨ ਤੋਂ ਬਾਅਦ ਮੈਂ ਇਹ ਐਕਸਪੈਕਟ ਨਹੀਂ ਕਰਦੀ ਕਿ ਕੱਲ ਨੂੰ ਜਾ ਕੇ ਸਾਰੇ ਜਣੇ ਆਪਣਾ ਮੇਕਅਪ ਲਾ ਦੇਣਗੇ ਕਿ ਮੈਂ ਕੱਲ ਨੂੰ ਇਹ ਸੈਸ਼ਨ ਅਟੈਂਡ ਕੀਤਾ ਸੀ, ਅੱਜ ਮੈਂ ਮੇਕਅਪ ਨਹੀਂ ਕਰਨਾ। ਇਟਸ ਅ ਜਰਨੀ, ਮਾਈਂਡਫੁਲਨੈਸ ਹੈ ਨਾ। ਗੁਰੂ ਜੋ ਕਹਿ ਰਿਹਾ, ਗੁਰੂ ਜੋ ਕਰ ਦੱਸ ਰਿਹਾ, ਉਸ ਨੂੰ ਸਮਝਣਾ
ਪਹਿਲਾਂ ਪੜ੍ਹਨਾ, ਸਾਰਿਆਂ ਤੋਂ ਪਹਿਲਾਂ ਗੱਲ ਹੈ ਜੀ ਪੜ੍ਹਨ ਦੀ, ਫਿਰ ਹੈ ਸਮਝਣ ਦੀ, ਫਿਰ ਗੱਲ ਇੰਪਲੀਮੈਂਟ ਕਰਨ ਦੀ ਹੈ ਜੀ। ਬੱਚੇ ਨੂੰ ਆਪਾਂ ਸਿੱਧਾ ਯੂਨੀਵਰਸਿਟੀ ਨਹੀਂ ਭੇਜਦੇ, ਕਿੰਡਰਗਾਰਟਨ ਤੋਂ ਸਟਾਰਟ ਹੋ ਕੇ ਹੌਲੀ 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 ਉੱਤੇ ਜਾ ਕੇ ਗ੍ਰੈਜੂਏਟ ਹੁੰਦਾ। ਏਦਾਂ ਹੀ ਜਦੋਂ ਆਪਾਂ ਗੁਰੂ ਦੇ ਸਕੂਲ ਦੇ ਵਿੱਚ ਆ ਗਏ ਨਾ, ਤੇ ਆਪਾਂ ਹੌਲੀ ਹੌਲੀ ਉੱਤੇ ਵਧਣਾ ਜੀ। ਏਦਾਂ ਨਹੀਂ ਕਿ ਪਹਿਲੇ ਦਿਨ ਹੀ ਮੈਂ ਗ੍ਰੈਜੂਏਟ ਹੋ ਜਾਵਾਂ। ਗੁਰੂ ਦੀ ਬਖਸ਼ਿਸ਼ ਚਾਹੀਦੀ ਹੈ ਜੀ। ਤੇ ਗੁਰੂ ਦੀ ਬਖਸ਼ਿਸ਼ ਕਦੋਂ ਹੁੰਦੀ ਹੈ ਜੀ? ਜਦੋਂ ਆਪਾਂ ਗੁਰੂ ਦੀ ਬਾਣੀ ਨੂੰ ਸਮਝਾਂਗੇ ਕਿ ਗੁਰੂ ਕਹਿ ਕੀ ਰਿਹਾ। In parties not to wear shiny and odd clothes, so many good clothes available, natural beauty is more beautiful and good। ਬਿਲਕੁਲ ਜੀ, spiritual ਜਰਨੀ ਹੈ, ਹਰ ਕਿਸੇ ਦੀ ਆਪਣੀ ਜਰਨੀ ਹੈ, ਤੇ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਕੋਈ ਉਸ ਸਫ਼ਰ ਦੇ ਵਿੱਚ ਕਾਮਯਾਬ ਨਹੀਂ ਹੁੰਦਾ। ਕੋਸ਼ਿਸ਼ ਬਹੁਤ ਜਣੇ ਕਰਦੇ ਨੇ, ਪਰ ਉਹ ਗੁਰੂ ਦੀ ਬਖਸ਼ਿਸ਼ ਚਾਹੀਦੀ ਹੈ। ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਸਾਰਿਆਂ ਤੇ ਹੈ, ਪਰ ਗੁਰੂ ਸਾਹਿਬ ਜਿਹੜੇ ਨੇ ਉਹ ਭਾਵਨਾ ਨੂੰ ਦੇਖਦੇ ਨੇ ਕਿ ਮੇਰੀ ਭਾਵਨਾ ਕੀ ਹੈ। ਜੇ ਮੈਂ ਇੱਕ ਨਾ ਬੜੀ ਕਾਮਨ ਡਿਲੇਮਾ ਹੈ ਸਾਡੇ ਔਰਤਾਂ ਦੇ ਵਿੱਚ ਖਾਸ ਕਰਕੇ, ਆਈ ਥਿੰਕ, ਕਿ ਆਪਾਂ ਚਾਹੁੰਦੇ ਹਾਂ ਕਿ ਆਪਾਂ ਕੁਝ ਕਰੀਏ, ਪਰ ਆਪਾਂ ਦੂਜੀ ਤੌਰ ਤੇ, ਜਿੱਦਾਂ ਕਿਸੇ ਨੇ ਕਿਹਾ ਨਾ ਕਿ ਆਪਾਂ ਚਾਹੁੰਦੇ ਹਾਂ ਕਿ ਆਪਾਂ ਗੁਰੂ ਦੀ ਗੱਲ ਮੰਨੀਏ, ਪਰ ਮਨ ਕਰ ਰਿਹਾ ਨਾ ਫੈਸ਼ਨ ਕਰਨਾ, ਵਿਆਹ ਹੈ, ਵੀਰੇ ਦਾ ਵਿਆਹ ਹੈ, ਵੀਰੇ ਦੇ ਵਿਆਹ ਤੇ ਸਾਰਿਆਂ ਤੋਂ ਸੋਹਣੀ ਉਹਦੀ ਭੈਣ ਲੱਗਣੀ ਚਾਹੀਦੀ ਹੈ। ਸੋ ਮਨ ਦੇ ਵਿੱਚ ਉਹ ਚੀਜ਼ ਹੈਗੀ ਹੈ ਨਾ, ਸੋ ਉਹ ਡਿਲੇਮਾ ਬਣ ਜਾਂਦਾ ਹੈ ਕਿ ਮੈਂ ਗੁਰੂ ਦੀ ਮੰਨਾਂ ਜਾਂ ਮੈਂ ਸਮਾਜ ਦੀ ਮੰਨਾਂ ਜਾਂ ਆਪਣੇ ਮਨ ਦੀ ਮੰਨਾਂ। ਉਹ ਜਦੋਂ ਤਿੰਨੇ ਚੀਜ਼ਾਂ ਮਨ ਦੇ ਵਿੱਚ ਚੱਲ ਰਹੀਆਂ ਨਾ, ਤੇ ਗੁਰੂ ਸਾਹਿਬ ਨੇ ਤੁਹਾਡੀ ਭਾਵਨਾ ਦੇਖਣੀ ਹੈ। ਚੱਲ ਤਿੰਨੇ ਚੀਜ਼ਾਂ ਰਹੀਆਂ ਨੇ, ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਕਿ ਤੁਸੀਂ ਕੀ ਐਕਚੁਅਲ ਦੇ ਵਿੱਚ ਕਰਨਾ ਚਾਹੁੰਦੇ ਹੋ, ਪਰ ਜੋ ਤੁਹਾਡੇ ਮਨ ਦੀ ਭਾਵਨਾ ਹੈ ਨਾ, ਅਸਲ ਭਾਵਨਾ ਹੈ, ਉਹ ਪਰਮਾਤਮਾ ਸਮਝਦਾ ਹੈ, ਤੇ ਉਹਨੇ ਉਸ ਭਾਵਨਾ ਨੂੰ ਫਲ ਲਾਣਾ। आंसर वाला भी रिकॉर्ड होकर YouTube में आएगा जी। हाँ जी, पर जे मैं रिकॉर्डिंग कर रही ਹਾਂ, ਪਰ ਜੇ ਤੁਸੀਂ ਚਾਹੁੰਦੇ ਹੋ ਕਿ ਕੁਐਸਚਨਸ ਦੇ ਆਨਸਰਸ ਜਿਹੜੇ ਨੇ ਉਹ ਰਿਕਾਰਡਿੰਗ ਦੇ ਵਿੱਚ ਨਾ ਆਣ, ਤੇ ਮੈਨੂੰ ਤੁਸੀਂ ਚੈਟ ਦੇ ਵਿੱਚ ਦੱਸ ਸਕਦੇ ਹੋ, ਤੇ ਆਪਾਂ ਰਿਕਾਰਡਿੰਗ ਬੰਦ ਕਰ ਸਕਦੇ ਹਾਂ, ਐਂਡ ਵੀ ਕੈਨ ਮੇਕ ਦਿਸ ਅ ਮੋਰ ਪਰਸਨਲ ਸੈਸ਼ਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗुरु जी की फतेह जी। एक्चुअली क्वेश्चंस तो चाहिए ही यूट्यूब में। एक और क्वेश्चन था एक्चुअली, जैसे ठीक है अगर मेकअप नहीं भी कर मतलब मेकअप नहीं कर लिए शादी में, मान लिए कि हाँ नहीं कर रहे हैं, बट समाज कह रहा है कि अरे तूने मेकअप नहीं किया, लाइक क्योंकि पहले बहुत शौक था और करते थे, तो कोई मतलब कर भी लिए इन केस तो, और पीछे से फिर आ गया कि कोई टोक रहा है कि या कोई कोई कह रहा है, फिर और मन कह रहा है कि हाँ कर ले, तूने मेकअप नहीं की, लाइक ऐसे, तो फिर क्या करना चाहिए? ਪਤਾ ਕੀ ਗੱਲ ਹੈ ਜੀ, ਲੋਕਾਂ ਨੇ ਗੱਲਾਂ ਕਰਨੋਂ ਨਹੀਂ ਮੁੜਨਾ। ਉਹੀ ਮੈਂ ਕਿਹਾ ਨਾ, ਪਹਿਲਾਂ ਵੀ ਗੱਲ ਕੀਤੀ ਆਪਾਂ ਕਿ ਜੇ ਮੇਕਅਪ ਕੀਤਾ ਹੈ, ਲੋਕਾਂ ਨੇ ਤਾਂ ਵੀ ਸਵਾਲ ਖੜੇ ਕਰਨੇ ਆ ਕਿ ਲੈ ਤੇਰਾ ਨਹੀਂ ਯਾਰ, ਤੇਰਾ ਹੇਅਰ ਸਟਾਈਲ ਨਹੀਂ ਸੋਹਣਾ, ਦੂਜੇ ਪਾਰਲਰ ਵਾਲੀ ਨਾ ਜ਼ਿਆਦਾ ਸੋਹਣਾ ਕਰਦੀ ਹੈ। ਐਂਡ ਆਈਵ ਸੀਨ ਇਟ, ਮੈਂ ਨਹੀਂ ਕਰਦੀ ਬਟ ਆਈਵ ਸੀਨ ਇਟ ਇਨ ਫੈਮਿਲੀ ਫੰਕਸ਼ਨਸ ਕਿ ਇਹ ਵਾਲਾ ਮੇਕਅਪ ਨਹੀਂ ਸੋਹਣਾ ਹੈਗਾ ਤੇਰਾ, ਦੂਜੇ ਪਾਰਲਰ ਵਾਲੀ ਨਾ ਹੇਅਰ ਸਟਾਈਲ ਜ਼ਿਆਦਾ ਸੋਹਣਾ ਕਰਦੀ ਹੈ, ਉੱਧਰ ਜਾਣਾ ਸੀ। ਤੇ ਜੇ ਮੇਕਅਪ ਨਹੀਂ ਕੀਤਾ ਤੇ ਤਾਂ ਵੀ ਸਵਾਲ ਕਰਨੇ ਕਿ ਤੂੰ ਤਾਂ ਮੇਕਅਪ ਨਹੀਂ ਕੀਤਾ। ਸਪੈਸ਼ਲੀ ਆਈ ਥਿੰਕ ਆਈ ਗੈਟ ਇਟ ਕਿ ਜਦੋਂ ਇਟਸ ਅ ਬਿਗ ਚੇਂਜ ਹੈ ਨਾ, ਕਿ ਆਪਾਂ ਇੱਕ ਟਾਈਮ ਤੇ ਕਰ ਰਹੇ ਸੀ ਤੇ ਸਡਨਲੀ ਸਾਰਿਆਂ ਨੇ ਇੱਕਦਮ ਵੱਖਰਾ ਰੂਪ ਤੁਹਾਡਾ ਦੇਖਿਆ, ਤੁਸੀਂ ਨਹੀਂ ਕੀਤਾ, ਤੇ ਡੈਫੀਨਿਟਲੀ ਕੁਐਸਚਨਸ ਹੋਣਗੇ। ਪਰ ਗੱਲ ਇਹ ਆਉਂਦੀ ਹੈ ਕਿ ਕੀ ਮੈਟਰ ਇਹ ਕਰਦਾ ਹੈ ਕਿ ਆਮ ਸੌਰੀ ਕਿ ਲੋਕੀ ਕੀ ਕਹਿਣਗੇ, ਜਾਂ ਮੈਟਰ ਇਹ ਕਰਦਾ ਹੈ ਕਿ ਲੋਕੀ ਮੇਰੇ ਬਾਰੇ ਕੀ ਸੋਚਣਗੇ ਕਿ ਮੈਂ ਕਿੱਦਾਂ ਦੀ ਲੱਗ ਰਹੀ ਹਾਂ, ਜਾਂ ਇਹ ਮੈਟਰ ਕਰਦਾ ਹੈ ਕਿ ਗੁਰੂ ਮੇਰੇ ਬਾਰੇ ਕੀ ਸੋਚੇਗਾ, ਗੁਰੂ ਨੂੰ ਮੈਂ ਕਿੱਦਾਂ ਦੀ ਲੱਗਣੀ ਹਾਂ। ਜੇ ਮੈਂ ਸਿੰਪਲ ਰਹਿੰਦੀ ਹਾਂ, ਮੈਂ ਮੇਕਅਪ ਨਹੀਂ ਕਰਦੀ, ਜੇ ਮੈਂ ਆਪਣੇ ਗੁਰੂ ਨੂੰ ਪਿਆਰੀ ਲੱਗਣੀ ਆ ਨਾ, ਤੇ ਫਿਰ ਮੈਂ ਹੌਲੀ ਹੌਲੀ ਸਾਰਿਆਂ ਨੂੰ ਪਿਆਰੀ ਲੱਗਾਂਗੀ, ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਜੀ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਸੋ ਜਦੋਂ ਪਰਮਾਤਮਾ ਨੂੰ ਪਿਆਰੇ ਲੱਗਣ ਲੱਗ ਪਏ ਨਾ ਆਪਾਂ, ਸਾਰਿਆਂ ਨੂੰ ਪਿਆਰੇ ਲੱਗਾਂਗੇ। ਤੇ ਚੇਂਜ ਸਿਰਫ ਮੇਕਅਪ ਦੀ ਗੱਲ ਨਹੀਂ, ਕਿਸੇ ਵੀ ਤਰ੍ਹਾਂ ਦੀ ਲਾਈਫ ਦੇ ਵਿੱਚ ਕੋਈ ਵੀ ਚੇਂਜ ਹੋਵੇ ਨਾ ਜੀ, ਉਹਨੂੰ ਐਕਸੈਪਟ ਕਰਨ ਨੂੰ ਬਹੁਤ ਟਾਈਮ ਲੱਗਦਾ, ਇਟਸ ਵੈਰੀ ਹਾਰਡ। ਪਰ ਚੇਂਜ ਜਿਹੜੀ ਹੈ ਉਹ ਕਨਸਟੈਂਟ ਹੈ, ਉਹ ਹੁੰਦੀ ਰਹਿਣੀ ਹੈ, ਉਹ ਜ਼ਰੂਰੀ ਹੈ। ਪਰਮਾਤਮਾ ਨੇ ਦੁਨੀਆ ਹੀ ਇਸ ਹਿਸਾਬ ਨਾਲ ਬਣਾਈ ਹੈ। ਸੋ ਲੋਕੀ ਕੀ ਕਹਿਣਗੇ ਮਾਇਨੇ ਨਹੀਂ ਰੱਖਦਾ, ਕਿਉਂਕਿ ਲੋਕਾਂ ਨੇ ਤਾਂ ਗੁਰੂ ਨਾਨਕ ਦੇਵ ਜੀ ਨੂੰ ਵੀ ਨਹੀਂ ਸੀ ਬਖਸ਼ਿਆ, ਉਹਨਾਂ ਨੂੰ ਵੀ ਗੱਲਾਂ ਕੀਤੀਆਂ ਸੀ, ਉਹਨਾਂ ਤੇ ਵੀ ਸਵਾਲ ਖੜੇ ਕੀਤੇ ਸੀ। ਸੋ ਆਪਾਂ ਤਾਂ ਕਿਹਦੇ ਵਿਚਾਰੇ। ਸੋ ਆਪਾਂ ਇਹ ਦੇਖਣਾ ਹੈ ਕਿ ਆਪਾਂ ਸਾਡੇ ਵਾਸਤੇ ਜ਼ਰੂਰੀ ਕੀ ਆ, ਤੇ ਲੋਕੀ ਕੀ ਕਹਿਣਗੇ, ਮੇਰਾ ਮਨ ਕੀ ਕਹਿੰਦਾ ਹੈ, ਜਾਂ ਪਰਮਾਤਮਾ ਕੀ ਕਹਿੰਦਾ। हाँ ਅੱਛਾ, जी, ਲਾਸਟ तो ਸੈਸ਼ਨ ਦੀ ਵੀਡੀਓ, ਸੌਰੀ, ਹਾਂਜੀ प्लीज गो अहेड। जैसे कि मैंने पूछा कि मन कर रहा है मेकअप करने का, बट नहीं करना है क्योंकि गुरु साहब जी ने मतलब हुक्म है, तो फिर भी अगर नहीं कर रहे, तो जैसे आपने कहा कि बंदिश है, तो अगर नहीं मतलब ਜਾਂ ਮੈਂ ਸਮਝ ਰਹੀ ਹਾਂ ਤੁਸੀਂ ਕੀ ਕਹਿ ਰਹੇ ਹੋ। ਸੋ ਇਹ ਇੱਥੇ ਇਹ हाँ ਕਰੋ, जी, ਤੁਸੀਂ ਇਦਾਂ ਕਰੋ ਕਿ ਤੁਹਾਡਾ ਮਨ ਕਰ ਰਿਹਾ ਨਾ ਮੇਕਅਪ ਕਰਨ ਨੂੰ, ਪਰ ਤੁਹਾਨੂੰ ਪਤਾ ਹੈ ਕਿ ਨਹੀਂ ਕਰਨਾ ਚਾਹੀਦਾ,
ਤੁਸੀਂ ਕਰ ਲਓ। ਪਰ ਗੁਰੂ ਸਾਹਿਬ ਅੱਗੇ ਅਰਦਾਸ ਕਰੋ ਕਿ ਗੁਰੂ ਸਾਹਿਬ ਮੈਨੂੰ ਪਤਾ ਹੈ ਕਿ ਮੈਨੂੰ ਨਹੀਂ ਕਰਨਾ ਚਾਹੀਦਾ, ਪਰ ਮੇਰਾ ਮਨ ਕਰ ਰਿਹਾ ਕਰਨ ਨੂੰ, ਪਲੀਜ਼ ਮੇਰੇ ਤੇ ਬਖਸ਼ਿਸ਼ ਕਰੋ, ਮੇਰੇ ਮਨ ਨੂੰ ਨਾ ਕਾਬੂ 'ਚ ਕਰ ਦਿਓ, ਕਿ ਮੇਰੇ ਮਨ ਨੂੰ ਆਪਣੇ ਕਾਬੂ 'ਚ ਕਰ ਲਓ ਤਾਂ ਕਿ ਇਹ ਮਨ ਭਟਕਣਾ ਬੰਦ ਕਰ ਦੇਵੇ। ਤੇ ਉਹ ਕਿੱਦਾਂ ਹੋਏਗਾ? ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹੀ ਜਾਵਾਂਗੇ, ਗੁਰਬਾਣੀ ਨੂੰ ਪੜ੍ਹੀ ਜਾਵਾਂਗੇ, ਗੁਰਬਾਣੀ ਨੂੰ ਸਮਝੀ ਜਾਵਾਂਗੇ, ਫਿਰ ਗੁਰੂ ਸਾਹਿਬ ਆਪ ਬਖਸ਼ਿਸ਼ ਕਰਨਗੇ। ਪਰ ਉਹ ਅਰਦਾਸ ਕਰੀ ਜਾਣੀ ਪੈਂਦੀ ਹੈ, ਸਡਨ ਇੱਕਦਮ ਚੇਂਜ ਨਹੀਂ ਆਣੀ। ਠੀਕ ਹੈ, ਜੇ ਤੁਸੀਂ ਓਕੇ ਲੈਟਸ ਬ੍ਰੇਕ ਦਿਸ ਡਾਊਨ ਫॉर ਯੂ, ਹਨਾ, ਇਹ ਕੋਈ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਹੀਂ ਮੈਂ ਲਿੱਤੀ, ਜਸਟ ਫਰਮ ਮਾਈ ਓਨ ਲਾਈਫ ਐਕਸਪੀਰੀਅੰਸ, ਕਿ ਜੇ ਤੁਸੀਂ ਆਈਲਾਈਨਰ ਲਾਉਂਦੇ ਹੋ, ਲਿਪਸਟਿਕ ਲਾਉਂਦੇ ਹੋ, ਜੁਐਲਰੀ ਪਾਉਂਦੇ ਹੋ, ਚੂੜੀਆਂ ਪਾਉਂਦੇ ਹੋ, ਸਾਰਾ ਕੁਝ ਪਾਉਂਦੇ ਹੋ, ਪਰ ਤੁਹਾਡਾ ਮਨ ਕਰ ਰਿਹਾ ਹੈ ਕਿ ਮੈਂ ਮੇਕਅਪ ਕਰਨਾ ਹੈ, ਗੁਰੂ ਸਾਹਿਬ ਕਹਿ ਰਹੇ ਨੇ ਨਹੀਂ ਕਰਨਾ, ਤੁਸੀਂ ਅਰਦਾਸ ਕਰਤੀ ਗੁਰੂ ਸਾਹਿਬ ਅੱਗੇ ਕਿ ਗੁਰੂ ਸਾਹਿਬ ਮੇਰੇ ਤੇ ਬਖਸ਼ਿਸ਼ ਕਰੋ, ਪਲੀਜ਼ ਇੰਨੀ ਬਖਸ਼ਿਸ਼ ਕਰੋ ਕਿ ਮੈਂ ਸਮਝ ਲਵਾਂ ਕਿ ਜਿਹੜੀ ਚੀਜ਼ ਮੈਨੂੰ ਸਮਝ ਆ ਗਈ ਹੈ ਮੈਂ ਉਹਨੂੰ ਅਮਲ ਵੀ ਉਹਦੇ ਤੇ ਕਰ ਸਕਾਂ, ਕਿ ਹੁਣ ਮੈਨੂੰ ਪਤਾ ਲੱਗ ਗਿਆ ਕਿ ਨਹੀਂ ਕਰਨਾ, ਪਰ ਮੈਂ ਉਹਨੂੰ ਇੰਪਲੀਮੈਂਟ ਵੀ ਕਰ ਸਕਾਂ। ਉਹਦੇ ਵਾਸਤੇ ਡੂ ਵਨ ਥਿੰਗ ਐਟ ਅ ਟਾਈਮ। ਪਹਿਲਾਂ ਚੂੜੀਆਂ ਲਾ ਦੋ, ਇੱਕ ਚੀਜ਼ ਨਹੀਂ ਪਾਈ, ਅਗਲੇ ਕਿਤੇ ਹੋਰ ਪਾਰਟੀ ਹੈ, ਕੋਈ ਫੰਕਸ਼ਨ ਹੈ, ਦੂਜੀ ਚੀਜ਼ ਲਾ ਦੋ, ਹੌਲੀ ਹੌਲੀ ਲਾਣੀ ਸ਼ੁਰੂ ਕਰੋ, ਇੱਕਦਮ ਨਾ ਲਾਓ ਤਾਂ ਕਿ ਤੁਹਾਡੇ ਤੇ ਵੀ ਇਟਸ ਨਾਟ ਅ ਬਲੋ ਔਨ ਯਰ ਫੇਸ, ਤੇ ਤੁਸੀਂ ਗੁਰੂ ਦਾ ਹੁਕਮ ਵੀ ਮੰਨ ਰਹੇ ਹੋ, ਪਰ ਨਾਲ ਨਾਲ ਤੁਸੀਂ ਆਪਣੀ ਅਰਦਾਸ ਕਰੀ ਜਾ ਰਹੇ ਹੋ। ਸੋ ਕੋਈ ਪਤਾ ਨਹੀਂ ਗੁਰੂ ਸਾਹਿਬ ਨੇ ਕਦੋਂ ਮਿਹਰ ਕਰ ਦੇਣੀ ਹੈ ਤੇ ਇੱਕਦਮ ਤੁਹਾਨੂੰ ਆਪਣੇ ਆਪ ਨਹੀਂ ਉੱਠ ਕੇ ਲੱਗੇ ਕਿ ਯੂ ਨੋ ਵਾਟ, ਦੈਟਸ ਇਟ, ਅੱਜ ਤੋਂ ਬਾਅਦ ਮੈਂ ਮੇਕਅਪ ਨਹੀਂ ਕਰਨਾ। ਉਹ ਹੈ ਗੁਰੂ ਦੀ ਬਖਸ਼ਿਸ਼। ਜਦੋਂ ਗੁਰੂ ਨੇ ਮਨ ਤੇ ਵੀ ਕਾਬੂ ਕਰਵਾਤਾ ਨਾ, ਬਸ ਹੁਣ ਨਹੀਂ ਕਰਨਾ, ਉਹ ਗੁਰੂ ਦੀ ਬਖਸ਼ਿਸ਼ ਹੈ। हाँ जी, ये इट वाज़ नॉट अबाउट ओनली द मेकअप एंड फैशन बट हाँ जी, मैंने आपको अमृत वेले के बारे में भी पूछा था, तो वही आपने सेम चीज़ कहा था कि मन कह रहा है सो जा, बट हुक्म है कि अमृत वेल उठो, स्नान करके अमृत वेला करो, बट सेम चीज़ हो रही है कि आपने सेम चीज़ एक्सप्लेन की थी कि यही अरदास करो, तो गुरु महाराज जी कृपा करन मैं कर ਕਿਉਂਕਿ ਪਤਾ ਹੈ ਗੱਲ ਕੀ ਹੈ ਜੀ, ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਕੁਝ ਵੀ ਨਹੀਂ ਹੈਗੇ ਆਪਾਂ, ਕੁਝ ਹੋ ਸਕਦਾ ਸਾਨੂੰ। ਆਪਾਂ ਪੜ੍ਹੀ ਜਾ ਰਹੇ ਹਾਂ, ਕਿੰਨੇ ਜਣੇ ਨੇ ਕਿ ਆਪਾਂ ਪਾਠ ਰੋਜ਼ ਕਰਨੇ ਆ, ਤੇ ਮੈਨੂੰ ਦੱਸਣ ਦੀ ਲੋੜ ਨਹੀਂ, ਆਪਣੇ ਆਪ ਨੂੰ ਪੁੱਛ ਕੇ ਦੇਖੋ ਕਿ ਕੀ ਆਪਾਂ ਜਿਹੜੀ ਬਾਣੀ ਪੜ੍ਹਨੇ, ਸੋ ਲੈਟਸ ਸੇ ਆਪਾਂ ਸਾਰੇ ਜਪਜੀ ਸਾਹਿਬ ਦਾ ਪਾਠ ਕਰਨੇ ਆ, ਸਾਨੂੰ ਕਿੰਨੇ ਕੁ ਨੂੰ ਪਤਾ ਹੈ ਕਿ ਜਪਜੀ ਸਾਹਿਬ ਦੇ ਅਰਥ ਕੀ ਨੇ? ਤੇ ਜੇ ਸਾਨੂੰ ਪਤਾ ਹੈ ਕਿ ਜਪਜੀ ਸਾਹਿਬ ਦੇ ਅਰਥ ਕੀ ਨੇ, ਤੇ ਆਪਾਂ ਕਿੰਨੇ ਕੁ ਜਣੇ ਆ ਜਿਹੜੇ ਆਪਾਂ ਐਕਚੁਅਲ ਦੇ ਵਿੱਚ ਉਹ ਅਰਥਾਂ ਤੇ ਅਮਲ ਕਰ ਰਹੇ ਆ, ਇੰਪਲੀਮੈਂਟ ਕਰ ਰਹੇ ਆ। ਇੰਪਲੀਮੈਂਟੇਸ਼ਨ ਪਾਰਟ ਜਿਹੜਾ ਨਾ ਉਹ ਬਹੁਤ ਔਖਾ ਹੈ, ਤੇ ਉਹ ਗੁਰੂ ਦੀ ਬਖਸ਼ਿਸ਼ ਨਾਲ ਆਉਂਦਾ ਹੈ। ਤੇ ਉਹ ਗੁਰੂ ਦੀ ਬਖਸ਼ਿਸ਼ ਸਿਰਫ ਉਦੋਂ ਹੁੰਦੀ ਹੈ ਜਦੋਂ ਉਹ ਸਾਡੀ ਭਾਵਨਾ ਦੇਖਦਾ। ਜੇ ਮੇਰੇ ਮਨ ਦੇ ਵਿੱਚ ਭਾਵਨਾ ਹੈ ਨਾ ਕਿ ਇਹ ਗੁਰੂ ਸਾਹਿਬ ਮੈਨੂੰ ਆਪਣੇ ਲੜ ਲਾ ਲਵੋ, ਤੇ ਉਹ ਮਿਹਰ ਜ਼ਰੂਰ ਕਰਨਗੇ, ਜ਼ਰੂਰ ਕਰਨਗੇ। ਕਦੋਂ ਕਰਨਗੇ ਇਹ ਸਿਰਫ ਉਹ ਪਰਮਾਤਮਾ ਜਾਣਦਾ ਹੈ, ਪਰ ਜੇ ਸੱਚੇ ਦਿਲੋਂ ਅਰਦਾਸ ਕਰ ਰਹੇ ਆ ਨਾ ਕਿ ਗੁਰੂ ਸਾਹਿਬ ਮੈਨੂੰ ਆਪਣੇ ਲੜ ਨਾਲ ਲਾ ਲਓ, ਤੇ ਉਹ ਮਿਹਰ ਜ਼ਰੂਰ ਕਰਨਗੇ। ਉਹ ਬਹੁਤ ਮਿਹਰਬਾਨ ਹੈ ਪਰਮਾਤਮਾ, ਬਹੁਤ ਜ਼ਿਆਦਾ ਮਿਹਰਬਾਨ ਹੈ। ਸਾਹਿਬ ਮੇਰਾ ਮਿਹਰਬਾਨ ਜੀ। ਕੈਨ ਯੂ ਪਲੀਜ਼ हाँ ਸ਼ੇਅਰ जी, ਰਿਕਾਰਡਿੰਗ थैंक ਵੀਡੀਓ ਆਫ ਦ ਲਾਸਟ ਸੈਸ਼ਨ ਜੀ? ਸੌਰੀ, ਹਾਂਜੀ ਪਲੀਜ਼ ਗੋ ਅहेड। ਮੈਂ ਤੁਹਾਨੂੰ ਆਲਵੇਜ਼ ਕੱਟ ਡਾਊਨ ਕਰ ਦਿੰਦੀ, ਆਈ ਡੋਨਟ ਨੋ ਵਾਈ। हाँ जी, बस इतना ही कहना है। थैंक यू सो मच जी। वाहिगुरू जी का खालसा, वाहिगुरू जी की ਵਾਹਿਗੁਰੂ फतेह। ਜੀ ਕੀ ਫਤਿਹ। ਯੂ ਆਰ ਵੈਲਕਮ ਜੀ। ਕੈਨ ਯੂ ਪਲੀਜ਼ ਸ਼ੇਅਰ ਰਿਕਾਰਡਿੰਗ ਵੀਡੀਓ ਆਫ ਦ ਲਾਸਟ ਸੈਸ਼ਨ ਜੀ? ਹਾਂਜੀ ਜੀ, ਉਹ ਮੇਰੇ YouTube ਚੈਨਲ ਤੇ ਹੈਗੀ ਹੈ, ਬਿਕੋਜ਼ ਬੜੀ ਲੌਂਗ ਵੀਡੀਓ ਸੀਗੀ, ਸੋ ਮੈਂ ਆਬਵੀਅਸਲੀ ਇੰਸਟਾਗ੍ਰਾਮ ਤੇ ਨਹੀਂ ਪਾ ਸਕਦੀ। ਜੇ ਤੁਸੀਂ ਮੇਰੇ ਇੰਸਟਾਗ੍ਰਾਮ ਪੇਜ ਦੀਆਂ ਹਾਈਲਾਈਟਸ ਤੇ ਜਾਓ, ਤੇ ਉੱਥੇ ਹਾਈਲਾਈਟਸ ਦੇ ਵਿੱਚ ਹੈਗਾ ਜ਼ੂਮ ਰਿਕਾਰਡਿੰਗਸ, ਤੇ ਉਹਦੇ ਵਿੱਚ ਲਿੰਕ ਹੈਗਾ ਜੀ ਪਿਛਲੇ ਸੈਸ਼ਨ ਦਾ, ਤੇ ਤੁਸੀਂ YouTube ਤੇ ਜਾ ਕੇ ਉਹ ਸੈਸ਼ਨ ਦੇਖ ਸਕਦੇ ਹੋ। ਥੈਂਕ ਯੂ ਸੋ ਮਚ ਸਾਰਿਆਂ ਦਾ ਜੀ, ਤੁਸੀਂ ਇੰਨੇ ਪੇਸ਼ੈਂਟ ਹੋ ਕੇ। ਆਈ ਨੋ ਆਪਾਂ ਟਾਈਮ ਤੋਂ ਕਾਫੀ ਉੱਤੇ ਗਏ ਆ, ਪਰ ਜੇ ਕਿਸੇ ਹੋਰ ਦਾ ਹਜੇ ਵੀ ਕੁਐਸਚਨ ਹੈਗਾ ਤੇ ਮੈਂ ਇੱਥੇ ਹੈਗੀ ਹਾਂ ਜੀ, ਪਲੀਜ਼ ਫੀਲ ਫ੍ਰੀ ਟੂ ਆਸਕ। ਤੇ ਜੇ ਨਹੀਂ ਤੇ ਜਾਂ ਮੈਨੂੰ ਇੱਥੇ ਹੈਂਡਸ ਅਪ, ਥੰਬਸ ਅਪ, ਰੇਜ਼ ਹੈਂਡ ਕਰ ਦਿਓ, ਜਾਂ ਚੈਟ ਤੇ ਲਿਖ ਦਿਓ ਕਿ ਵੈਰੀ ਗੁੱਡ, ਤੇ ਮੈਨੂੰ ਪਤਾ ਲੱਗ ਜਾਏਗਾ ਕਿਸੇ ਹੋਰ ਦਾ ਕੋਈ ਕੁਐਸਚਨ ਨਹੀਂ ਹੈਗਾ, ਤੇ ਫਿਰ ਆਪਾਂ ਫਤਿਹ ਬੁਲਾ ਸਕਦੇ ਹਾਂ ਜੀ। ਸੋ ਆਈ ਥਿੰਕ ਸਾਡੇ ਸਾਰਿਆਂ ਦਾ ਆ ਗਿਆ, ਕੋਈ ਰਹਿ ਨਹੀਂ ਗਿਆ। ਸੋ ਥੈਂਕ ਯੂ ਸੋ ਮਚ ਤੁਹਾਡੇ ਸਾਰਿਆਂ ਦਾ। ਆਈ ਰੀਅਲੀ ਹੋਪ ਕਿ ਤੁਸੀਂ ਸਰਵੇ ਕੰਪਲੀਟ ਕੀਤਾ ਹੋਏਗਾ, ਬਿਕੋਜ਼ ਉਹ ਬਹੁਤ ਹੈਲਪ ਕਰਦਾ ਹੈ ਡਿਟਰਮਿਨ ਕਰਨ ਵਾਸਤੇ ਕਿ ਨੈਕਸਟ ਸੈਸ਼ਨਸ ਕਰਨੇ ਨੇ ਜਾਂ ਨਹੀਂ ਕਰਨੇ, ਜਾਂ ਕਿਹੜੇ ਟੌਪਿਕਸ ਤੇ ਕਰਨੇ ਨੇ। ਸੋ ਥੈਂਕ ਯੂ ਸੋ ਮਚ ਤੁਹਾਡੇ ਸਾਰਿਆਂ ਦਾ ਇੱਥੇ ਆਉਣ ਵਾਸਤੇ ਜੀ, ਅੱਜ ਟਾਈਮ ਕੱਢਣ ਵਾਸਤੇ। ਜਦੋਂ ਲਾਈਵ ਲਿੰਕ ਮੈਂ ਸ਼ੇਅਰ ਕਰ ਦਿੱਤਾ YouTube ਤੇ ਮੈਂ ਇੰਸਟਾਗ੍ਰਾਮ ਤੇ ਪਾ ਦਾਂਗੀ, ਤੇ ਫਿਰ ਤੁਸੀਂ ਜਾ ਕੇ ਰਿਕਾਰਡਿੰਗ ਜਿਹੜੀ ਉੱਥੇ ਵੀ ਦੇਖ ਸਕਦੇ ਹੋ। I just have to work on some privacy issues ਇਸ ਤੋਂ ਪਹਿਲਾਂ, ਉਹ ਸੈਸ਼ਨ ਰਿਕਾਰਡਿੰਗ ਨੂੰ ਲਾਈਵ ਕਰਨ ਤੋਂ ਪਹਿਲਾਂ, so I will work on that। ਤੇ once again thank you so much ਸਾਰਿਆਂ ਦਾ ਜੀ। ਜੇ ਕਿਸੇ ਦਾ ਫਿਰ ਵੀ ਕੋਈ ਕੁਐਸਚਨ ਹੋਵੇ ਤਾਂ ਤੁਹਾਨੂੰ ਪਤਾ ਹੈ ਕਿ ਇੰਸਟਾਗ੍ਰਾਮ ਤੇ ਤੁਸੀਂ ਮੈਨੂੰ ਕਦੀ ਵੀ DM ਕਰ ਸਕਦੇ ਹੋ, ਤੇ I try my best to reach out to you। ਸੋ ਸਾਰਿਆਂ ਨੂੰ ਫਤਿਹ ਬੁਲਾਉਂਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। वाहिगुरू जी की फतेह।